ਕਿਸੇ ਦੀ ਉਸਤਤ ਕਿਸੇ ਦੀ ਨਿੰਦਾ ਸਿੱਖਾਂ ਵਾਸਤੇ ਨਾ ਮਨੇ ਗੁਰਬਾਣੀ ਨਿੰਦਾ ਨਹੀਂ ਕਰਦੀ। ਜਿਹਨੂੰ ਅਸੀਂ ਨਿੰਦਿਆ ਕਹਿੰਦੇ ਹਾਂ, ਸੰਤਾਂ ਦਾ ਨਿੰਦਿਆ ਪ੍ਰਚਾਰੀ ਹੋਈ ਜਿਹੜੀ ਚੀਜ਼ ਆ ਉਹ ਨਿੰਦਿਆ ਨਹੀਂ ਹੁੰਦੀ। ਸੱਚ ਬੋਲਣਾ ਨਿੰਦਿਆ ਨਹੀਂ ਹੈ। ਗੁਰਬਾਣੀ ਸੱਚ ਕਹਿੰਦੀ ਹੈ, ਨਿੰਦਿਆ ਨਹੀਂ ਹੈ। ਝੂਠੀਆਂ ਮੱਤਾਂ ਵਾਲੇ ਸੱਚ ਬੋਲਣ ਨੂੰ ਨਿੰਦਿਆ ਕਹਿੰਦੇ ਨੇ। ਵੀ ਸਾਡੀ ਜਿਹੜੀ ਕਮੀ ਹੈ ਉਹ ਦੱਸੀ ਨਾ ਜਾਵੇ। ਅਸਲ 'ਚ ਉਹਨਾਂ ਦੀ ਕਮੀ ਉਹਨਾਂ ਵਾਸਤੇ ਨਹੀਂ ਦੱਸੀ ਹੋਈ, ਦੂਜਿਆਂ ਵਾਸਤੇ ਦੱਸੀ ਹੋਈ ਹੈ। ਉਹ ਤਾਂ ਉਹਨਾਂ ਵਾਸਤੇ ਵੀ ਦੱਸੀ ਹੋਈ ਹੈ। ਜੇ ਕਿਸੇ ਨੂੰ ਇਹ ਦੱਸ ਦਈਏ ਭਾਈ ਤੇਰੇ ਪਿਛਲੇ ਪਹੀਏ 'ਚ ਹਵਾ ਘੱਟ ਹੈ, ਉਹ ਗੱਡੀ ਚਲਾਉਂਦਾ ਹੋਵੇ ਸੋ ਉਹਦਾ ਟਾਇਰ ਵੱਜੂਗਾ, ਉਹਦਾ ਫਾਇਦਾ ਹੀ, ਉਹਦਾ ਨੁਕਸਾਨ ਤਾਂ ਨਹੀਂ ਹੋਇਆ। ਜਿਹੜੀ ਚੀਜ਼ ਨਾਲ ਉਹਦਾ ਫਾਇਦਾ ਹੁੰਦਾ ਹੋਵੇ ਉਹ ਨਿੰਦਿਆ ਨਹੀਂ ਹੁੰਦੀ। ਜੇ ਉਹਨੂੰ ਨਿੰਦਿਆ ਮੰਨੇ ਤਾਂ ਉਹ ਮੂਰਖ ਵੀ ਕਹਿ ਸਕਦੇ ਆ ਉਹਨੂੰ। ਇਹ ਕੋਈ ਹੋਰ ਵਜ੍ਹਾ ਉਹਦੇ 'ਚ ਕਿਸੇ ਕਮੀ ਦੱਸਣੀ ਨਿੰਦਾ ਨਹੀਂ। ਹਾਂ, ਉਹਦੀ ਕਮੀ ਹੋਵੇ ਉਹਨੂੰ ਦੱਸੀਏ ਨਿੰਦਿਆ ਨਹੀਂ। ਨਿੰਦਿਆ ਦਾ ਮਤਲਬ ਹੈ ਵੀ ਇੱਕ ਤਾਂ ਹੋਰ ਆਦਮੀ ਜੇ ਦੂਜੇ ਆਦਮੀ ਉਸ ਧਰਮ ਨੂੰ ਧਾਰਨ ਕਰਕੇ ਉਹਦੇ ਮਗਰ ਲੱਗਣਗੇ, ਉਹ ਡੁੱਬ ਜਾਣਗੇ, ਉਹ ਆਪ ਤਾਂ ਡੁੱਬੂ। ਅਸਲ ਦੇ ਵਿੱਚ ਉਹ ਕਮੀ ਹੈ ਉਹਦੇ 'ਚ, ਕੱਢਣੀ ਨਹੀਂ ਚਾਹੁੰਦਾ, ਲੋਕਾਂ ਨੂੰ ਮਗਰ ਵੀ ਲਾਉਣਾ ਚਾਹੁੰਦਾ ਹੈ। ਸੱਚ ਧਰਮ ਦੀ ਧਾਰਨ ਕਰਨੇ ਜਿਹੜੇ ਚਾਹੁੰਦੇ ਲੋਕ, ਉਹ ਤਾਂ ਲੋਕਾਂ ਨੂੰ ਠੱਗਣ ਵਾਸਤੇ ਉਹਨਾਂ ਨੇ ਪ੍ਰਪੰਚ ਰਚਿਆ ਹੋਇਆ। ਜਦੋਂ ਕੋਈ ਦੱਸਦਾ ਵੀ ਇਹ ਪ੍ਰਪੰਚ ਹੈ, ਠੀਕ ਨਹੀਂ ਹੈ, ਫਿਰ ਉਹ ਗੁੱਸਾ ਕਰਦੇ। ਉਹਨਾਂ ਨੂੰ ਤਾਂ ਪਤਾ ਖੁਦ ਵੀ ਕਮੀ ਹੈ। ਧਰਮ ਦਾ ਕੰਮ ਦੂਜੇ ਲੋਕਾਂ ਨੂੰ ਤਾਂ ਦੱਸ ਦਈਏ। ਕਬੀਰ ਕਹਿ ਰਿਹਾ, ਕਬੀਰ ਬੇੜਾ ਜਰਜਰਾ ਫੂਟੇ 6,000। ਹਿੰਦੂ ਮਤ ਦਾ ਜਿਹੜਾ ਬੇੜਾ, ਜਿਹੜੇ ਤੁਸੀਂ ਚੜ੍ਹ ਗਏ ਨਾ ਭਵ ਸਾਗਰ ਦਾ ਤਰਨ ਵਾਸਤੇ, ਇਹ ਗਲਿਆ ਪਿਆ ਬੇੜਾ, ਪੁਰਾਣਾ ਹੋ ਗਿਆ, ਜਰਜਰ ਹੈ, ਹਜ਼ਾਰਾਂ ਛੇਕ ਨੇ। ਕਿਵੇਂ ਭਵ ਸਾਗਰ ਪਾਰ ਹੋ ਜਾਊਗਾ? ਹਜ਼ਾਰਾਂ ਹੀ ਕਵੀਆਂ ਨੇ ਇਹਦੇ ਵਿੱਚ, ਸਾਰੀਆਂ ਕਵੀਆਂ ਹੀ ਕਵੀਆਂ ਨੇ, ਭਵ ਸਾਗਰ ਨਹੀਂ ਨੇ ਪਾਰ ਹੋਣਾ। ਜਿਹਨੇ ਫਿਰ ਵੀ ਚੜ੍ਹਨਾ ਬੇੜੇ ਚੜ੍ਹ ਜਾਓ, ਜਿਹਨੇ ਨਹੀਂ ਚੜ੍ਹਨਾ ਉਹਨਾਂ ਦੀ ਮਰਜ਼ੀ। ਫਿਰ ਵੀ ਲੋਕ ਚੜ੍ਹੀ ਜਾਂਦੇ ਨੇ, ਪੈਸੇ ਚੜ੍ਹੀ ਜਾਣ। ਉਹਨੇ ਆਪਣਾ ਫਰਜ਼ ਪੂਰਾ ਕਰਤਾ ਕਹਿ ਕੇ, ਸੱਚ ਨੇ ਆਪਣਾ ਫਰਜ਼ ਪੂਰਾ ਕਰਤਾ, ਉਹਨੇ ਆਪਣੀ ਡਿਊਟੀ ਦੇ ਦਿੱਤੀ। ਕੋਈ ਮੰਨੋ ਕੋਈ ਨਾ, ਗੁਰਬਾਣੀ ਦਾ ਆਪਣੀ ਡਿਊਟੀ ਪੂਰੀ ਕਰਦੀ। ਜੈਸਾ ਹੁਕਮ ਹੈ ਅਲਰਟ ਕਰਨ ਦਾ ਪਬਲਿਕ ਨੂੰ, ਉਸੇ ਗੱਲ ਗੁਰਬਾਣੀ ਕਰੀ ਜਾਂਦੀ ਹੈ। ਜਿਹਨੇ ਮੰਨਣੀ ਹੈ ਮੰਨ ਲਓ, ਜਿਹਨੇ ਨਹੀਂ ਮੰਨਣੀ ਨਾ ਮੰਨ। ਕਹਿਣ ਵਾਲੇ ਦਾ ਕੁਛ ਨਹੀਂ ਵਿਗੜਦਾ। ਲੋਹਾ ਕੰਚਨ ਸਮ ਕਰ ਜਾਣੇ ਤੇ ਮੂਰਤ ਭਗਵਾਨਾ। ਲੋਹਾ ਔਰ ਕੰਚਨ ਨੂੰ ਬਰਾਬਰ ਜੇ ਮੰਨੇ, ਉਹ ਭਗਵਾਨ ਦੀ ਮੂਰਤ ਹੈ। ਕੰਚਨ ਔਰ ਲੋਹੇ ਨੂੰ ਬਰਾਬਰ ਮੰਨਣ ਵਾਲੀ ਗੱਲ ਹੈ। ਇਸ ਕਰਕੇ ਸਾਡਾ ਜਿਹੜਾ ਖੱਡਾ ਬੱਟ ਹੈ ਲੋਹੇ ਦਾ ਹੀ ਹੈ। ਉਹ ਲੋਹੇ ਦਾ ਸੋਨੇ ਦਾ, ਕਿਉਂਕਿ ਸਾਡੇ 'ਚ ਫਰਕ ਹੀ ਨਹੀਂ ਹੈ। ਹੁਣ ਖੱਡੇ ਸੋਨੇ ਦੇ ਲਾਉਣ ਲੱਗ ਗਏ, ਪਾਲਕੀਆਂ ਸੋਨੇ ਦੀਆਂ ਬਣਾਉਣ। ਇਹਦਾ ਮਤਲਬ ਹੈ ਸਿੱਖੀ ਦਾ ਪ੍ਰਭਾਵ ਨਹੀਂ ਹੈ ਲੋਕਾਂ 'ਤੇ। ਲੋਕਾਂ ਦੇ ਗੁਰਮਤਿ ਦਾ ਬਿਲਕੁਲ ਪ੍ਰਭਾਵ ਨਹੀਂ। ਪ੍ਰਭਾਵ ਮਾਇਆ ਦਾ, ਸੱਚ ਦਾ ਪ੍ਰਭਾਵ ਨਹੀਂ। ਮਾਇਆ ਝੂਠ ਹੈ, ਝੂਠ ਦਾ ਪ੍ਰਭਾਵ ਹੈ। ਝੂਠ ਦੇ ਇੰਨੇ ਗਰਸੇ ਹੋਏ ਨੇ, ਮਾਇਆ ਦੇ ਇੰਨੇ ਗਰਸੇ ਹੋਏ ਨੇ, ਅੰਨੇ ਹੋਏ ਹੋਏ ਨੇ। ਕੰਚਨ ਲੋਹਾ ਨੂੰ ਜਿਹੜਾ ਬਰਾਬਰ ਮੰਨੇ, ਉਹ ਭਗਵਾਨ ਦਾ ਹੀ ਰੂਪ ਹੈ। ਕਿੰਨੀ ਸੌਖੀ ਗੱਲ ਹੈ। ਭਗਵਾਨ ਦੇ ਅੱਗੇ ਨੱਕ ਰਗੜਦੇ ਹੋ, ਕਿਉਂਕਿ ਜੇ ਤੁਸੀਂ ਕੰਚਨ ਲੋਹੇ 'ਚ ਫਰਕ ਸਮਝਦੇ ਹੋ ਤਾਂ ਭਗਵਾਨ ਦੇ ਅੱਗੇ, ਮੂਰਤੀ ਦੇ ਅੱਗੇ ਨੱਕ ਰਗੜਨੇ ਪੈਂਦੇ ਨੇ। ਜੇ ਬਰਾਬਰ ਸਮਝੋ, ਨੱਕ ਰਗੜਨ ਦੀ ਲੋੜ ਹੀ ਨਹੀਂ। ਉਹ ਇਹਨਾਂ ਦਾ ਤਾਂ ਭਗਵਾਨ ਸੋਨੇ ਦੇ ਮਗਰ ਤੁਰਿਆ ਫਿਰਦਾ। ਜਿਹਨੂੰ ਕਹਿੰਦੇ ਨੇ ਰਾਮਚੰਦਰ ਨੂੰ ਭਗਵਾਨ ਸੋਨੇ ਦਾ ਮਿਰਗ ਦੇਖ ਕੇ ਉਹਦੀ ਮਗਰ ਭੱਜਿਆ ਵੀ ਇਹਨੂੰ ਫੜ ਲਈਏ। ਅਸਲੀ ਭਗਵਾਨ ਹੋਇਆ ਜਿਹੜਾ ਸੋਨੇ ਕੰਚਨ ਨੂੰ ਬਰਾਬਰ ਸਮਝੇ, ਲੋਹੇ ਨੂੰ ਔਰ ਸੋਨੇ ਨੂੰ ਬਰਾਬਰ ਸਮਝੇ। ਲੋਹਾ ਕੰਚਨ ਸਮ ਕਰ ਜਾਣੇ ਸੋ ਮੂਰਤ ਭਗਵਾਨ। ਤੇਰਾ ਜਨ ਐਸਾ ਸਵਰਨ ਤੈਸੀ ਉਸ ਮਾਟੀ,
ਤੈਸਾ ਅੰਮ੍ਰਿਤ ਤੈਸੀ ਵਿਖਾਟੀ। ਇਹ ਬ੍ਰਹਮ ਗਿਆਨੀ ਦੀ ਅਵਸਥਾ, ਭਗਵਾਨ ਦੀ ਅਵਸਥਾ ਤਾਂ ਛੋਟੀ ਹੈ। ਜਿਹੜਾ ਇਹਨਾਂ ਦਾ ਭਗਵਾਨ ਉਹ ਛੋਟੀ ਅਵਸਥਾ ਹੈ, ਉਹ ਬ੍ਰਹਮ ਗਿਆਨੀ ਨਹੀਂ ਹੈ। ਕ੍ਰਿਸ਼ਨ ਬ੍ਰਹਮ ਗਿਆਨੀ ਨਹੀਂ ਹੈ, ਰਾਮ ਬ੍ਰਹਮ ਗਿਆਨੀ ਨਹੀਂ ਹੈ। ਇਸ ਕਰਕੇ 24 ਅਵਤਾਰਾਂ ਜ਼ਰੂਰ ਨੇ, ਉਹ 10 ਅਵਤਾਰਾਂ ਦੇ ਵਿੱਚ ਨਹੀਂ ਲਏ ਹੋਏ ਦਸਮ ਪਾਤਸ਼ਾਹ ਦੇ। 10 ਅਵਤਾਰ ਬ੍ਰਹਮ ਗਿਆਨੀ ਨੇ 24 ਅਵਤਾਰਾਂ 'ਚ। ਆ ਕ੍ਰਿਸ਼ਨ ਆ ਰਾਮ ਬ੍ਰਹਮ ਗਿਆਨੀ ਨਹੀਂ, ਇਹ ਨਹੀਂ ਉਹਨਾਂ 'ਚ ਗਣਿਆ ਹੋਇਆ। ਤੇਰਾ ਜਨ ਏਕ ਆਦ ਕੋਈ, ਕਾਮ ਕ੍ਰੋਧ ਲੋਭ ਮੋਹ ਵਿਵਰਜਿਤ, ਹਰ ਪਦ ਚੀਨੇ ਸੋਈ। ਤੇਰਾ ਜਨ ਹੈ ਜਿਹੜਾ ਕੋਈ, ਜਿਹੜਾ ਤੇਰਾ ਬੰਦਾ ਹੈ ਕੋਈ ਉਹਦਾ ਬਿਰਲਾ ਹੈ ਜਿਹੜਾ ਹਰ ਪਦ ਨੂੰ ਖੋਜ ਲਵੇ, ਆਪਣੇ ਮੂਲ ਨੂੰ ਖੋਜ ਲਵੇ। ਹਰ ਪਦ ਹੁੰਦਾ ਆਪਣਾ ਮੂਲ, ਆਪਣੇ ਮੂਲ ਨੂੰ ਜੇ ਕੋਈ ਪਛਾਣ ਲਵੇ ਉਹਦਾ ਕੋਈ ਬਿਰਲਾ ਹੈ। ਹਰ ਪਦ ਚੀਨੇ ਕੋਈ। ਕਾਮ ਕ੍ਰੋਧ ਲੋਭ ਮੋਹ ਵਿਵਰਜਿਤ। ਕਾਮ ਕ੍ਰੋਧ ਲੋਭ ਮੋਹ ਇਹਦੇ ਵਿੱਚ ਵਿਵਰਜਿਤ ਨੇ, ਘਰ 'ਚ ਨਹੀਂ ਵੜਨੇ ਚਾਹੀਦੇ ਜੇ ਤੁਸੀਂ ਸਿੱਖ ਬਣਨਾ। ਕਾਮ ਕ੍ਰੋਧ ਲੋਭ ਮੋਹ ਗੁਰਦੁਆਰੇ 'ਚ ਨਹੀਂ ਵੜਨੇ, ਇਹਦੀ ਗੱਲ ਨਹੀਂ ਹੋਣੀ ਚਾਹੀਦੀ। ਉਹ ਤੇ ਹੁੰਦੀ ਉਹ ਕਾਮਨਾਵਾਂ ਪੂਰੀਆਂ ਕਰਨ ਦੀ ਗੱਲ ਹੈ। ਜਾਂਦੇ ਹੀ ਅਸੀਂ ਤਾਂ, ਜੇ ਕਾਮਨਾਵਾਂ ਉਹ ਕਹਿ ਦੇਣ ਇੱਥੇ ਨਹੀਂ ਪੂਰੀਆਂ ਹੁੰਦੀਆਂ, ਗੱਲ ਨਾ ਕਰਿਓ ਗੁਰਦੁਆਰੇ 'ਚ। ਬਿਲਕੁਲ ਲੋਕ ਜਾਣ ਤੇ ਹਟ ਜਾਣਗੇ, ਅਖੰਡ ਪਾਠ ਕਰਾਉਣ ਤੇ ਹਟ ਜਾਣਗੇ, ਅਰਦਾਸਾਂ ਕਰਾਉਣ ਤੇ ਹਟ ਜਾਣਗੇ। ਇਹ ਤਾਂ ਲੋਭ ਕ੍ਰੀਏਟ ਕਰਕੇ ਇਹਨਾਂ ਨੇ ਗਾਹਕ ਬਣਾਏ ਹੋਏ ਨੇ। ਸਿੱਖਣੀਆਂ ਵਾਲੇ ਗਾਹਕ ਨੇ, ਜਿਵੇਂ ਦੁਕਾਨ ਤੇ ਗਾਹਕ ਹੁੰਦੇ ਨੇ ਨਾ, ਉਹ ਤਾਂ ਗਾਹਕ ਨੇ। ਅਰਦਾਸ ਕਰਾ ਕੇ ਚਲੇ ਜਾਂਦੇ ਨੇ। ਅਰਦਾਸ ਕੀ ਹੈ? ਅਰਦਾਸ ਇੱਕ ਝੂਠਾ ਲਾ ਰਹਾ ਹੈ, ਮਾਇਆ ਦੀ ਅਰਦਾਸ ਝੂਠਾ ਲਾ ਰਹਾ ਹੈ। ਅਰਦਾਸ ਹੈ ਹੀ ਨਹੀਂ ਗੁਰਬਾਣੀ 'ਚ। ਅਰਦਾਸ ਸੰਤੋਖ ਦੀ ਹੈ। ਯਾ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ, तो मात पिता हम बारक तेरे, तुम्हारी कृपा में सु कनेरे, कोई न जाने तुम राम ऊंचे तो ऊंचा भगवंत, सगल समगरी तुमरे सूत्र धारी, तुम ते होए सो आज्ञाकारी, तुमरी गत में तुम्हें जानी नानक दास। या तो सदा कुर्बानी, या तो यह अरदास है। वो अरदास जी असीं करते हैं कित्थे गुरबाणी च? यह अरदास है मनमुखा की बनाई हुई। मनमुखा ने प्लान बना लिया भी अरदास बदल दो, भीड़ हो जू गुरुद्वारियां च। गुरमत पलटती सारी, भीड़ जो करनी सी। भीड़ ने चढ़ावा होता, लोभी नूं लोभ दे के जिवें संत करदे सी ना, तू तां सानूं नगद दे जा, तेरी असीं अरदास कर देंगे। फिर वो आपे कर लवे अरदास, मूर्खता हो जिहड़ा उन्हां दा कराउंदा। अरदास आपे कर लवे, परमेश्वर तां सब कुछ जानदा है, तू आप दा मंगदा नहीं, परमेश्वर ते आकड़ रखदा। या ये समझदा मैं अपराधियां मैनूं देना नहीं, फिर तैनूं संत दे कहे ते क्यों दे दूंगा? जो अपराधी समझदा उत्थे नहीं सिफारिश चलदी है किसी दी। अपराधी वो संत है, अपराधी वो बंदा जिहड़ा अरदास करदा है, उहनूं कहे भी तू आपे कर लै, तू कदे नहीं करदा? तू तां नहीं करदा, खोट है। तू भी सिख है, मैं भी सिख हां। सिख एक सिख तो अरदास करावे, ਇਹਦਾ ਮਤਲਬ ਉਹ 'ਚ ਖੋਟ ਹੈ, ਕੋਈ ਕਮੀ ਹੈ, ਆਪਣੀ ਖੋਟ ਦੂਰ ਕਰ ਲਵੇ। ਫਿਰ ਮਾਇਆ ਦੀ ਅਰਦਾਸ ਤਾਂ ਕਰਾਉਣ ਦਾ ਹੁਕਮ ਹੀ ਨਹੀਂ ਹੈ। ਮਾਇਆ ਦਾ ਸੁੱਖ ਦੀ ਅਰਦਾਸ ਕਰਾਉਣ ਦੀ ਲੋੜ ਨਹੀਂ ਹੈ, ਇਜਾਜ਼ਤ ਨਹੀਂ ਹੈ, ਕਿਉਂਕਿ ਸੁੱਖ ਰੋਗ ਹੈ, ਦੁੱਖ ਦਾਰੂ ਹੈ। ਸਾਰੀ ਅਰਦਾਸ ਸਾਡੀ ਪੁੱਠੀ ਹੈ। ਸੁੱਖਾਂ ਦੀ ਦੇਹ ਰੋਗਤਾ ਦੀ ਅਰਦਾਸ ਹੈ, ਦੇਹ ਰੋਗਤਾ ਰੋਗ ਹੈ। ਦੇਹ ਦੀ ਅਰੋਗਤਾ ਮਨ ਨੂੰ ਰੋਗੀ ਬਣਾਉਂਦੀ ਹੈ। ਮਨ ਰੋਗੀ ਬਣ ਜੂਗਾ ਉਹਦੇ 'ਚ। ਜੇ ਦੇਹ ਦਾ ਰੋਗ ਹੋਇਆ, ਮਨ ਰੋਗੀ ਬਣ ਜੂਗਾ। ਜੇ ਮੰਜੇ ਦੇ ਪਿਆ ਤਾਂ ਰੱਬ ਨੂੰ ਯਾਦ ਕਰਦਾ, ਰੱਬ ਨੂੰ ਯਾਦ ਕਰਨਾ ਬੰਦ ਕਰ ਦੂਗਾ। ਫਿਰ ਉਹ ਜੇ ਰਾਜੀ ਹੋ ਗਿਆ, ਰਾਜੀ ਹੋ ਕੇ ਕੰਮ ਧੰਦੇ ਲੱਗ ਜੂਗਾ, ਉਹ ਛੱਡ ਦੂਗਾ। ਫਿਰ ਕੀ ਕਰਨਾ ਉਹਨੇ? ਜੇ ਕਰਮ ਦੇ ਵਿੱਚ ਸੀ ਲਿਵ ਲੱਗੀ ਹੋਈ ਸੀ, ਬਾਹਰ ਆ ਗਿਆ ਛੁੱਟ ਗਈ ਲਿਵ। ਇਹ ਪੁੱਠੀ ਗੱਲ ਹੈ, ਨਹੀਂ ਸਮਝ ਆ ਸਕਦੀ ਆਮ ਆਦਮੀ ਦੀ ਗੱਲ ਕੀ ਹੈ।
ਨਾਲੇ ਕਿਹੜਾ ਵਿਸ਼ਵਾਸ ਕਰਦਾ ਕੋਈ। ਪੜ੍ਹਦੇ ਨੇ ਬਾਣੀ, ਬਾਣੀ ਤਾਂ ਜੋ ਸੁਣੀ ਵੀ ਨਹੀਂ ਸਮਾਰ ਕੇ ਸਿੱਖਾਂ ਨੇ, ਪੜ੍ਹ ਜਾਂਦੇ, ਸੁਣੀ ਨਹੀਂ ਹੈਗੀ। ਜੇ ਸੁਣ ਲੈਂਦੇ ਬਦਲ ਜਾਂਦਾ ਸਭ ਕੁਝ, ਸੁਣਿਆ ਹੀ ਨਹੀਂ ਹੈ ਜੀ। ਹਾਂਜੀ, ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਇਹ ਗੱਲ ਸੁਣੀ ਹੁੰਦੀ, ਇੱਕ ਸੰਤ ਨਾ ਰਹਿਣ ਹੁੰਦਾ ਅੱਜ ਸਾਡੇ। ਇਹ ਤਾਂ ਮਾਇਆ ਹੈ, ਬੇਇਨਸਾਫ ਕਰਨੀ ਮਾਇਆ ਹੈ। ਇਹ ਰਜਗੁਣ ਤਮਗੁਣ ਸਤਗੁਣ, ਸਤਗੁਣ ਹੈ ਜਾਂ ਤੇ ਜ਼ਿਆਦਾ ਸਤੋਗੁਣ। ਜੇ ਪ੍ਰਪੰਚ ਨਾ ਵੀ ਹੋਵੇ ਤਾਂ ਸਤੋਗੁਣ। ਇਹ ਤਾਂ ਮਾਇਆ। ਫਿਰ ਇੱਥੇ ਹੀ ਫਸ ਗਿਆ। ਇਹ ਤੀਜੀ ਖਾਈ ਹੈ ਮਾਇਆ ਦੀ, ਇਹ ਜੋ ਡਿੱਗਿਆ ਹੋਇਆ ਨਿਕਲਦਾ ਹੀ ਨਹੀਂ ਹੈ। ਜਿਹੜਾ ਪ੍ਰਪੰਚ ਵਾਲੀ ਖਾਈ 'ਚ ਫਸ ਗਿਆ, ਕਬੀਰ ਕਹਿੰਦੇ ਦੁਆਇਵਰ ਕੋਟ ਔਰ ਤੇਵਰ ਖਾਈ। ਦੋ ਤਾਂ ਕੋਟ ਕੰਧਾਂ ਨੇ, ਦੋ ਕੰਧਾਂ, ਇੱਕ ਤਾਂ ਹੋਮੇ ਦੀ ਕੰਧ ਹੈ, ਵਿੱਚ ਹੋਮੇ ਭੀਤ ਕਰਾਰੀ। ਉਹ ਤਾਂ ਹੈਗਾ ਸਰੀਰ ਆ, ਕਲਪਨਾ ਸਾਡੀ ਜਾਂ ਮੈਂ ਜਿਹੜੀ। ਦੂਆ ਕੋਟ ਅੰਦਰ ਭਰਮ ਦਾ, ਇੱਕ ਹੋਰ ਕੋਟ ਹੈ, ਉਹ ਆਤਮਾ ਦੇ ਆਲੇ ਦੁਆਲੇ ਭਰਮ ਦਾ ਕੋਟ। ਇੱਕ ਚੇਤਰ ਮਨ ਦੇ ਵਿਚਾਲੇ ਹੈ ਪਹਿਲਾਂ ਤਾਂ, ਵਿੱਚ ਹੋਮੇ ਭੀਤ ਕਰਾਰੀ। ਜੇ ਦੋ ਇੱਕ ਵੀ ਹੋ ਜਾਣ ਨਾ, ਫਿਰ ਭਰਮ ਦਾ ਕੋਟ ਹੈ ਦੋਹਾਂ ਦੇ ਅੱਗੇ, ਫਿਰ ਉਹ ਤੋੜਨਾ। ਉਹ ਨਾਮ ਨਾ ਟੁੱਟੂਗਾ। ਪ੍ਰੇਮ ਪਲੀਤਾ ਸੁਤਾ ਹਵਾਈ ਗੋਲਾ ਗਿਆਨ ਚਲਾਇਆ, ਬ੍ਰਹਮਗਨ ਸਹਿਜੇ ਪ੍ਰਜਾਲੀ ਇੱਕੋ ਚੋਟ ਸਜਾਇਆ। ਉਹ ਟੁੱਟੂ। ਇਹ ਦੁਆਇਵਰ ਕੋਟ ਤੇਵਰ ਖਾਈ, ਤਿੰਨ ਖਾਈਆਂ ਨੇ, ਰਜੋ ਤਮੋ ਸਤੋ। ਉਹ ਐਡਾ ਇਹ ਜਿਹਾ ਕਿਲਾ ਹੈ, ਜਿੱਥੇ ਮਨ ਬੈਠਾ ਹੈ ਮਨ ਫੜਨਾ ਜਾ ਕੇ। ਮਨ ਕੇ ਮੈਂ ਫੜ ਲੈਣਗੇ, ਉਹ ਤਾਂ ਖਾਈ 'ਚ ਡਿੱਗੇ ਬੈਠੇ ਨੇ। ਸਾਰੀਆਂ ਫੌਜਾਂ ਲੈ ਕੇ ਖਾਈ 'ਚ ਡਿੱਪੇ। ਕਾਰਸੇ ਵਾਲੇ ਵੀ ਖਾਈ ਲੱਗੇ ਹੋਏ ਨੇ, ਖਾਈ 'ਚ ਪਏ ਨੇ ਸਾਰੇ ਹੀ। ਸਤੋਗੁਣ ਦੀ ਖਾਈ ਹੈ ਇਹ, ਮਾਇਆ ਹੈ। ਜਿੱਥੇ ਮਾਇਆ ਉੱਥੇ ਖਾਈ ਹੈ। ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਮਾਇਆ। ਜਿਹੜੇ ਆ ਖਾਂਦੇ ਨੇ ਨਾ ਗੋਲਕ ਦੇ ਪੈਸੇ, ਬਜਟ ਆ, ਇਹ ਤਾਂ ਤਮੋਗੁਣ ਹੈ। ਇਹ ਤਮੋਗੁਣ ਹੈ। ਬਜਟ ਬਣਦਾ ਵਿੱਚ ਬੇਈਮਾਨੀ ਪਹਿਲਾਂ ਹੀ ਸ਼ੁਰੂ ਹੋ ਜਾਂਦੀ, ਉਹ ਤਮੋਗੁਣ ਹੈ। ਤਮੋਗੁਣ ਨਾਲ ਵੀ ਮਾਇਆ ਦੀ ਉਹ ਇੱਛਾ। ਡਾਕੂ ਡਾਕੇ ਮਾਰਦੇ ਨੇ, ਕੋਈ ਕੁਛ ਕਰਦਾ ਗਲਤ ਤਰੀਕੇ ਨਾਲ, ਮਾਇਆ ਕਮਾਉਣੀ ਤਮੋਗੁਣ ਹੈ। ਰਜਗੁਣ ਚਲੋ ਠੀਕ ਤਰੀਕੇ ਨਾਲ ਕਮਾਉਣੀ, ਇਮਾਨਦਾਰੀ ਨਾਲ ਕਮਾਉਣੀ। ਹੁਣ ਗੁਰਦੁਆਰੇ ਦੇ ਮੁਲਾਜ਼ਮ ਨੇ, ਇਮਾਨਦਾਰ ਵੀ ਨੇ, ਜਿਹੜੇ ਤਨਖਾਹ ਤੇ ਹੀ ਆਪਣਾ ਗੁਜ਼ਾਰਾ ਕਰਦੇ ਨੇ, ਕੰਮ ਕਰਦੇ ਨੇ, ਤਨਖਾਹ ਲੈਂਦੇ ਨੇ, ਉਹ ਰਜੋਗੁਣ ਵਾਲੇ ਨੇ। ਸਤਗੁਣ ਵਾਲੇ ਨੇ ਕੁਛ, ਜਿਹੜੇ ਸੁਸਾਇਟੀਆਂ ਬਣਾ ਕੇ ਲੱਗੇ ਹੋਏ ਨੇ। ਜੋ ਇਮਾਨਦਾਰ ਵੀ ਨੇ ਤਾਂ ਵੀ ਮਾਇਆ 'ਚ ਨੇ ਉਹ। ਜੇ ਪੂਰੇ ਇਮਾਨਦਾਰ ਵੀ ਨੇ ਨਾ, ਪੂਰਾ ਇਮਾਨਦਾਰ ਸੀ ਕਬੀਰ ਜਾਂ ਮਾਲਾ ਫੇਰਦਾ ਸੀ, ਤਾਂ ਵੀ ਫਸਿਆ ਹੋਇਆ ਸੀ। ਉਹ ਅਵਸਥਾ ਗੁਰੂ ਨਾਨਕ ਦੀ ਸੀ ਨਾ, ਗੁਰੂ ਅਮਰਦਾਸ ਦੀ ਔਰ ਗੁਰੂ ਅੰਗਦ ਦੀ ਅਵਸਥਾ ਉਹੀ ਸੀ। ਆ ਖਾਈ ਵਾਲੀ ਅਵਸਥਾ ਸੀ। ਅਜੋ ਜਿਹਨੂੰ ਇੱਕ ਦਾ ਗਿਆਨ ਨਹੀਂ ਹੈ, ਨਿਰਾਕਾਰ ਦਾ ਗਿਆਨ ਨਹੀਂ, ਉਹ ਖਾਈ 'ਚ ਹੈ। ਕਿੱਡਾ ਹੀ ਸੰਤ ਹੋਵੇ ਚਾਹੇ, ਉਹ ਖਾਈ 'ਚ। ਉਸ ਖਾਈ 'ਚੋਂ ਕੱਢਿਆ ਗੁਰੂ ਕਰਨਾ, ਉਸੇ ਖਾਈ 'ਚੋਂ ਅੰਗਦ ਨੂੰ ਕੱਢਿਆ, ਉਸੇ ਖਾਈ 'ਚੋਂ ਗੁਰੂ ਅਮਰਦਾਸ ਨੂੰ ਕੱਢਿਆ। ਖਾਈ 'ਚੋਂ ਬਾਹਰ ਨਿਕਲ ਗਏ, ਫਿਰ ਪਤਾ ਲੱਗਿਆ ਉਹਨਾਂ ਨੂੰ ਵੀ ਬਾਹਰ ਕੀ ਹੈ। ਫਿਰ ਸੱਚਖੰਡ ਤੇ ਗਏ ਨੇ। ਇਹ ਤਾਂ ਖਾਈ ਹੈ। ਰਾਜਗੁਣ ਤਾਂ ਹਿੰਦੂ ਮਤ ਇਹ ਖਾਈ ਤੋਂ ਗਾਹਾਂ ਹੈ ਉਹ ਨਹੀਂ। ਸੰਤਾਂ ਨੂੰ ਇਹ ਖਾਈ ਤੋਂ ਗਾਹਾਂ ਪਤਾ ਹੀ ਨਹੀਂ। ਇਹ ਤਾਂ ਸਤੋਗੁਣ ਤੇ ਖੜੇ ਨੇ, ਪਰਉਪਕਾਰ ਤੇ ਲੋਕ ਭਲਾਈ ਤੇ। ਲੋਕ ਭਲਾਈ ਕੀ ਹੈ? ਸਤੋਗੁਣ। ਜੇ ਇਮਾਨਦਾਰੀ ਨਾ ਹੋਵੇ ਤਾਂ, ਜੇ ਪੂਰੀ ਇਮਾਨਦਾਰੀ ਨਾ ਹੋਵੇ ਤਾਂ ਵੀ ਖਾਈ ਹੈ, ਮਾਇਆ ਹੈ। ਮਾਇਆ ਜੇ ਰਹੂਗਾ ਅਗਲੇ ਜਨ ਮਾਇਆ ਚ ਲੈਂਦਾ ਰਹੂ, ਜਿੰਨਾ ਚਿਰ ਅੱਗੇ ਨਹੀਂ ਵੱਧਦਾ। ਜੇ ਕਿਤੇ ਇੱਥੇ ਨੀਅਤ ਵਿਗੜ ਗਈ ਕਿਸੇ ਵੇਲੇ, ਫਿਰ ਨਰਕ ਚ ਗਿਆ ਸਿੱਧਾ ਹੀ। ਫਿਰ ਰਜੋਗੁਣ ਚ ਨਹੀਂ ਜਾਂਦਾ, ਫਿਰ ਤਮੋਗੁਣ ਚਲੇ ਜਾਂਦਾ ਹੈ ਸਿੱਧਾ, ਇੱਥੋਂ ਨਰਕ ਚਲੇ ਜਾਂਦਾ ਹੈ। ਬੜੀ ਖਤਰਨਾਕ ਖੇਡ ਹੈ।
ਬਹੁਤ ਖਤਰਨਾਕ ਹੈ। ਸਤੋਗੁਣ ਵੱਲ ਤਾਂ ਅਟਕਣਾ ਨਹੀਂ ਚਾਹੀਦਾ। ਸਤੋਗੁਣ ਵਾਲੀ ਖਾਈ ਤੇ ਤਾਂ ਡਿੰਗ ਪੱਟ ਕੇ ਲੰਘ ਜਾਣਾ ਚਾਹੀਦਾ ਫਟਾਫਟ। ਇੱਥੇ ਪ੍ਰਪੰਚ ਰਚਿਆ ਜਾਂਦਾ। ਪਾਉ ਭਗਤ ਭਗਵਾਨ ਹਿਤ ਮਾਇਆ ਲਿਪਤਨ ਰਾਂਚੇ ਕਹਿ ਕੇ ਕਿਹਾ ਸੀ ਬਿਰਲੇ ਕਹੀਏ ਨਾਨਕਾ ਜੇ ਨਾ ਰਚੇ ਪ੍ਰਪੰਚ। ਇਹ ਪ੍ਰਪੰਚ ਹੈ। ਗੁਰੂ ਇਕਬਾਲ ਸਿੰਘ ਨੇ ਪ੍ਰਪੰਚ ਰਚਿਆ, ਜੋਸ਼ੀ ਨੇ ਪ੍ਰਪੰਚ ਰਚਿਆ ਸੀ, ਤਾਂ ਹੀ ਤਾਂ 3 ਕਰੋੜ ਖਾ ਗਿਆ ਉਹਦਾ। ਉਹ ਲੱਗਿਆ ਹੋਇਆ ਪ੍ਰਪੰਚ ਸੀ। ਇਹ ਸਭ ਪ੍ਰਪੰਚ ਨੇ। ਉੱਥੇ ਫਸ ਜਾਂਦੇ ਨੇ। ਸਮਝਿਆ ਨਹੀਂ? ਕਾਰ ਸੇਵਾ ਵਾਲੇ ਪੈਸੇ ਦੇ ਕੇ ਕਾਰ ਸੇਵਾ ਕਿਉਂ ਲੈਂਦੇ ਨੇ? ਪ੍ਰਪੰਚ ਹੈ। ਕਾਰ ਸੇਵਾ ਖਾਤਰ ਲੜਾਈਆਂ ਕਿਉਂ ਹੁੰਦੀਆਂ? ਪ੍ਰਪੰਚ ਹੈ। ਇਹ ਪ੍ਰਪੰਚ ਹੈ। ਚਾਹੇ ਦੁਨੀਆ ਦੀ ਵਡਿਆਈ ਹੈ, ਚਾਹੇ ਮਾਇਆ ਦਾ ਨਸ਼ਾ ਜਿਹੜਾ ਜੇਬ 'ਚ, ਇਹ ਪ੍ਰਪੰਚ ਹੈ ਸਭ। ਗੁਰਦੁਆਰਾ ਇਲੈਕਸ਼ਨ ਕੀ ਹੈ? ਪ੍ਰਪੰਚ ਹੈ। ਸਭ ਪ੍ਰਪੰਚ ਹੈ। ਗੁਰਮਤਿ ਦਾ ਵਿਰੁੱਧ ਨੇ ਸਾਰੇ। ਗੁਰਮਤਿ ਨਹੀਂ ਕੋਈ ਚਾਹੁੰਦਾ। ਇੱਧਰ ਧਿਆਨ ਕਿਉਂ? ਇੱਧਰ ਧਿਆਨ ਨਹੀਂ ਜਾਣ ਦਿੰਦਾ ਹੈ। ਫਿਰ ਨਹੀਂ ਜਾਣ ਦਿੰਦੇ, ਗਾਹ ਨਹੀਂ, ਉੱਥੇ ਹੀ ਜੋੜ ਲੈਂਦੇ ਨੇ। ਸਤੋਗੁਣ ਦੇ ਅੱਗੇ ਹੈ ਹੀ ਨਹੀਂ ਕੁਛ। ਸਤੋਗੁਣ ਦੇ ਅੱਗੇ ਤਾਂ ਤੁਰਿਆ ਪਾਦਾ। ਫਿਰ ਉਹਦੀ ਤਾਂ ਗੱਲ ਨਹੀਂ ਕਿਤੇ। ਟੀਕਿਆਂ 'ਚ ਉਹਦਾ ਜ਼ਿਕਰ ਹੀ ਨਹੀਂ ਹੈ। ਤੁਰਿਆ ਪਾਦਾ। ਹਿੰਦੂ ਮਤ ਦੇ ਜਿਹੜੇ ਮੁਕਤੀ ਤੇ ਖੜੇ ਨੇ ਲੋਕ, ਉਹ ਇੱਥੇ ਹੀ ਖੜੇ ਨੇ। ਉਹ ਮੁਕਤੀ ਵਾਲੀ ਪੜ੍ਹਾਈ ਹੈ। ਮੁਕਤੀ ਤੋਂ ਗਾਹਾਂ ਦਾ ਤਾਂ ਪਤਾ ਹੀ ਨਹੀਂ ਕਿਸੇ ਨੂੰ ਗੱਲ ਕੀ ਹੈ। ਗੁਰਬਾਣੀ ਦੇ ਸਮਾਂ ਮੁਕਤੀ ਦੀ ਗੱਲ ਨਹੀਂ ਕਰਦਾ। ਮੁਕਤੀ ਦੇ ਗਾਹਾਂ ਮੁਕਤ ਬੱਪੜੀ ਵੀ ਗਿਆਨੀ ਤਿਆਗਾਂ। ਜਿਹਨੂੰ ਸੱਚਖੰਡ ਦਾ ਗਿਆਨ ਹੈ, ਮੁਕਤੀ ਤਿਆਗਦਾ। ਉਹ ਸਤੋਗੁਣ ਦੀ ਖਾਈ ਤਿਆਗਦਾ। ਇੱਥੇ ਤਾਂ ਬੜਾ ਆਨੰਦ ਮੰਨਦੇ ਨੇ ਸਤੋਗੁਣ ਦੀ ਖਾਈ 'ਚ। ਇਹ ਖਾਈ 'ਚ ਡਿੱਗੇ ਹੋਏ ਆਨੰਦ ਮੰਨਦੇ ਨੇ। ਇੱਥੇ ਤਸੱਲੀ ਉਹਨਾਂ ਨੂੰ ਖਾਈ ਦੇ ਵਿੱਚ। ਹਾਂਜੀ, ਰਜਗੁਣ ਤਮਗੁਣ ਸਤਗੁਣ ਕਹੀਏ ਇਹ ਤੇਰੀ ਸਭ ਮਾਇਆ। ਮਾਇਆ ਇੱਥੇ ਤੱਕ ਮਾਇਆ, ਸਤੋਗੁਣ ਤੱਕ ਵੀ ਮਾਇਆ। ਇਹ ਤਿੰਨੇ ਮਾਇਆ ਦੇ ਵਿੱਚ ਨੇ। ਮਾਇਆ ਦੇ ਵਿੱਚ ਸੰਤੋਖ ਨਹੀਂ ਹੁੰਦਾ। ਸਤੋਗੁਣ ਵਾਲੇ ਨੂੰ ਸੰਤੋਖ ਨਹੀਂ ਹੈ। ਕਾਲਸੇ ਵਾਲਿਆਂ ਨੂੰ ਅਰਬਾਂ ਖਰਬਾਂ ਰੁਪਈਏ ਦੇ ਦਿਓ, ਕਦੇ ਨਹੀਂ ਮਨਾ ਕਰਦੇ। ਉਹ ਕਹਿਣਾ ਅਸੀਂ ਕਰਨਾ ਨੇ, ਜਿੰਨੇ ਮਰਜ਼ੀ ਦੇ ਦਿਓ, ਕਦੇ ਨਹੀਂ ਮਨਾ ਕਰਦੇ। ਸੰਤ ਨੂੰ ਕਿਸੇ ਨੂੰ ਅਰਬਾਂ ਖਰਬਾਂ ਦੇ ਦਿਓ, ਕਦੇ ਨਹੀਂ ਮਨਾ ਕਰਦੇ। ਮਾਇਆ ਇੱਥੇ ਤੱਕ। ਕੰਚਨ ਲੋਹਾ ਬਰਾਬਰ ਨਹੀਂ ਸਮਝਿਆ ਹੋਇਆ। ਜੇ ਲੋਹਾ ਕੰਚਨ ਬਰਾਬਰ ਸਮਝਦੇ ਫਿਰ ਕਹਿੰਦੇ ਵੀ ਅਸੀਂ ਮਾਇਆ ਕੀ ਕਰਨੀ ਹੋਈ, ਅਸੀਂ ਬਦਲਣਾ। ਇਹਨੂੰ ਕਿੱਥੇ ਖਰਚ ਕਰਾਂਗੇ? ਤੇ ਤੋਂ ਲੈ ਕੇ ਅਸੀਂ ਜਵਾਬਦੇਹੀ ਸਾਡੀ ਹੋ ਗਈ ਤਾਂ ਦੇਤੀ। ਜੇ ਸਾਤੋਂ ਗਲਤ ਖਰਚ ਕੀਤੀ ਗਈ, ਆਪਣੇ ਨੂੰ ਆਪੇ ਕਰ ਲਾ ਖਰਚ। ਅਸੀਂ ਸਿਰਦਰਦੀ ਕਿਉਂ ਲਈਏ ਤੇਰੀ ਮਾਇਆ ਦੀ? ਸਾਨੂੰ ਕੀ ਲੋੜ ਪਈ ਹੈ? ਤੂੰ ਆਪੇ ਕਰ ਲੈ ਖਰਚ ਜਿੱਥੇ ਕਰਨੀ। ਜੇ ਤੈਨੂੰ ਫਿਕਰ ਹੁਣ ਇਕੱਠੀ ਗੱਲ ਨੂੰ ਕੀਤੀ ਤੇ ਨਾ ਕਰਦਾ ਇਕੱਠੀ। ਉਹਦੇ ਨੇ ਗਰੀਬ ਨੇ ਵੰਡਦੇ ਜਾ ਕੇ। ਜੇ ਤੈਨੂੰ ਬੋਝ ਲੱਗਦਾ ਹੈ, ਗਰੀਬ ਬਥੇਰੇ ਨੇ, ਲੰਗਰ ਲਾ ਦੇ। ਬਥੇਰੇ ਰੋਗੀ ਨੇ, ਬਥੇਰੇ ਅਪਾਹਜ ਨੇ, ਬਥੇਰੇ ਹੋਰ ਗਰੀਬ ਨੇ। ਜਿੱਥੇ ਮਨ ਕਰਦਾ, ਜੇ ਮਨ ਤੇਰਾ ਉੱਥੇ ਕਰੂ ਜਿੱਥੇ ਦਵਾਊਗਾ। ਜਿੱਥੇ ਮਨ ਕਰਦਾ ਦੇਈ ਜਾ। ਹਾਂਜੀ, ਚੌਥੇ ਪਦ ਕੋ ਜੋ ਨਰ ਚੀਨੇ। ਚੌਥੇ ਪਦ ਕੋ ਜੋ ਨਰ ਚੀਨੇ। ਚੌਥਾ ਪਦ ਹੈ ਤਿੰਨ ਹੀ ਪਰਮ ਪਦ ਖਾਲਸਾ। ਚੌਥੇ ਪਦ ਤੇ ਨੇੜੇ ਖੜਦਾ ਹੀ ਨਹੀਂ ਹੈ, ਝਾਕਦਾ ਹੀ ਨਹੀਂ ਹੈ। ਸੰਸਾਰ ਨੂੰ ਦੇਖਣਾ ਤਾਂ ਹੀ ਬੰਦ ਕੀਤਾ ਸੀ। ਸੰਸਾਰ 'ਚ ਬੜੇ ਦੁਖੀ ਦੀਨ ਨੇ, ਉਹ ਖਿੱਚ ਲੈਣਗੇ ਤੁਹਾਡਾ ਧਿਆਨ। ਉਹ ਦੁਖੀ ਦੀਨ ਕਿਹਨੇ ਬਣਾਏ ਨੇ? ਪਰਮੇਸ਼ਰ ਨੇ ਬਣਾਏ ਨੇ। ਉਹ ਬਥੇਰੀ ਇੱਥੇ ਚੀਰ ਫਾੜ ਹੋ ਰਹੀ ਹੈ। ਬਥੇਰੇ ਦਵਾਈ ਪਾਉਂਦੇ ਨੇ ਨਿਆਣੇ ਵੀ ਅਸੀਂ ਨਹੀਂ ਟੀਕਾ ਲਵਾਉਣਾ। ਜੇ ਟੀਕਾ ਨਾ ਲਾਊ ਨਿਆਣਾ ਮਰ ਜੂਗਾ। ਉਹ ਬਥੇਰੇ ਨੂੰ ਢਾ ਕੇ ਦਵਾਈ ਦਿੱਤੀ ਜਾਂਦੀ ਹੈ। ਬੱਚੇ ਨਹੀਂ ਕਹਿੰਦਾ ਮਰਜ਼ੀ ਹੈ, ਚਾਹੇ ਦਵਾਈ ਨਹੀਂ ਲੈਣੀ। ਇਹਨਾਂ ਵੱਲਾਂ ਝਾਕੋ ਵੀ ਕਿਉਂ ਹੈ ਭਾਈ ਨਿਆਣੇ ਨੂੰ ਕਿ ਤੁਸੀਂ ਤੰਗ ਕਰਦੇ ਹੋ? ਛੱਡੋ, ਹਟੋ ਪਰੇ, ਮੈਂ ਨਹੀਂ ਦਵਾਈ ਦੇਣ ਦੇਣੀ। ਕਹਿੰਦਾ ਕੋਈ? ਇੱਥੇ ਨਹੀਂ ਕਹਿੰਦਾ।
ਪਤਾ ਵੀ ਉਹਦੇ ਫਾਇਦੇ ਖਾਤਰ ਹੈ। ਪਰਮੇਸ਼ਰ ਦਾ ਨਹੀਂ ਪਤਾ, ਜਿਹੜਾ ਦੁੱਖ ਦਿੰਦਾ ਦਾਰੂ ਦਿੰਦਾ ਉਹ ਤੇ ਨਹੀਂ ਧਿਆਨ ਹੈ। ਜੇ ਤਾਂ ਸੁਣ ਲੈਂਦੇ ਗੁਰਬਾਣੀ ਫਿਰ ਤਾਂ ਇਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਦਾਰੂ ਹੈ। ਜਦੋਂ ਦੇਖਦੇ ਨੇ ਸੰਸਾਰੀ ਦ੍ਰਿਸ਼ਟੀ ਨਾਲ ਦੇਖਦੇ ਨੇ ਇਹਨੂੰ। ਜੇ ਪਰਮੇਸ਼ਰ ਦੀ ਦ੍ਰਿਸ਼ਟੀ ਨਾਲ ਦੇਖਦੇ, ਜਿਨ੍ਹਾਂ ਨੇ ਪਰਮੇਸ਼ਰ ਦੀ ਦ੍ਰਿਸ਼ਟੀ ਪੈਦਾ ਹੋ ਗਈ, ਉਹ ਕਹਿੰਦਾ ਨੇਤਰੋ ਮੇਰੇ ਹੋ, ਇਹ ਨੇਤਰੋ ਮੇਰੇ ਹੋ, ਹਰ ਤੋਂ ਮੈਂ ਜੋਤਰੀ ਹਰ ਬਿਨਾਂ ਵੱਲ ਦੇਖੋ, ਕੋਈ ਸ੍ਰਿਸ਼ਟੀ ਨੂੰ ਦੇਖੋ ਹੀ ਨਾ। ਇੱਥੇ ਦੁਖੀ ਦੀਨ ਨੇ ਦੇਖੋ ਹੀ ਨਾ ਇਹਨਾਂ ਨੂੰ, ਇਹ ਉਹਦੇ ਹੀ ਕੀਤੇ ਨੇ ਸਭ। ਤੁਹਾਡੇ ਦਿਲ 'ਚ ਖਿਆਲ ਹੈ ਜਾਓ ਜੋ ਪਰਮੇਸ਼ਰ ਦੇ ਖਿਲਾਫ ਹੋ ਜਾਓਗੇ ਵੀ ਆਹ ਰੱਬ ਨੇ ਕਿਉਂ ਮਾੜੇ ਕੀਤੇ ਨੇ, ਰੱਬ ਦਾ ਬੜਾ ਕਹਿਰ ਕਰਦਾ। ਰੱਬ ਦੇ ਖਿਲਾਫ ਖਿਆਲ ਪੈਦਾ ਹੋ ਜਾਣਗੇ ਇਹਨਾਂ ਨੂੰ ਦੇਖ ਕੇ ਤੁਹਾਡੇ। ਔਰ ਹੁੰਦੇ ਨੇ ਜਿਹੜੇ ਲੋਕ ਸੰਸਾਰ ਨੂੰ ਦੇਖਦੇ ਨੇ, ਉਹਨਾਂ ਦੇ ਵਿੱਚ ਇਹ ਖਿਆਲ ਪੈਦਾ ਹੁੰਦੇ ਨੇ ਵੀ ਰੱਬ ਨੇ ਜੀ ਐਂ ਕਿਉਂ ਬਣਾਏ ਨੇ। ਵੀ ਤੁਸੀਂ ਜਾ ਕੇ ਪੁੱਛ ਲਓ, ਸਾਤੋਂ ਕਾਹਦੇ ਪੁੱਛਦੇ ਹੋ? ਤੁਸੀਂ ਤਾਂ ਸਾਡੇ ਨਾਲ ਸਿਆਣੇ ਹੋ, ਤੁਸੀਂ ਪੁੱਛ ਲਓ ਜਾ ਕੇ ਕਿਉਂ ਬਣਾਏ ਨੇ। ਨਾਲੇ ਕਹਿੰਦੇ ਰੱਬ ਹੈ ਨਹੀਂ, ਨਾਲੇ ਕਹਿੰਦੇ ਰੱਬ ਨੇ ਕਿਉਂ ਬਣਾਏ ਨੇ। ਜਾਂ ਹੈ ਉਹ ਨਹੀਂ, ਇਹ ਆਪੇ ਬਣੇ ਹੋਣੇ ਨੇ, ਸਾਨੂੰ ਕੀ ਪਤਾ ਕਿਹਨੇ ਬਣਾਏ। ਇੱਕ ਪਾਸਾ ਕਹਿੰਦੇ ਰੱਬ ਹੈ ਉਹ ਨਹੀਂ, ਦੂਜੇ ਪਾਸੇ ਕਹਿੰਦੇ ਜੇ ਹੈਗਾ ਤਾਂ ਉਹਨੇ ਕਿਉਂ ਬਣਾਏ ਨੇ। ਜਦ ਹੈ ਉਹ ਨਹੀਂ, ਉਹ ਕਿਵੇਂ ਬਣੇ ਨੇ ਕਿਵੇਂ ਨਹੀਂ ਬਣੇ ਤੁਸੀਂ ਕਦੋਂ ਹੋਰ ਪਤਾ ਕਰ ਲਓ, ਸਾਇੰਸਦਾਨਾਂ ਤੋਂ ਕਰ ਲਓ ਪਤਾ, ਸਾਤੋਂ ਕਿਉਂ ਪੁੱਛਦੇ ਹੋ। ਜਿਹੜਾ ਬਿਲਕੁਲ ਬਦਦਮਾਗ ਆਦਮੀ ਉਹ ਧਰਮ ਤੇ ਸਵਾਲ ਕਰਦਾ, ਬਿਲਕੁਲ ਅਕਲ ਹੈ ਨਹੀਂ। ਉਹ ਜੱਟ ਨੇ ਜਿਹੜੇ ਲੋਕ। ਪਰ ਤੂੰ ਜਦ ਕਹਿੰਦਾ ਰੱਬ ਹੈ ਉਹ ਨਹੀਂ, ਫਿਰ ਰੱਬ ਨੇ ਕਿਉਂ ਬਣਾਏ ਨੇ, ਸਵਾਲ ਕਿੱਥੋਂ ਪੈਦਾ ਹੋ ਗਿਆ ਤੇਰਾ। ਹੋਰ ਬਥੇਰੇ ਤਰੀਕੇ ਨਾਲ ਸਾਇੰਸ ਦੇ ਨੇ, ਉਹਦੇ ਨਾਲ ਪਤਾ ਕਰ ਲਓ, ਬਥੇਰੀਆਂ ਕਿਤਾਬਾਂ ਨੇ ਵੀ ਕਿਉਂ ਬਣਾਏ ਨੇ, ਕਿਹਨੇ ਬਣਾਏ ਨੇ, ਕਿਵੇਂ ਬਣੇ ਨੇ। ਇਹ ਸਰਕਾਰ ਦੇ ਵਿੱਚ, ਸਰਕਾਰ ਤੇ ਕਬਜ਼ਾ ਕਰਕੇ ਕੋਝੇ ਕਰ ਦੋ। ਕਮਿਊਨਿਸਟ ਕਰਨੇ ਲੱਗੇ ਤੇ ਕੋਝੇ ਹੋ ਨਾ ਗਏ, ਕਰਨ ਲੱਗੇ ਤੇ ਨਾ ਹੋ ਨਾ ਗਏ। ਜੋ ਉਹਨੇ ਬਣਾਇਆ ਉਹਨੂੰ ਕੁਛ ਨਹੀਂ ਤੋੜ ਭੰਨ ਕਰ ਸਕਦਾ। ਕਮਿਊਨਿਸਟ ਲੀਡਰ ਆਪ ਅਮੀਰ ਬਣ ਗਏ, ਆਪ ਕਾਹਦੇ ਬਣ ਗਏ ਫਿਰ ਅਮੀਰ, ਆਪ ਕਰਪਸ਼ਨ ਕਾਹਦੇ ਆ ਗਈ ਵਿੱਚ, ਤੇ ਦੂਜੇ ਨੂੰ ਕਹਿਣਾ ਸਗਾਲਾ ਹੁੰਦਾ। ਇਸ ਕਰਕੇ ਉਹ ਕਹਿੰਦਾ ਹਰ ਬਰਾਬਰ ਨਾ ਦੇਖੋ ਕੋਈ, ਇਹ ਸੰਸਾਰ ਨੂੰ ਦੇਖੋ ਹੀ ਨਾ ਤੁਸੀਂ। ਇਹ ਬੇਸੋ ਸੰਸਾਰ 'ਚ ਤੂੰ ਦੇਖਦਾ ਹਰ ਕਾ ਰੂਪ ਹੈ, ਹਰ ਕਾ ਰੂਪ ਹੈ, ਹਰ ਆਪਣੇ ਆਪੇ ਹਰ ਦੁਖੀ, ਆਪਣੇ ਆਪੇ ਸੁਖੀ ਹੈ। ਤੁਸੀਂ ਕੀ ਲੈਣਾ, ਸਾਰਿਆਂ 'ਚ ਹਰ ਹੈ, ਜਾਂ ਹਰ ਸਾਰਿਆਂ 'ਚ ਹੈ। ਉਹ ਆਪਣੇ ਆਪੇ ਦੁਖੀ, ਆਪਣੇ ਆਪੇ ਸੁਖੀ ਹੈ। ਤੁਸੀਂ ਕੀ ਲੈਣਾ ਉੱਥੇ, ਤੁਸੀਂ ਆਪਣੀ ਗੱਲ ਕਰੋ। ਤੁਸੀਂ ਸਦਾ ਸੁੱਖ ਲੈਣਾ ਹੈ ਨਹੀਂ ਲੈਣਾ। ਤੈਨੂੰ ਕਹਿੰਦਾ ਜੇ ਸੁੱਖ ਕੋ ਚਾਹੇ ਸਦਾ ਸੜ ਰਾਮ ਕੀ ਲੈ, ਤੂੰ ਆਪਣੇ ਨਿਬੇੜ, ਉਹ ਆਪਣੇ ਨਿਬੇੜ ਲੂ। ਉਹਨੂੰ ਵੀ ਤਾਂ ਇਹ ਗੱਲ ਸੁਣ ਗਈ ਜਿਹੜੀ ਤੈਨੂੰ ਸੁਣੀ ਹੈ। ਜੇ ਉਹਨੇ ਨਹੀਂ ਦੁੱਖ, ਜੇ ਉਹਨੂੰ ਦੁੱਖ ਬੁਰਾ ਲੱਗਦਾ ਸੁੱਖ ਲੈਣਾ ਹੈ ਤਾਂ ਉਹ ਵੀ ਸੁਣ ਲਵੇ, ਸੜਨ ਰਾਮ ਕੀ ਲੈ ਲਵੇ। ਜੇ ਸੜਨ ਰਾਮ ਕੀ ਨਹੀਂ ਲੈਂਦਾ ਤੂੰ ਉਹਨੂੰ ਸੁਖੀ ਨਹੀਂ ਕਰ ਸਕਦਾ। ਜੇ ਉਹ ਸੜਨ ਰਾਮ ਕੀ ਨਹੀਂ ਲੈਂਦਾ ਤੂੰ ਸੁਖੀ ਕਰਦਾ, ਤੂੰ ਅਪਰਾਧੀ ਹੈ। ਉਹ ਸੜਨ ਰਾਮ ਕੀ ਜਾਂਦਾ ਨਹੀਂ, ਸੜਨ ਰਾਮ ਕੀ ਦੇ ਬਿਨਾਂ ਸੁਖੀ ਹੋ ਨਹੀਂ ਸਕਦਾ। ਔਰ ਤੂੰ ਉਹਨੂੰ ਸੁਖੀ ਕਰਦਾ, ਰਾਮ ਦੇ ਬਾਗੀ ਨੂੰ ਸੁਖੀ ਕਰਦਾ ਤਾਂ ਅਪਰਾਧੀ ਹੈ। ਪੁਲਿਸ ਪਿੱਛੇ ਲੱਗੀ ਹੈ ਅੱਤਵਾਦੀਆਂ ਦੇ, ਤੂੰ ਉਹਨੂੰ ਰੋਜ਼ ਸ਼ਾਮ ਨੂੰ ਰੋਟੀ ਖਿਲਾਉਣਾ, ਤੂੰ ਉਹਨੂੰ ਸ਼ੈਲਟਰ ਦਿੰਦਾ, ਤੂੰ ਅਪਰਾਧੀ ਨਹੀਂ। ਫਿਰ ਵੀ ਭਾਈ ਰਾਤ ਨੂੰ ਠੰਡ 'ਚ ਨਾ ਰਿਹਾ ਕਰੋ, ਸਾਡੇ ਆ ਜਾ ਕਰੋ, ਰੋਟੀ ਪਾਣੀ ਖਾਓ, ਬਿਸਤਰੇ ਪਏ ਨੇ ਪਇਓ, ਤੇ ਦਿਨ ਚੜ੍ਹਦੇ ਬੰਦੂਕਾਂ ਜਾ ਕੇ ਫਿਰ ਪੁਲਿਸ ਦੇ ਗਲ ਪੈ ਜਾਓ, ਫੌਜ ਦੇ ਗਲ ਪੈ ਜਾਓ। ਇਹ ਤਾਂ ਅਪਰਾਧ ਹੈ। ਇਹ ਉਹ ਸੋਚ ਹੈ। ਪਰ ਇੱਥੇ ਤਾਂ ਅਸੀਂ ਠੀਕ ਬਣਦੇ ਆ ਲੋਕ 'ਚ, ਪਰਲੋਕ ਵਾਲੀ ਰਾਜ ਨੂੰ ਮੰਨਦੇ ਹੀ ਨਹੀਂ। ਉਹ ਪਰਲੋਕ ਦਾ ਵੀ ਆਪਣਾ ਰਾਜ ਹੈ, ਉਹਦਾ ਆਪਣਾ ਸਿਸਟਮ ਹੈ। ਇਹ ਲੋਕ ਸਾਰੇ ਬਾਗੀ ਨੇ, ਬਾਗੀ ਦੁਖੀ ਹੁੰਦਾ ਨੇ, ਬਾਗੀ ਸੁਖੀ ਹੁੰਦੇ ਨੇ। ਜਿਹੜਾ ਸਰਕਾਰ ਤੋਂ ਬਾਗੀ ਹੋਊਗਾ, ਸਰਕਾਰ ਦੇ ਕਾਨੂੰਨ ਤੋਂ ਬਾਗੀ ਹੋਊਗਾ, ਉਹ ਸੁਖੀ ਕਿਵੇਂ ਉਹ ਦੁਖੀ ਰਹੂ। ਉਹ ਸਰਕਾਰ ਦੇ ਫੌਜੀ ਨੇ, ਉਹਨਾਂ ਨੂੰ ਗੋਲੀਆਂ ਮਾਰ ਕੇ ਮਾਰਦੇ ਨੇ, ਉਹ ਸੁਖੀ ਕਾਹਦੇ ਰਹਿਣਗੇ ਬਈ। ਜਿਹੜਾ ਉਹਨਾਂ ਦੀ ਮਦਦ ਕਰੂਗਾ, ਸਰਕਾਰ ਨਹੀਂ ਚੰਗਾ ਸਮਝਦੀ, ਚਾਹੇ ਸਰਕਾਰ ਭੈੜੀ ਹੈ ਚਾਹੇ ਚੰਗੀ ਹੈ। ਸੰਸਾਰ ਦੀਆਂ ਸਰਕਾਰਾਂ ਤਾਂ ਇਹੋ ਜਿਹੀਆਂ ਹੁੰਦੀਆਂ। ਇਹਦਾ ਤਾਂ ਇੱਕ ਮਿਸਾਲ ਹੀ ਦਿੱਤੀ ਹੈ ਸੰਸਾਰ ਦੀ ਸਰਕਾਰ ਦੀ।
ਗੱਲ ਤਾਂ ਆਪਾਂ ਪਰਮੇਸ਼ਰ ਦੀ ਕਰ ਰਹੇ ਹਾਂ। ਜੇ ਪਰਮੇਸ਼ਰ ਦੇ ਬਾਗੀਆਂ ਨੂੰ ਤੇ ਰਹਿਮ ਕਰੀਏ ਤੇ ਪਰਮੇਸ਼ਰ ਨਹੀਂ ਰਹਿਮ ਕਰ ਸਕਦਾ। ਤੁਸੀਂ ਕੌਣ ਹੁੰਦੇ ਹੋ ਰਹਿਮ ਕਰਨ ਵਾਲੇ? ਜੇ ਤੁਸੀਂ ਰਹਿਮ ਕਰੋਗੇ ਤਾਂ ਪਰਮੇਸ਼ਰ ਦਾ ਵਿਰੋਧ ਹੈ ਤੁਹਾਡੇ ਤੇ, ਉਹਦਾ ਵਿਰੋਧ ਕਰ ਰਹੇ ਹੋ। ਇਹ ਦ੍ਰਿਸ਼ਟੀਕੋਣ ਹੈ ਭਗਤਾਂ ਦਾ। ਸੰਸਾਰ ਨੂੰ ਚੰਗਾ ਲੱਗੇ ਨਾ ਲੱਗੇ, ਅਸੀਂ ਕੀ ਲੈਣਾ? ਅਸੀਂ ਕੀ ਲੈਣਾ? ਸੰਸਾਰ ਨਾਲ ਤਾਂ ਗੋਲ ਭਗਤਾਂ ਦੇ ਸੰਸਾਰੀਆਂ ਜੋੜ ਕੇ ਦੇਣਾ ਆਇਆ। ਚਾਹੇ ਸਾਡਾ ਉਹਨਾਂ ਨੇ, ਅਸੀਂ ਉਹਨਾਂ ਨਾਲ ਜੋੜ ਨਹੀਂ ਲਿਆਉਣਾ ਆਪਣਾ। ਉਹਨਾਂ ਨੂੰ ਨਹੀਂ ਚੰਗਾ ਲੱਗਦਾ ਨਾ ਲੱਗੇ, ਅਸੀਂ ਕੀ ਲੈਣਾ? ਸਾਡੀ ਗੱਲ ਉਹਨਾਂ ਨੂੰ ਚੰਗੀ ਲੱਗੇ, ਉਹਨਾਂ ਦੀ ਸਾਨੂੰ ਨਹੀਂ ਲੱਗਦੀ। ਉਹਨਾਂ ਦੀ ਸਾਨੂੰ ਕਿਹੜਾ ਚੰਗੀ ਲੱਗਦੀ? ਮੁਸਲਮਾਨਾਂ ਦੀ ਗੱਲ ਹਿੰਦੂਆਂ ਨੂੰ ਨਹੀਂ ਚੰਗੀ ਲੱਗਦੀ, ਹਿੰਦੂਆਂ ਦੀ ਮੁਸਲਮਾਨਾਂ ਨੂੰ ਨਹੀਂ ਲੱਗਦੀ। ਉਹ ਆਪਣੇ ਦੱਬੀ ਜਾਣ, ਉਹ ਆਪਣੇ ਦੱਬੀ ਜਾਣ। ਇਹਦੇ ਕੀ ਰੌਲਾ? ਕੋਈ ਆਪਣੇ ਆਪਣੇ ਰਾਹ ਤੁਰੀ ਜਾਊਗਾ, ਹਾਂ ਫਿਰ ਰਿਜ਼ਲਟ ਆਪੇ ਆ ਜਾਊਗਾ। ਹਰ ਆਦਮੀ ਕੰਮਕਾਰ ਦੇ ਵਿੱਚ ਬਿਜ਼ਨਸ 'ਚ ਆਪਣੀ ਮਰਜ਼ੀ ਕਰਦਾ ਨਾ ਕਰਦਾ, ਆਪਣੀ ਮਰਜ਼ੀ ਨਾਲ ਚੱਲਦੇ ਨੇ। ਤੇ ਕੋਈ ਫੇਲ ਹੋ ਜਾਂਦਾ, ਕੋਈ ਪਾਸ ਹੋ ਜਾਂਦਾ, ਇਹ ਤਾਂ ਫਿਰ ਰਿਜ਼ਲਟ ਤਾਂ ਫਿਰ ਗਾਹਾਂ ਆਉਂਦੇ ਨੇ। ਚਾਹੁੰਦਾ ਤਾਂ ਹਰੇਕ ਆਦਮੀ ਮੇਰੀ ਤਰੱਕੀ ਹੋਵੇ, ਰਿਜ਼ਲਟ ਅੱਗੇ ਆ ਜਾਣਗੇ। ਤੁਸੀਂ ਆਪਣੀ ਮਰਜ਼ੀ ਨਾਲ ਚਲੀ ਜਾਵੇ, ਸੰਸਾਰ ਕੋਈ ਹਟਾਉਂਦਾ ਨਹੀਂ। ਫਿਰ ਭਗਤਾਂ ਦੀ ਉਸਤਤੀ ਕਾਹਦੇ ਕਰਦੇ ਨੇ? ਜਾਂ ਸੀਗੇ ਭਗਤ ਉਹਨਾਂ ਦੇ ਖਿਲਾਫਤ ਕਰਦੇ ਨੇ, ਬਾਅਦ ਚ ਨਖਰੇ ਰਗੜੀ ਜਾਂਦੇ ਨੇ। ਫਿਰ ਉਹ ਜਾ ਬੰਦਾ ਆ ਜਾਵੇ, ਫਿਰ ਉਹਦੀ ਖਿਲਾਫਤ ਕਰਦੇ ਨੇ। ਇਹ ਸੰਸਾਰ ਤਾਂ ਇਹੋ ਜਿਹਾ ਹੀ ਹੈ। ਇਹਨਾਂ ਦੀ ਤਾਂ ਮੱਤ ਮਾਰੀ ਹੋਈ ਹੈ ਸਾਰਿਆਂ ਦੀ। ਇਹਨਾਂ ਦਾ ਜਿਹਦੀ ਮੱਤ ਮਾਰੀ ਹੋਵੇ ਉਹਦਾ ਕਸੂਰ ਹੁੰਦਾ ਹੀ ਨਹੀਂ ਕੁਛ। ਹਾਂਜੀ। ਚੌਥੇ ਪਦ ਕੋ ਜੋ ਨਰ ਚੀਨੇ ਤਿਨ ਹੀ ਪਰਮ ਪਦ ਪਾਇਆ। ਜਿਹੜਾ ਚੌਥੇ ਨਾਲ ਪਦ ਨੂੰ ਖੋਜ ਲੈਂਦਾ ਨਾ, ਚੌਥਾ ਪਦ ਖੋਜ ਦਾ ਵਿਸ਼ਾ, ਖੋਜ ਜਿਹੜੀ ਹੈ ਨਾ, ਉਹ ਇਹ ਰਾਜਗੁਣ ਤਪਗੁਣ ਸਤਗੁਣ ਦੇ ਅੱਗੇ ਖੋਜ ਹੈ। ਜਿਹੜਾ ਖੋਜੀ ਆ ਉਹ ਤੋਂ ਅੱਗੇ ਜਾਂਦਾ। ਇੱਥੇ ਤੱਕ ਖੋਜ ਦਾ ਕੋਈ ਵਿਸ਼ਾ ਨਹੀਂ ਹੈ। ਚੰਗਾ ਆਦਮੀ ਬਣਨ ਦਾ ਖੋਜ ਦਾ ਕੋਈ ਵਿਸ਼ਾ ਨਹੀਂ ਹੈ। ਹਰ ਆਦਮੀ ਬਣ ਸਕਦਾ ਚੰਗਾ। ਅੰਤਰਾਤਮਾ ਦੀ ਆਵਾਜ਼ ਨਾਲ ਚੰਗਾ ਵਧੀਆ ਤੋਂ ਵਧੀਆ ਆਦਮੀ ਬਣ ਸਕਦਾ। ਕਿਸੇ ਉਪਦੇਸ਼ ਦੀ ਲੋੜ ਨਹੀਂ ਹੈ, ਕਿਸੇ ਖੋਜ ਦੀ ਲੋੜ ਨਹੀਂ ਹੈ, ਕਿਸੇ ਧਰਮ ਦੀ ਲੋੜ ਨਹੀਂ ਹੈ। ਇੰਨਾ ਕੁਝ ਇਹਦੇ ਕੋਲ ਹੈਗਾ। ਮਨ ਜਾਣਤ ਸਭ ਬਾਤ। ਇਹ ਕਿਸੇ ਧਰਮ ਦੀ ਲੋੜ ਨਹੀਂ ਇੱਥੇ ਤੱਕ ਹੈ, ਸਦੋ ਗੁਣ ਤੱਕ। ਇਹ ਤੋਂ ਅੱਗੇ ਗੱਲ ਹੈ, ਜਿਹੜੀ ਅੱਗੇ ਦਾ ਗੱਲ ਹੈ ਉਹ ਗੁਰਬਾਣੀ 'ਚ ਹੈ। ਇੱਥੇ ਤੱਕ ਸਾਰੀਆਂ ਹੀ ਮੱਤਾਂ ਲਿਆ ਸਕਦੀਆਂ ਨੇ, ਸਤਗੁਣ ਤੱਕ। ਸੰਤ ਸਾਰਿਆਂ ਦੇ ਵਿੱਚ ਹੀ ਨੇ। ਵਧੀਆ ਤੋਂ ਵਧੀਆ ਸੰਤ ਅੰਗਰੇਜ਼ਾਂ 'ਚ ਵੀ ਹੋਏ ਨੇ, ਮੁਸਲਮਾਨਾਂ 'ਚ ਵੀ ਹੋਏ ਨੇ, ਹਿੰਦੂਆਂ 'ਚ ਵੀ ਹੋਏ ਨੇ, ਬੋਧੀਆਂ 'ਚ ਸਾਰਿਆਂ ਦੇ ਹੋਏ ਨੇ। ਇਦੋਂ ਗਾਹਾਂ ਨਹੀਂ ਪਤਾ ਕਿਸੇ ਨੂੰ। ਇਦੋਂ ਗਾਹਾਂ ਜਾ ਕੇ ਇੱਕੋ ਰਸਤਾ ਰਹਿ ਜਾਂਦਾ ਗੁਰਬਾਣੀ ਦਾ। ਅਸਲੀ ਰਸਤਾ ਇਦੋਂ ਗਾਹਾਂ ਹੀ ਹੈ। ਇੱਥੇ ਤੱਕ ਕੋਈ ਰਸਤੇ ਦੀ ਗੱਲ ਹੀ ਨਹੀਂ ਹੈ। ਇੱਥੇ ਤੱਕ ਤਾਂ ਸੰਸਾਰ ਦੇ ਵਿੱਚ ਹੀ ਹੋ। ਇੱਥੇ ਤਾਂ ਅਸੀਂ ਦੂਏ ਤਰੱਕੀ ਕਰਕੇ ਉੱਪਰ ਆਏ ਹਾਂ, ਸਿਰਫ ਅਫਸਰੀ ਤੱਕ ਆਏ ਹਾਂ, ਜਿਵੇਂ ਅਫਸਰ ਹੁੰਦਾ ਕੋਈ। ਇੱਥੇ ਤੱਕ ਤਾਂ ਸਿਆਣੇ ਬੰਦੇ ਆ ਜਾਂਦੇ ਨੇ, ਲੋਕ ਉਹਨਾਂ ਦੀ ਗੱਲ ਮੰਨਦੇ ਨੇ। ਉਹਨਾਂ ਦੀ ਗੱਲ ਲੋਕ ਚੰਗੀ ਹੁੰਦੀ ਹੈ, ਸਿਆਣੀ ਗੱਲ ਹੁੰਦੀ ਹੈ। ਪਰ ਇੱਥੇ ਤੱਕ ਸਿਆਣੇ ਹੀ ਨੇ। ਇਹਨਾਂ ਨੂੰ ਸਿਆਣੇ ਕਹਿੰਦੇ ਨੇ। ਜਾਏ ਪੁੱਛੋ ਸਿਆਣਿਆਂ ਅੱਗੇ ਮਿਲਣਾ ਕਿ ਨਾ। ਸਿਆਣਿਆਂ ਨੂੰ ਅੱਗੇ ਪਿੱਛੋਂ ਵੀ ਅੱਗੇ ਮਿਲਾਪ ਕੀ ਨਾ ਹੁੰਦਾ। ਇਹ ਤੋਂ ਗਾਹਾਂ ਹੁਣ ਕਿਵੇਂ ਜਾਈਏ? ਕਿਉਂਕਿ ਮਿਲਾਪ ਇਹ ਤੋਂ ਗਾਹਾਂ ਜਾ ਕੇ ਸਦੋਗੁਣ ਤੱਕ ਵਿਛੜਿਆ ਹੋਇਆ ਹੈ। ਸਦੋਗੁਣ ਤੱਕ ਵਿਛੜਿਆ ਹੋਇਆ, ਮਾਇਆ ਦੇ ਵਿੱਚ ਹੈ ਨਾ। ਸਦੋਗੁਣ ਤੱਕ ਵਿਛੋੜਾ ਹੀ ਵਿਛੋੜਾ। ਤਾਂ ਹੀ ਸਦੋਗੁਣ ਵਾਲੇ ਮਾਲਾ ਫੇਰਦੇ ਨੇ, ਸਦੋਗੁਣ ਵਾਲੇ ਸੰਤ ਨਾਮ ਜਪਦੇ ਨੇ। ਕਿਉਂਕਿ ਮਿਲੇ ਨਹੀਂ ਹੋਏ, ਬਿਲਕੁਲ ਨਹੀਂ ਮਿਲੇ। ਜੇ ਮਿਲੇ ਕਹਿੰਦੇ ਨੇ ਝੂਠ ਬੋਲਦੇ ਨੇ। ਇਹੀ ਚੋਰੀ ਗੁਰਬਾਣੀ ਨੇ ਫੜੀ ਹੈ ਉਹਨਾਂ ਦੀ। ਫਿਰ ਤੁਸੀਂ ਜੇ ਮਿਲੇ ਹੋਏ ਹੋ, ਫਿਰ ਤੁਸੀਂ ਆ ਜਿਹੜਾ ਕਰ ਰਹੇ ਹੋ ਮਾਲਾ ਕਿਹਦੀ ਫੇਰਦੇ ਹੋ? ਕਿਉਂ ਫੇਰਦੇ ਹੋ? ਉਹਦੇ ਬਾਅਦ ਤਾਂ ਉਪਦੇਸ਼ ਹੁੰਦਾ। ਫਿਰ
ਭਰਮ ਦਾ ਨਾਸ ਹੁੰਦਾ ਵੀ ਜਿਹੜਾ ਮਰਜੀ ਆਓ, ਜਿਹੜਾ ਮਰਜੀ ਸਵਾਲ ਕਰੋ, ਜਿਹੜਾ ਮਰਜੀ ਜਵਾਬ ਲਓ ਸਕਦੇ। ਤੁਰ ਤੱਕ ਦਾ ਗਿਆਨ ਹੈ ਨਾਨਕ ਕੋਲ, ਤੁਰ ਤੱਕ ਦਾ ਗਿਆਨ ਹੈ ਲੈਣੇ ਕੋਲ। ਲੈਣਾ ਸ਼ੇਰ ਜਿਵੇਂ ਆਜ਼ਾਦ ਫਿਰਦਾ ਐਂ ਫਿਰ ਰਿਹਾ ਹੈ, ਪੱਟ ਕਹਿੰਦੇ ਨੇ। ਜਿਹਦੀ ਮਰਜੀ ਜੋ ਮਰਜੀ ਪੁੱਛ ਲਓ ਆ ਕੇ, ਅਸੀਂ ਤਿਆਰ ਹਾਂ। ਸੰਤ ਲੁਕਦੇ ਨੇ ਭੋਰਿਆਂ 'ਚ ਵੀ ਕੋਈ ਪੁੱਛ ਨਾ ਲਵੇ, ਕਿਉਂ ਹੈ ਨਹੀਂ ਪੱਲੇ ਕੁਛ। ਪੂਰੇ ਬੰਦੇ ਰੱਖੇ ਹੋਏ ਨੇ, ਕਿਉਂ ਰੱਖੇ ਨੇ? ਹੈ ਨਹੀਂ ਕੁਛ ਪੱਲੇ। ਪੱਲ ਬਣਾਈ ਹੋਈ ਹੈ ਬ੍ਰਹਮ ਗਿਆਨੀ ਦੀ, ਪੱਲ ਬ੍ਰਹਮ ਗਿਆਨੀ ਦੀ ਪੱਲੇ ਕੱਖ ਵੀ ਨਹੀਂ। ਉਹ ਪਹਿਲਾਂ CID ਲੈਂਦੇ ਨੇ, ਮਿਲਣ ਵਾਲਾ ਬੰਦਾ ਕਿਤੇ ਇਹੋ ਜਿਆਦਾ ਨਹੀਂ ਜਿਹੜੀ ਮੇਰੀ ਪੋਲ ਖੋਲ ਦੇਵੇ। ਉਹ ਤਾਂ ਆਪਣੀ ਹਵਾ ਤੋਂ ਡਰਦੇ ਨੇ ਵੀ ਜੇ ਕਿਸੇ ਨੇ ਟੂਟੀ ਖੋਲਤੀ ਟਾਇਰ ਬਹਿ ਜਾਣਾ ਥੱਲੇ। ਹਵਾ ਹੀ ਭਰੀ ਹੋਈ ਹੈ, ਠੋਸ ਨਹੀਂ ਹੈਗਾ ਕੁਛ ਇਹਦੇ 'ਚ। ਉਹਨਾਂ ਦਾ ਲਿਫਾਫਾ ਹੈ ਸੰਤਾਂ ਕੋਲ ਤਾਂ, ਜਿਨ੍ਹਾਂ ਕੋਲ ਲਿਫਾਫਾ ਉਹਨਾਂ ਨੂੰ ਡਰ ਹੋਊਗਾ। ਉਹ ਗੱਲ ਕਰਨ ਦੇ ਚੱਕਦੇ ਹੋਣਗੇ। ਗੁਰੂ ਘਰ ਨਹੀਂ ਕਦੇ ਚੱਕਿਆ। ਗੁਰੂ ਨਾਨਕ ਫਿਰ ਰਿਹਾ ਝੰਡਾ ਚੱਕ ਕੇ, ਅਗਲਿਆਂ ਦੇ ਘਰ ਜਾ ਰਿਹਾ, ਆਓ ਕਰੋ ਚਰਚਾ। ਦੂਏ ਲੁਕ ਰਹੇ ਨੇ, ਲੁਕੇ ਬੈਠੇ ਨੇ। ਜਿਹੜੇ ਸੰਤ ਵੀ ਸਿੱਖ ਬਣ ਕੇ ਕੁਰਬਾਨਾ ਪਾ ਕੇ ਲੁਕਦੇ ਨੇ, ਇਹ ਸਿੱਖ ਨਹੀਂ ਹਨ। ਇਹ ਲੁਕਦੇ ਕਾਹਦੇ ਨੇ? ਕਹਿੰਦੇ ਨੇ ਬ੍ਰਹਮ ਗਿਆਨੀ ਫਿਰਦੇ ਹੋ ਤੁਸੀਂ ਲੁਕਦੇ। ਮੈਦਾਨ ਜਾਓ, ਮੈਦਾਨ ਚਾਉਣ ਦੱਸਣ ਆ ਕੇ ਚਰਚਾ ਕਰਕੇ ਤੁਹਾਨੂੰ ਦੱਸੀਏ ਵੀ ਗੱਲ ਕੀ ਹੈ। ਚਲੋ ਜਿੰਨਾ ਨਹੀਂ ਸੀ ਪਤਾ, ਨਹੀਂ ਸੀ ਪਤਾ ਲੋਕਾਂ ਨੂੰ। ਜਦੋਂ ਕੋਈ ਆ ਕੇ ਝੰਡਾ ਕੱਢ ਦੇਵੇ, ਵਰਲਡ ਚੈਂਪੀਅਨ ਆਪਣੇ ਆਪ ਨੂੰ ਡਿਕਲੇਅਰ ਕਰ ਦੇਵੇ, ਫਿਰ ਇਹ ਤਾਂ ਤੁਸੀਂ ਭਾਈ ਹਾਰ ਗਏ, ਉੱਥੇ ਘਰ ਬੈਠੇ ਹੀ ਹਾਰ ਗਏ। ਹਾਰ ਮੰਨ ਲਈ ਆ, ਫਿਰ ਮੈਦਾਨ ਚ ਆਓਗੇ। ਕੋਈ ਐਲਾਨ ਕਰ ਦੇਵੇ ਆਦਮੀ ਆ ਕੇ, ਪਹਿਲਵਾਨ ਵੀ ਮੇਰੇ ਨਾਲ ਜਿਹੜਾ ਮਰਜ਼ੀ ਕੁਸ਼ਤੀ ਕਰੋ, ਪੇਪਰਾਂ 'ਚ ਦੇ ਦੇਵੇ। ਹਾਂ, ਝੰਡੀ ਵਾਲੀ ਕੁਸ਼ਤੀ ਵੀ ਆਓ ਬਈ ਜਿਹਦੀ ਮਰਜ਼ੀ। ਇਹ ਤਾਂ ਸਾਰੇ ਉਹਦੀ ਹਾਰ ਮੰਨ ਲਓ। ਜਿਵੇਂ ਘੋੜਾ ਫੇਰਦੇ ਤੇ ਅੱਗੇ ਰਾਜੇ, ਘੋੜਾ ਕੀ ਸੀ? ਘੋੜਾ ਇਸ ਦੀ ਜਿਹਦੀ ਮਰਜ਼ੀ ਜੰਗ ਕਰੋ ਮੇਰੇ ਨਾਲ। ਨਹੀਂ ਤਾਂ ਜਿੱਥੇ ਜਿੱਥੇ ਘੋੜਾ ਚਲਾ ਗਿਆ ਰਾਜ ਮੇਰੇ ਅਧੀਨ ਹੋ ਜਾਓ, ਰਾਜ ਤੇਰਾ ਰਹੂ, ਅਧੀਨ ਮੇਰੇ ਹੋਣਗੇ। ਇਹ ਤਾਂ ਬੈਠੇ ਹਾਰ ਮੰਨ ਲਓ, ਇਹ ਮੈਦਾਨ ਚ ਆਓ। ਜੇ ਮੈਦਾਨ 'ਚ ਨਹੀਂ ਆਓਗੇ, ਪਬਲਿਕ ਕੀ ਕਹੂਗੀ? ਹਾਰ ਮੰਨ ਜਾਓ। ਫਿਰ ਬ੍ਰਹਮ ਗਿਆਨੀ ਨਹੀਂ ਤੁਹਾਨੂੰ ਕਿਸੇ ਨੇ ਪੁੱਛਣਾ, ਫਿਰ ਨਹੀਂ ਕਿਸੇ ਨੇ ਪੁੱਛਣਾ ਹੈ ਤੁਹਾਨੂੰ। ਅਗਲਾ ਕਹਿੰਦਾ ਬ੍ਰਹਮ ਗਿਆਨੀ ਹੋ, ਅੱਗੇ ਫਿਰ ਅੱਗੇ ਹੋ, ਫਿਰ ਪਿੱਛੇ ਨੂੰ ਕਦ ਜਾਣਾ? ਫਿਰ ਇਹ ਤਾਂ ਹੱਥ ਜੋੜ ਦੇਣਗੇ, ਇਹ ਅੱਗੇ ਆਉਣਗੇ। ਆਹ ਗੱਲ ਭਗਤਾਂ ਨੇ ਕੀਤੀ ਸੀ। ਜਦ ਭਗਤ ਕਬੀਰ ਕਹਿੰਦਾ ਤੂੰ ਬਾਹਮਣ ਮੈਂ ਕਾਸ਼ੀ ਕਾ ਜਲਾਹਾ ਬੂਝੋ ਮੋਰ ਗਿਆਨ, ਉਹ ਝੰਡੀ ਕੱਢਤੀ ਮੇਰਾ ਗਿਆਨ ਬੁੱਝ। ਗਗਨ ਲਮਾਮਾ ਬਾਜਿਆ ਪਰਿਆ ਨਿਸ਼ਾਨੇ ਕਹੋ, ਖੇਤੀਓ ਮਾਂਡੇ ਸੂਰਮਾ ਮੈਦਾਨ ਚ ਆ ਗਿਆ। ਜਦ ਢੋਲ ਵਜਾ ਕੇ ਮੈਦਾਨ ਚ ਆ ਗਿਆ। ਹੁਣ ਸਾਈਂ ਕਾ ਪਹਿਲਵਾਨੜਾ, ਪਹਿਲਵਾਨ ਹੈ ਨਾ। ਗੁਰਦਾਪੀ ਦਿੱਤੀ ਕੰਡ ਜੀਓ, ਉਹ ਕੀ ਹੈ? ਇਹੀ ਹੈ। ਇਹ ਪਹਿਲਾਂ ਵੀ ਹੋਇਆ, ਹੁਣ ਵੀ ਹੋਊਗਾ। ਹਾਂ, ਮਾਂਦਲ ਗਾਂਧੀ ਜਿਹੜਾ ਹੈ ਢੋਲ ਪਾਇਆ ਹੈ ਕੱਲ ਉਹਦੇ ਵਿੱਚ, ਕਹਿੰਦਾ ਮੈਂ ਕਹਿੰਦਾ ਢੋਲ ਪਾ ਕੇ ਫਿਰਦਾ, ਆਓ ਕੋਈ ਮੈਦਾਨ 'ਚ। ਯਾਰ ਹਾਰ ਮੰਨ ਲਓ, ਹੱਥ ਖੜੇ ਕਰ ਦੋ, ਜਾਂ ਮੈਦਾਨ 'ਚ ਆਓ, ਨਿਕਲੋ ਬਾਹਰ। ਬੜੇ ਬੜੇ ਬੋਰਡ ਲਾਏ ਨੇ ਤੁਸੀਂ, ਏਦਾਂ ਨਹੀਂ ਚੱਲਣਾ ਹੁਣ ਕੰਮ। ਹਰੇਕ ਖਾਲਸਾ ਨਾਂ ਰੱਖ ਲੈਂਦਾ। ਸਪੋਕਸਮੈਨ ਦਾ ਕਹਿੰਦਾ 3 ਕਰੋੜ ਦਾ ਇਹਨੇ ਕਵਰ ਕੀਤਾ। ਜਸਵੀਰ ਸਿੰਘ ਨੇ, ਜੋਸ਼ੀ ਨੇ, ਜਾਂ ਤਾਂ ਉਹਦੇ ਕੇਸ ਕਰਨ, ਉਹ ਝੂਠ ਬੋਲਦਾ। ਫਿਰ ਤੂੰ ਕਹਿੰਦਾ ਮੈਂ, ਉਹ ਕਹਿੰਦਾ ਨੇ ਖਾਲਸਾ। ਫਿਰ ਤੁਸੀਂ ਬਰਸੀ ਮਨਾਉਂਦੇ ਹੋ। ਫਿਰ ਉਹਨਾਂ ਨੇ ਖਿਤਾਬ ਦਿੱਤਾ ਹੋਇਆ ਸੱਚ ਆਪਣੇ
ਅਕਾਲ ਤਖਤ ਵਾਲਿਆਂ ਨੇ ਮਿਲੀ ਭੁਗਤ ਹੈ ਸਾਰਿਆਂ ਦੀ। ਸਾਰੇ ਚੋਰ ਚੋਰ ਮਸੇਰੇ ਭਾਈ ਨੇ, ਸਾਰੇ ਚੋਰ ਚੋਰ ਮਸੇਰੇ ਭਾਈ ਨੇ। ਆਓ ਤੇ ਕੇਸ ਕਰੋ, ਝੂਠ ਬੋਲਦਾ। ਤੁਸੀਂ ਕਿਤਾਬ ਦਿੱਤਾ ਇੱਕ ਚੋਰ ਨੂੰ ਗੁਰੂ ਘਰ ਚੋਂ, ਜਵਾਬ ਕੌਣ ਦਊਗਾ ਇਸ ਗੱਲ ਦਾ? ਜਾਂ ਫਿਰ ਉਹ ਤਾਂ ਕੇਸ ਕਰੋ ਵੀ ਤੂੰ 10 ਵਜੇ 3 ਕਰੋੜ ਦਾ ਜਿਹੜਾ ਇਲਜ਼ਾਮ ਲਾਇਆ ਕਿਉਂ ਲਾਇਆ? ਤੁਸੀਂ ਇੱਕ ਇਲਜ਼ਾਮ ਵਾਲੇ ਆਦਮੀ ਨੂੰ ਖਿਤਾਬ ਦਿੰਦੇ ਹੋ, ਤੁਹਾਨੂੰ ਕੋਈ ਪੁੱਛਣ ਵਾਲਾ ਹੈ ਨਹੀਂ। ਬਹੁਤ ਕੁਝ ਹੋ ਲਿਆ, ਬਹੁਤ ਚੱਲ ਗਿਆ ਤੁਹਾਡੇ, ਹੁਣ ਨਹੀਂ ਚੱਲਣਾ ਹੈਗਾ। ਪੱਲੇ ਵੀ ਕੀ ਹੈ ਇਹਨਾਂ ਦੇ? ਉਹ ਚਲੇ ਗਿਆ, ਨਹੀਂ ਗਿਆ, ਬੋਲਣ ਨਹੀਂ ਦਿੱਤੇ ਅਗਲੇ ਨੇ, ਚੁੱਪ ਕਰਕੇ ਆ ਗਿਆ। ਇੰਨੀ ਬੇਇੱਜ਼ਤੀ, ਜਿਹਨੂੰ ਸੰਗਤ ਬੋਲਣ ਨਾ ਦੇਵੇ, ਏਦਾਂ ਬੜੀ ਬੇਇੱਜ਼ਤੀ ਕੀ ਹੋਊਗੀ? ਆ ਧਰਮ ਦਾ ਆਦਮੀ ਹੋਵੇ, ਉਹ ਚਲੋ ਸਿਆਸੀ ਆਦਮੀ ਹੋਵੇ ਹੋਰ ਗੱਲ ਹੈ, ਤੂੰ ਧਾਰਮਿਕ ਬੰਦਾ ਹੋਵੇ, ਆਗੂ ਜਥੇਦਾਰ ਬਣਾਇਆ ਹੋਇਆ, ਤੈਨੂੰ ਅਗਲਾ ਬੇਇੱਜ਼ਤ ਕਰਕੇ ਮੋੜ ਦੇਵੇ, ਏਦਾਂ ਜ਼ਿਆਦਾ ਹੋਰ ਕੀ ਹੈ? ਕਿਉਂ ਲੈ ਕੇ ਐਸੇ ਹੋ ਤੁਸੀਂ? ਕਰਮ ਐਸੇ ਨੇ ਤੁਹਾਡੇ, ਜਵਾਬ ਨਹੀਂ ਦੇ ਸਕਦੇ ਤੁਸੀਂ। ਤੁਸੀਂ ਆਪਣੇ ਅੰਦਰ ਝਾਕੋ, ਅਸੀਂ ਕੀ ਕਰ ਰਹੇ ਹਾਂ, ਕੀ ਕੀਤਾ ਹੁਣ ਤੱਕ। ਇਹ ਟਾਈਮ ਆ ਗਿਆ ਹੁਣ ਆਤਮ ਚਿੰਤਨ ਦਾ। ਉਹ ਨਾਨਕ ਬਿਨ ਆਪਾ ਚੀਨੇ, ਬਿਟੇ ਨਾ ਭਰਮ ਕੀ ਕਾਈ, ਬਿਟੇ ਨਾ ਭਰਮ ਕੀ ਕਾਈ। ਤੁਹਾਨੂੰ ਭਰਮ ਇਹ ਜ਼ਮੀਨ ਨਹੀਂ ਰਹੀ ਇਹਨਾਂ ਦੇ ਥੱਲੇ, ਝੂੜ ਦੀ ਜ਼ਮੀਨ ਖਤਮ ਹੋ ਚੁੱਕੀ। ਉਹ ਪਰ ਗਿਆ ਲੋਕਾਂ ਦੇ ਮਨ ਦੇ ਵਿੱਚੋਂ ਗੱਲ। ਇਹੀ ਸਮਾਂ ਅਸੀਂ ਉਡੀਕਦੇ ਸੀ ਵੀ ਪਬਲਿਕ ਦੇ ਵਿੱਚੋਂ ਇਹਨਾਂ ਦੀ ਜਿਹੜਾ ਝੂਠ ਹੈ, ਪਬਲਿਕ ਦੇ ਵਿੱਚ ਆਪੇ ਨੰਗਾ ਹੋਏ। ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ। ਖੋਟਾ ਤਾਂ ਹੋ ਜਾਣਾ ਸੀ, ਗੁਰਬਾਣੀ ਕਹਿੰਦੀ ਹੈ, ਪਰ ਸਮੇਂ ਨਾਲ ਹੋਣਾ ਸੀ, ਇੰਤਜ਼ਾਰ ਕਰਨਾ ਹੀ ਪੈਣਾ ਸੀ। ਹੋ ਗਿਆ, ਹੋ ਗਿਆ। ਹੁਣ ਕਹਾਂ ਨਹੀਂ ਜਾ ਸਕਦੀ ਗੱਡੀ। ਹਾਂਜੀ, ਚੌਥੇ ਪਦ ਕੋ ਜੋ ਨਰ ਚੀਨੇ, ਤਿੰਨ ਹੀ ਪਰਮ ਪਦ ਪਾਇਆ। ਚੌਥੇ ਪਦ ਬਾਰੇ ਦੱਸੇ ਕੋਈ ਸੰਤ ਆ ਅਕਾਲ ਤਖਤ ਦੇ ਜਥੇਦਾਰ ਦੱਸਣ ਵੀ ਇਹ ਕੀ ਹੁੰਦਾ। ਜਿਹਨਾਂ ਨੇ ਖੋਜਿਆ ਦੱਸਣ, ਤੇ ਨਹੀਂ ਸੁਣ ਲੈਣ। ਜੇ ਸੁਣ ਲੈਣ ਇਹ ਦੱਸ ਦੇਣ। ਤਿੰਨ ਹੀ ਪਰਮ ਪਦ ਪਾਇਆ। ਪਰਮ ਪਦ ਕੀ ਹੁੰਦਾ, ਇਹਦੀ ਵਿਆਖਿਆ ਕਰ ਲਓ ਜਾਂ ਕਿਸੇ ਦੇ ਕਰਾ ਲੈਣ। ਬਥੇਰੀਆਂ ਤਨਖਾਹ ਦਿੰਦੇ ਨੇ ਜਿਹੜੇ ਰੱਖੇ ਨੇ ਵਿਦਵਾਨ, ਉਹ ਤਨਖਾਹ ਕਾਹਦੀਆਂ ਲੈਂਦੇ ਨੇ? ਯੂਨੀਵਰਸਿਟੀਆਂ ਵਾਲੇ ਜਿਹੜੇ ਚਿੱਟੇ ਹਾਥੀ ਰੱਖੇ ਨੇ, ਕਾਹਦੇ ਵਾਸਤੇ ਰੱਖੇ ਨੇ? ਛੁੱਟੀ ਕਰੋ ਉਹਨਾਂ ਦੀ, ਸਾਰਿਆਂ ਦੀ। ਜੇ ਉਹਨਾਂ ਕੋਲ ਆਊਟਪੁੱਟੇ ਕੁਛ ਨਹੀਂ ਮਿਲੀ ਤੁਹਾਡੇ ਤੋਂ। ਯੂਨੀਵਰਸਿਟੀਆਂ ਚੋਂ ਨਹੀਂ ਕਦੇ ਭਗਤ ਪੈਦਾ ਹੋਏ। ਭਗਤ ਤਾਂ ਪਰਮੇਸ਼ਰ ਪੈਦਾ ਕਰਦਾ ਹੁੰਦਾ, ਐ ਨਹੀਂ ਹੁੰਦੇ। ਇਹ ਕੋਸ਼ਿਸ਼ ਨਾਲ ਨਹੀਂ ਪੈਦਾ ਹੋਏ ਕਦੇ। ਕੋਸ਼ਿਸ਼ ਵਾਲੇ ਤਾਂ ਸਿੱਖੀ ਤੋਂ, ਇਸ ਮਤ ਤੋਂ ਖਿਲਾਫ ਹੁੰਦੇ ਨੇ ਹਮੇਸ਼ਾ। ਉਹਦਾ ਹਰ ਯੁੱਗ ਭਗਤੋਂ ਪਾਇਆ। ਇਹ ਕੰਮ ਉਹਦਾ ਹੈ ਪੈਦਾ ਕਰਨਾ, ਕੋਈ ਕਿਸੇ ਦਾ। ਸੰਸਾਰ ਦਾ ਕੰਮ ਨਹੀਂ ਹੈ। ਸੰਸਾਰ ਤਾਂ ਇਸ ਭਗਤੀ ਤੋਂ ਵਿਰੁੱਧ ਹੈ। ਜਦ ਭਗਤਾਂ ਦੇ ਸੰਸਾਰੀਆਂ ਜੋੜ ਕਦੇ ਨਾ ਆਇਆ, ਲਿਖਿਆ ਹੋਇਆ ਗੁਰਬਾਣੀ 'ਚ। ਸੰਸਾਰ ਦੇ ਉਲਟਾ ਇਹ ਗੱਲ, ਸੰਸਾਰ ਇਹਦੇ ਉਲਟਾ। ਸਾਰਾ ਸੰਸਾਰ ਉਲਟ ਸੀਗਾ ਗੁਰੂ ਘਰ ਤੇ। ਕੋਈ ਬੱਲੇ ਬੱਲੇ ਤੇ ਬੱਲਿਆਂ ਦੇ ਮਨ ਦੇ ਵਿੱਚ ਸੀਗਾ। ਜਦ ਸਾਹਿਬ ਜਦ ਦਸਮ ਪਾਤਸ਼ਾਹ ਤੋਂ ਛੱਡ ਕੇ ਚਲੇ ਗਏ, ਬਿਰਲੇ ਸੀਗੇ ਜਿਹਨਾਂ ਨੂੰ ਦੁੱਖ ਸੀ, ਬਾਕੀਆਂ ਨੂੰ ਕੋਈ ਦੁੱਖ ਨਹੀਂ ਸੀ। ਅੱਜ ਸਾਰੇ ਆਕੜੇ ਫਿਰਦੇ ਨੇ, ਬਾਹਾਂ ਚੜਾਈ ਫਿਰਦੇ ਸੀ ਸਿੱਖਾਂ, ਤਾਂ ਬਿਰਲੇ ਸੀ। ਜ਼ਿਆਦਾ ਕੌਣ ਸੀ? ਸਰਬਰੀਏ ਬੇਅੰਤ ਸੀ। ਹੁਣ ਤੱਕ ਜੋ ਪੀਰਖਾਨੇ ਨੇ ਪਿੰਡਾਂ 'ਚ ਬਣੇ ਹੋਏ, ਗੁਰਦੁਆਰਾ ਕਿਸੇ ਬਿਰਲੇ ਪਿੰਡ 'ਚ ਹੁੰਦਾ ਸੀ 50 ਸਾਲ ਤੋਂ ਪਹਿਲਾਂ। ਆਕੜ ਸਾਰਿਆਂ ਚਾਹੀਏ ਵੀ ਅਸੀਂ ਜੰਮਦੇ ਸਿੱਖ ਹਾਂ। ਸਿੱਖੀ ਦਾ ਹੁਣ ਤਾਂ ਹੀ ਪਤਾ ਨਹੀਂ। ਅਸਲ 'ਚ ਸਿੱਖੀ ਤੋਂ ਵਿਰੋਧੀ ਹੁਣ ਵੀ ਨੇ ਸਾਰੇ।
ਜਿਹੜੀ ਪ੍ਰਚਾਰ ਹੋ ਰਹੀ ਹੈ ਸਿੱਖੀ, ਉਹਦੇ ਸਿੱਖ ਨੇ, ਉਹ ਸਿੱਖੀ ਹੈ ਨਹੀਂ। ਅਸਲ 'ਚ ਇਹ ਪ੍ਰਚਾਰ ਤਾਂ ਉਦੋਂ ਹੋ ਰਿਹਾ ਸੀ, ਜਿਹੜਾ ਹੁਣ ਵਾਲਾ ਪ੍ਰਚਾਰ ਹੈ ਇਹ ਤਾਂ ਗੁਰੂ ਵੇਲੇ ਵੀ ਹੋ ਰਿਹਾ ਸੀ। ਇਹ ਪੰਡਤ ਦਾ ਕੀਤਾ ਹੋਇਆ ਪ੍ਰਚਾਰ ਹੈ ਜਿਹੜਾ ਅੱਜ ਪ੍ਰਚਾਰ ਹੋ ਰਿਹਾ। ਗੁਰੂਆਂ ਵੇਲੇ ਇਹੀ ਪ੍ਰਚਾਰ ਹੋ ਰਿਹਾ ਸੀ। ਇਹ ਲੋਕਾਂ ਨੂੰ ਫਿੱਟ ਹੁੰਦਾ, ਹੁਣ ਵੀ ਤਾਂ ਹੀ ਫਿੱਟ ਹੈ। ਜੇ ਬਾਗੀ ਉਹਨੇ ਤਾਂ ਬੱਚੇ ਹੋਏ ਨੇ ਸਾਡੇ, ਉਹ ਸੁਣਦੇ ਕੁਝ ਹੋਰ ਨੇ ਗੁਰਬਾਣੀ ਚੋਂ, ਇੱਥੇ ਕੁਝ ਮੌਕੇ ਤੇ ਕੁਝ ਹੋਰ ਹੈ। ਉਹਨਾਂ ਦਾ ਨਕਸ਼ਾ ਨਹੀਂ ਮਿਲਦਾ। ਉਹ ਕਹਿੰਦੇ ਨਕਸ਼ਾ ਕੁਝ ਹੋਰ ਹੈ, ਮੌਕਾ ਕੁਝ ਹੋਰ ਹੈ। ਔਰ ਉਹ ਦੇਖਦੇ ਨੇ ਕਰਤੂਤ ਇਹਨਾਂ ਦੀ, ਕਰਤੂਤ ਇਹੋ ਜਿਹੀ ਕਰਦੇ ਨੇ ਸਿੱਖ, ਇਹੋ ਜਿਹੇ ਹੁੰਦੇ ਨੇ, ਸਾਖੀਆਂ ਇਹੋ ਜਿਹੀਆਂ ਸੁਣਾਉਂਦੇ ਨੇ ਸਾਨੂੰ। ਆਰਾ ਚੱਲ ਗਿਆ, ਉਹ ਹੋ ਗਿਆ, ਐ ਹੋ ਗਿਆ, ਤਤੀ ਤਵੀ ਤੇ ਬੈਠ ਗਏ। ਇਹਨਾਂ 'ਚ ਤਾਂ ਕੋਈ ਇਹੋ ਜਿਹਾ ਹੈ ਨਹੀਂ। ਕਿਉਂ ਨਹੀਂ ਹੈ? ਕਿਉਂ ਨਹੀਂ ਹੈ? ਅੱਜ ਕੀ ਹੋ ਗਿਆ? ਉਹ ਪ੍ਰਚਾਰ ਉਹੀ ਸੀ ਜਿਹਦੇ ਨਾਲ ਹੋਇਆ। ਅੱਜ ਦਾ ਪ੍ਰਚਾਰ ਨਾ ਇਹੋ ਜਿਹੇ ਹੁੰਦੇ। ਜਿਹੜਾ ਪ੍ਰਚਾਰ ਹੁਣ ਅਸੀਂ ਕਰ ਰਹੇ ਹਾਂ 200 ਸਾਲ ਤੋਂ, ਇਹਦੇ ਨਾਲ ਆਹੀ ਨਕਸ਼ਾ ਬਣਨਾ ਸੀ। ਇਦੋਂ ਵੀ ਭੈੜਾ ਹੋ ਜੂ। ਹੋਰ ਮੰਨੇ ਲਿਆ ਤੁਸੀਂ 50 ਸਾਲ ਨੂੰ ਸਿੱਖ ਮਿਲਣਾ ਹੀ ਨਹੀਂ। ਤੁਸੀਂ ਤਾਂ ਆਪੇ ਮੰਨ ਲਿਆ ਵੀ ਸਿੱਖੀ ਖਤਮ ਹੋ ਜੂ 50 ਸਾਲ ਨੂੰ। ਤੁਸੀਂ ਐਂ ਕਹੋ ਅਸੀਂ 50 ਸਾਲ ਨੂੰ ਤੱਕ ਸਿੱਖੀ ਅਸੀਂ ਖਤਮ ਕਰ ਦੇਣੀ ਆ, ਐਂ ਕਹੋ। ਹੋ ਜੂਗੀ ਨਾ ਕਹੋ, ਹੋ ਜੂਗੀ ਕਹਿੰਦੇ ਕਹਿੰਦੇ ਆਪੇ ਹੋ ਜੂਗੀ। ਤੁਸੀਂ ਕਹੋ 50 ਸਾਲ ਨੂੰ ਅਸੀਂ ਸਿੱਖੀ ਖਤਮ ਕਰ ਦੇਣੀ ਹੈ। ਸਿੱਖੀ ਦਾ ਪ੍ਰਚਾਰ ਤੁਹਾਡੇ ਕੋਲ ਹੋਵੇ, ਤੁਸੀਂ ਕਹੋ ਸਿੱਖੀ ਖਤਮ ਹੋ ਜੂ। ਤੁਸੀਂ ਇਹ ਨਾ ਕਹੋ ਵੀ ਸਿੱਖੀ ਦੀ ਫਸਲ ਉੱਜੜ ਜਾਣੀ ਹੈ, ਉਜਾੜ ਦੇਣੀ ਹੈ। ਅਸੀਂ ਐਂ ਕਹੋ। ਪ੍ਰਚਾਰ ਜੋ ਕਰ ਰਹੇ ਹੋ ਤੁਸੀਂ, ਪ੍ਰਚਾਰ ਕਰਨ ਵਾਲੇ ਉਜਾੜ ਰਹੇ ਨੇ। ਉੱਜੜ ਜਾਣੀ ਕਿਉਂ ਹੈ, ਉਜਾੜ ਦੇਣੀ ਕਿਉਂ ਨਹੀਂ? ਕਹਿੰਦੇ ਵੀ ਪ੍ਰਚਾਰ ਆਹੀ ਰੱਖਣਾ, ਉਜਾੜ ਦੇਣੀ ਹੈ ਫਸਲ। ਇਹ ਬਾਗ ਸਿੱਖੀ ਦਾ ਸੀ, ਉਜਾੜ ਦੇਣਾ। ਹੋਰ 50 ਸਾਲ ਜੇ ਸਾਨੂੰ ਮਿਲ ਗਏ, ਹੁਣ ਨਹੀਂ ਤੁਹਾਨੂੰ ਮਿਲਣੇ 50 ਸਾਲ। 50 ਮਹੀਨੇ ਵੀ ਮੁਸ਼ਕਿਲ ਗੱਲ ਹੈ ਮਿਲ ਜਾਣ। ਹੁਣ 50 ਮਹੀਨੇ ਵੀ ਨਹੀਂ ਮਿਲਣੇ। ਹੁਣ ਤਾਂ ਸਾਰਾ ਕੁਝ ਪਲਟ ਦੇਣਾ ਲੋਕਾਂ ਨੇ। ਪਲਟ ਗਿਆ ਸਭ ਕੁਝ, ਜਿੰਨਾ ਝੂਠ ਦੀ ਸਾਰਾ ਪਲਟ ਗਿਆ, ਪਲਟ ਗਿਆ। ਬਾਕੀ ਜੇ ਤੁਹਾਨੂੰ ਇਤਰਾਜ਼ ਹੈ, ਕੋਰਟ 'ਚ ਲੈ ਜਾਂਦੇ ਆ ਕੇਸ, ਕੋਰਟ 'ਚ ਲੈ ਜਾਂਦੇ ਆ, ਸੁਪਰੀਮ ਕੋਰਟ 'ਚ ਲੈ ਜਾਂਦੇ ਆ। ਬਾਕੀ ਤੁਹਾਨੂੰ ਪਤਾ ਉਹ ਸ਼ਰਤਾਂ ਦੇ ਖਿਲਾਫ ਸੁਪਰੀਮ ਕੋਰਟ ਜਾਂਦੇ ਹੀ ਨੇ। ਉਹ ਤੁਸੀਂ ਚਲੇ ਜਾਓ ਜਾਂ ਅਸੀਂ ਚਲੇ ਜਾਂਦੇ ਹਾਂ, ਸਾਨੂੰ ਕਹੋ। ਕੱਖ ਨਹੀਂ ਰਹਿਣਾ ਉਹਨਾਂ ਦੇ ਪੱਲੇ, ਹੈ ਉਹ ਨਹੀਂ ਕੱਖ। ਅਸਲ 'ਚ ਰਹਿਣਾ ਨਹੀਂ ਪੱਲੇ, ਹੈ ਉਹ ਨਹੀਂ ਕੱਖ ਪੱਲੇ। ਗੋਲ ਗੋਲ ਦੇ ਸਵਾਲ ਇਹਨਾਂ ਦੇ ਕੁਛ ਨਹੀਂ ਹੈ। ਗੋਲਕ ਦੇ ਸਵਾ ਕੱਖ ਨਹੀਂ ਪੱਲੇ। ਹਾਂਜੀ। ਤੀਰਥ ਵਰਤ ਨੇਮ ਸੁਚ ਸੰਜਮ ਸਦਾ ਰਹੇ ਨੇ ਕੰਮ। ਵਰਤ ਨੇਮ ਸੁਚ ਸੰਜਮ ਇਹ ਪੰਡਤ ਦੇ ਨੇ ਸਾਰੇ, ਇਹੀ ਉਪਦੇਸ਼ ਕਰ ਰਹੇ ਨੇ, ਇਹੀ ਸੰਤਾਂ ਕੋਲ ਨੇ। ਤੀਰਥ ਵਰਤ, ਤੀਰਥ ਕੀ ਬਣਾ ਲਿਆ? ਅੰਮ੍ਰਿਤਸਰ ਤੀਰਥ ਬਣਾ ਲਏ ਸਾਰੇ ਇਹਨਾਂ ਨੇ। ਵਰਤੇ ਰੱਖਦੇ ਨਹੀਂ। ਚਲੋ ਹੁਣ ਤਾਂ ਵਰਤ ਵੀ ਰੱਖਣ ਲੱਗ ਗਏ। ਨੇਮ ਇਹਨਾਂ ਨੇ ਬਣਾਏ ਨੇ। ਆ ਨੇਮ ਇਹਨੇ ਮਰਿਆਦਾ, ਮਰਿਆਦਾ ਨੇਮ ਕੱਟ ਕੇ ਮਰਿਆਦਾ ਨੂੰ ਰੱਖ ਲਿਆ। ਮਰਿਆਦਾ ਕੀ ਹੈ? ਨੇਮ। ਉਹ ਕੀ ਹੈ? ਦੂਈ ਕੀ ਹੈ? ਸੁੱਚ। ਸੁੱਚ ਪਿੱਟ। ਅਸੀਂ ਜੀ ਵਿਵੇਕੀਆਂ ਕੋਈ ਹੱਥ ਨਹੀਂ ਲਾ ਸਕਦਾ। ਇਹ ਕੀ ਹੈ? ਸੁੱਚ। ਗੁਰਬਾਣੀ ਖਿਲਾਫ ਹੈ ਇਸ ਗੱਲ ਦੇ। ਜੇ ਸੁੱਚ ਸੀ ਤੁਹਾਡੇ ਕੋਲ, ਰਹਿ ਗਏ ਬੁੱਧੂ ਦੇ ਬੁੱਧੂ। ਨਾਮ ਨਹੀਂ ਮਿਲਿਆ। ਨਾਮ ਇਹ ਤੋਂ ਅੱਗੇ ਹੈ। ਇਹ ਖਾਈ ਹੈ ਸਤੋਗੁਣ ਦੀ। ਤੀਰਥ ਵਰਤ ਨੇਮ ਸੁੱਚ, ਸੁੱਚ ਵਿੱਚ ਆ ਗਈ ਇਹਦੇ, ਔਰ ਸੰਜਮ ਵਿੱਚ ਆ ਗਿਆ। ਸਤੋਗੁਣ ਦੀ ਖਾਈ ਚ ਲੱਗੇ ਹੋਏ ਨੇ ਸਾਰੇ। ਇਹੀ ਸੰਤਾਂ ਕੋਲ, ਇਹੀ ਆਪਣੇ ਆਪ ਨੂੰ ਧਰਮ ਸਮਝਣ ਵਾਲਿਆਂ ਕੋਲ। ਹੋਰ ਉਹਨਾਂ ਕੋਲ ਕੱਖ ਨਹੀਂ ਹੈ, ਇਹ ਖਾਈ ਹੈ। ਤੀਰਥ ਵਰਤ ਨੇਮ ਸੁੱਚ ਸੰਜਮ ਸਦਾ ਰਹੇ ਨੇ ਕੰਮ। ਸਦਾ ਰਹੇ ਨੇ ਕੰਮ। ਇਹਨਾਂ ਦੀ ਇੱਛਾ ਹੀ ਨਾ ਰਹੇ। ਤਿੰਨਾਂ ਚੀਜ਼ਾਂ, ਨਾ ਤੀਰਥ ਦੀ, ਨਾ ਵਰਤ, ਨਾ ਨੇਮ, ਨਾ ਸੁੱਚ, ਨਾ ਸੰਜਮ। ਇਹਨਾਂ ਦੀ ਇੱਛਾ ਪੈਦਾ ਹੀ ਨਾ ਹੋਵੇ।
ਤਾਂ ਇਹ ਖਾਈ ਚੋਂ ਨਿਕਲੂਗਾ। ਜੇ ਇੱਕ ਦੀ ਵੀ ਇੱਛਾ ਹੈ ਖਾਈ 'ਚ ਰਹੂਗਾ। ਨੇ ਕਾਮਾ ਇਹਨਾਂ ਦੀ ਕਾਮਨਾ ਨਾ ਹੋਵੇ ਬਿਲਕੁਲ, ਇਹ ਫਸਾਉਣ ਵਾਲੀਆਂ ਨੇ ਸਾਰੀਆਂ ਚੀਜ਼ਾਂ। ਇਹਨਾਂ ਦਾ ਇਹ ਧਰਮ, ਜਿਹੜੇ ਇਹਨੂੰ ਧਰਮ ਹੁੰਦੇ ਨੇ ਖਾਈ 'ਚੋਂ ਨਿਕਲ ਨਹੀਂ ਸਕਦੇ, ਸਦਾ ਰਹੇ ਨੇ ਕੰਮ। ਤ੍ਰਿਸ਼ਨਾ ਰਮਾਇਆ ਭਰਮ ਚੁੱਕਾ ਚਿਤਵਤ ਆਤਮ ਰਾਮਾ। ਆਦੇ ਤ੍ਰਿਸ਼ਨਾ ਔਰ ਮਾਇਆ, ਮਾਇਆ ਵਾਸਤੇ ਤ੍ਰਿਸ਼ਨਾ, ਇਹਦਾ ਭਰਮ ਚੁੱਕ ਗਿਆ। ਮਾਇਆ ਨਾਲ ਸੁੱਖ ਨਹੀਂ ਹੈ। ਇਹ ਹੁਣ ਵਰਡ ਵੀ ਮੰਨਦੀ ਹੈ ਸਾਰੀ, ਇਹ ਸਾਰੇ ਸਿਆਣੇ ਵੀ ਮੰਨਦੇ ਨੇ, ਪਹਿਲਾਂ ਨਹੀਂ ਸੀ ਮੰਨਦੇ। ਇਸ ਕਰਕੇ ਇਹ ਵਿਆਖਿਆ ਨੂੰ ਤਾਂ ਸਾਰੀ ਵਰਡ ਨਹੀਂ ਮੰਨ ਲੈਣਾ। ਵਰਡ ਲੈਵਲ ਦੀ ਵਿਆਖਿਆ ਹੈ, ਗੁਰਬਾਣੀ ਦੀ ਇਸੇ ਲੈਵਲ ਦੀ ਵਿਆਖਿਆ ਤੋਂ ਘੱਟੇ ਦੀ ਵਿਆਖਿਆ ਜੇ ਕਰਾਂਗੇ ਸੰਪਰਦਾਇਕਤਾ ਬਣ ਜੂਗੀ, ਫਿਰ ਇਹ ਸੰਪਰਦਾਇਕਤਾ ਬਣ ਜੂਗੀ। ਸਾਰੇ ਸੰਸਾਰ ਵਾਸਤੇ ਹੈ, ਸੰਸਾਰ ਦੇ ਆਦਮੀ ਵਾਸਤੇ ਹੈ। ਮਾਇਆ ਦੀ ਜਿਹੜੀ ਹੈਗੀ ਹੈ ਚਿਤਬੜਾ, ਇਹਦੇ ਹੀ ਝਗੜੇ ਨੇ ਸੰਸਾਰ 'ਚ ਸਾਰੇ। ਕਰਪਸ਼ਨ ਮਾਇਆ ਦੀ ਹੈ, ਧੱਕੇਸ਼ਾਹੀ ਮਾਇਆ ਵਾਸਤੇ ਹੈ, ਲੁੱਟਾਂ ਖੋਹਾਂ ਮਾਇਆ ਵਾਸਤੇ ਨੇ। ਇਹੀ ਨੇ ਨਾ, ਹਥਿਆਰ ਬਣਾਉਂਦੇ ਨੇ ਵੇਚਣ ਵਾਸਤੇ, ਸਾਸਤ ਕਰਦੇ ਮੈਂ ਇਹਨਾਂ ਨੂੰ ਲੜਾ ਦੀ ਹਥਿਆਰ ਵੇਚੀ, ਉਹ ਵੀ ਮਾਇਆ ਵਾਸਤੇ। ਜੋ ਤਾਣੇ ਬਾਣੇ ਆਦਮੀ ਸ਼ਰਾਰਤੀ ਦਿਮਾਗ 'ਚ ਦਿਮਾਗ ਦੇ ਵਿੱਚ ਚਰਖਾ ਚੱਲਦਾ ਹੈ, ਸ਼ੈਤਾਨ ਦਾ ਚਰਖਾ ਮਾਇਆ ਵਾਸਤੇ ਚੱਲਦਾ ਸਾਰਾ ਦਿਨ, ਇਹਦੀ ਪ੍ਰਾਪਤੀ ਵਾਸਤੇ। ਮਾਇਆ ਸ਼ੈਤਾਨ ਦੀ ਸ਼ਕਤੀ ਦਾ ਨਾਮ ਹੈ। ਸ਼ੈਤਾਨ ਦੀ ਸ਼ਕਤੀ ਕੀ ਹੈ? ਮਾਇਆ। ਸ਼ੈਤਾਨ ਆਪਣੇ ਬਸ 'ਚ ਕਰਨ ਵਾਸਤੇ ਮਾਇਆ ਰੱਖੀ ਹੋਈ ਉਹਨੇ, ਸਾਰੇ ਉਹਦੇ ਬਸ ਨੇ। ਜਿਹੜਾ ਮਾਇਆ ਨਾਲ ਜੁੜਿਆ ਹੈ, ਮਾਇਆ ਦੀ ਇੱਛਾ ਸ਼ੈਤਾਨ ਦੇ ਕਾਬੂ 'ਚ ਹੈ। ਸ਼ੈਤਾਨ ਕੌਣ ਹੈ? ਜਮ। ਜਮ ਨੇ ਜਾਲ 'ਚ ਫਸਾਉਣ ਵਾਸਤੇ ਮਾਇਆ ਖੜਾਈ ਹੋਈ ਹੈ। ਜਿਵੇਂ ਜਾਲ ਲਾ ਕੇ ਸ਼ਿਕਾਰੀ ਕੀ ਕਰਦਾ? ਦਾਣੇ ਖੜਾਉਂਦਾ, ਚੋਗਾ ਖੜਾਉਂਦਾ ਨਾ, ਉੱਤੇ ਜਾਲ ਲਾ ਕੇ। ਮਾਇਆ ਚੋਗਾ ਉੱਤੇ ਜਾਲ ਹੈ, ਪਰ ਜਿਹੜਾ ਚੋਗਾ ਚੁੱਕਦਾ ਫਸ ਜਾਂਦਾ। ਇਹ ਜਾਲ ਹੈ। ਜਿਹਨੂੰ ਤਾਂ ਜਾਲ ਦਿੰਦਾ ਉਹਦੇ ਚੋਗੇ ਤੋਂ ਬਚ ਕੇ ਚੁੱਕਦਾ। ਸਮਝਿਆ ਨਹੀਂ? ਉਹ ਤਾਂ ਉੱਤੇ ਦੀ ਬਹਿ ਕੇ ਜਾਲ ਦੇ ਦਾਣੇ ਚੱਕ ਲੈਂਦਾ, ਉੱਤੋਂ ਹੀ ਉੜ ਜਾਂਦਾ। ਜਿਹਨੇ ਹੁਣ ਇਕੱਠਾ ਕਰਨਾ ਚੋਗਾ, ਉਹ ਥੱਲੇ ਜਾਲ ਦੇ ਥੱਲੇ ਵੜ ਜਾਂਦਾ। ਇਹਨੂੰ ਵੱਧ ਚਾਹੀਦਾ, ਉਹ ਫਿਰ ਆਪਣਾ ਘੇਰਾ ਕਰ ਲੈਂਦਾ ਵੀ ਇੰਨਾ ਏਰੀਆ ਮੇਰਾ। ਉਹ ਏਰੀਆ ਵਾ ਫਿਰ ਕਿਲਾ ਬਣਾ ਲੈਂਦਾ। ਮਿਸਲਾਂ ਐਵੇਂ ਬਣਾਈਆਂ ਸੀ, ਜਿਨ੍ਹਾਂ ਨੇ ਮਿਸਲਾਂ ਬਣਾਈਆਂ ਤੇ ਜਾਲ ਦੇ ਥੱਲੇ ਵੜ ਗਏ। ਅਕਾਲੀ ਫੂਲਾ ਤੋਂ ਉਹਨੂੰ ਉੱਤੇ ਬੈਠ ਕੇ ਚੁੱਕਦੇ ਰਹੇ। ਉਹ ਕਹਿੰਦੇ ਸਰੀਰ ਹੈ, ਜਿੰਨਾ ਚਿਰ ਹੈਗਾ ਚੌਕਾ ਚੁੱਕ ਲਓ, ਬਾਕੀ ਉੜ ਜਾਂਦੇ ਉੱਤੋਂ ਹੀ। ਉਹ ਅਸੀਂ ਬਹੁਤਾ ਇਕੱਠਾ ਕਰੇ ਨਾਲ ਦਾ ਜਾਣੇ, ਸਰੀਰ ਬਣੀ ਜਾਣਾ ਨਾਲ ਦਾ, ਇਕੱਠਾ ਕਦ ਨੂੰ ਕਰਨਾ? ਉਹ ਉੱਤੇ ਬਹਿ ਕੇ ਚੁੱਕਦੇ ਰਹੇ ਬਸ। ਇੱਕ ਥੱਲੇ ਵੜ ਕੇ ਚੁੱਕਦੇ ਨੇ, ਜਾਂ ਉੜਨਾ ਪੈਂਦਾ, ਥੱਲੇ ਵਾਲੇ ਨਹੀਂ ਉੜ ਸਕਦੇ, ਫਿਰ ਨਹੀਂ ਜਾਲ ਉੜਨ ਦਿੰਦਾ। ਥੱਲੇ ਵਾਲੇ ਫਸ ਜਾਂਦੇ, ਉੱਤੇ ਬੈਠ ਕੇ ਚੁੱਕ ਲਓ। ਉੱਤੇ ਬੈਠ ਕੇ ਚੁਗੀਦਾ ਹੁੰਦਾ ਚੋਗਾ ਮਾਇਆ ਦੇ। ਉਹ ਖਾਈ 'ਚ ਵੜ ਕੇ ਥੱਲੇ ਡੂੰਘੀ ਖੱਡ 'ਚ। ਹਾਂਜੀ, ਤ੍ਰਿਸ਼ਨਾ ਔਰ ਮਾਇਆ ਭਰਮ ਚੁੱਕਾ ਚਿਤਵਤ ਤ੍ਰਿਸ਼ਨਾ ਔਰ ਮਾਇਆ ਦਾ ਭਰਮ ਚੁੱਕਿਆ ਗਿਆ। ਚਿਤਵਤ ਆਤਮ ਸੁਖ ਨਹੀਂ ਮਾਇਆ ਵਿੱਚ ਹੈ। ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ। ਜਿੱਦਣ ਇਹ ਸਮਝ ਆ ਗਈ, ਉਹ ਭਰਮ ਚੁੱਕਿਆ ਗਿਆ। ਫਿਰ ਬਹੁਤੀ ਕਾਲ ਨੂੰ ਇਕੱਠੀ ਕਰੂਗਾ, ਕਿਉਂ ਚਿੰਤਾ ਪਾਲੂਗਾ? ਜੇ ਆ ਜਾਏ ਤਾਂ ਸਿੱਟਣ ਇਸ ਕਰਕੇ ਨਹੀਂ ਜਾਂਦਾ ਕਿ ਤੈਨੂੰ ਡਿਊਟੀ ਦਿੱਤੀ ਹੈ। ਖਬਰਾਂ ਕਿਹਦੀ ਹੈ? ਮਾਇਆ ਤੇਰੀ ਨਹੀਂ ਹੈ। ਜੇ ਬੈਂਕ 'ਚ ਕੋਈ ਜਮ੍ਹਾਂ ਕਰਾਉਣ ਚਲਾ ਜਾਵੇ, ਪੈਸੇ ਬੈਂਕ ਵਾਲੇ ਜਵਾਬ ਨਹੀਂ ਦੇ ਸਕਦੇ। ਜੇ ਬੈਂਕ ਵਾਲੇ ਜਵਾਬ ਦੇਣ, ਉਹਦੇ ਹੋ ਜਾ ਡਕੈਤੀ ਰਾਤ ਨੂੰ। ਪੁੱਛ ਪ੍ਰਤੀਤ ਉਹਨਾਂ ਦੇ ਵੀ ਤੁਸੀਂ ਮਾਇਆ ਕਿਉਂ ਨਹੀਂ ਲਈ? ਤੁਹਾਡੀ ਡਕੈਤਾਂ ਨਾਲ ਬਣੀ ਭੁਗਤਾ ਨਹੀਂ ਸਿੱਖਦੇ।
ਉਹ ਸ਼ੱਕ ਦੇ ਦਾਇਰੇ 'ਚ ਆ ਜਾਂਦੇ ਨੇ। ਤੁਹਾਡੇ ਕੋਲ ਤਾਂ ਸਟਰੋਂਗ ਰੂਮ ਸੀਗਾ, ਤੁਸੀਂ ਇਹਦੇ ਤਾਂ ਲਈ ਨਹੀਂ ਗਾ ਕਿ ਉਹਨੂੰ ਫੂਕ ਮਾਰਦੀ ਹੋਵੇ ਡਕੈਤ ਨੂੰ ਵੀ ਭਾਈ ਅਸੀਂ ਲਈ ਨਹੀਂ, ਮਾਇਆ ਫਲਾਣੇ ਤੋਂ ਪਈ ਹੈ। ਉਹ ਇਨਕੁਆਰੀ ਦੇ ਦਾਇਰੇ 'ਚ ਆ ਜਾਂਦੇ ਨੇ, ਔੜੇ ਵੀ ਚਾਹੀਦੇ ਨੇ। ਇਸ ਕਰਕੇ ਅਸੀਂ ਮਨਾ ਤਾਂ ਨਹੀਂ ਕਰ ਸਕਦੇ, ਪਰ ਹੈ ਉਹਦੀ ਉਹ ਜਿਹਦੀ ਹੈ ਤਾਂ ਉਹਦੀ ਉਹ ਜਿਹਦੀ ਹੈ। ਬੈਂਕ ਦਾ ਰੱਖ ਲੈਂਦਾ ਰਾਤ ਨੂੰ, ਖਾਤੇ 'ਚ ਉਹਦੇ ਜੜ ਦਿੰਦਾ ਉਹਦੀ ਹੈਗੀ ਹੈ, ਬਲਕਿ ਉਹਦੀ ਵੀ ਨਹੀਂ ਹੈ। ਉਹ ਤਾਂ ਬੈਂਕ ਦੀ ਗਈ, ਜੇ ਡਾਕਾ ਪੈ ਜਾਏ ਬੈਂਕ ਦਾ ਗਿਆ, ਉਹਦੀ ਨਹੀਂ ਗਈ, ਉਹਦੀ ਨਹੀਂ ਗਈ ਹੈ ਨਾ ਮੁਲਾਜ਼ਮ ਦੀ ਗਈ ਹੈ। ਗਈ ਕਿਹਦੀ ਹੈ? ਗਈ ਹੈ ਬੈਂਕ ਦੀ, ਬੈਂਕ ਮਾਲਕ ਹੈ। ਜੇ ਚਲੀ ਗਈ ਤਾਂ ਪਰਮੇਸ਼ਰ ਦੀ ਚਲੀ ਗਈ, ਆ ਗਈ ਤਾਂ ਪਰਮੇਸ਼ਰ ਦੀ ਆ ਗਈ। ਇਹ ਨੀਤੀ ਹੈ, ਰੀਤੀ ਨਹੀਂ ਹੈ, ਨੀਤੀ ਹੈ। ਇਹ ਨੀਤੀ ਹੈ, ਗੁਰਮੁਖਾਂ ਦੀ ਨੀਤੀ ਹੈ। ਰੀਤੀ ਨਹੀਂ ਹੁੰਦੀ ਗੁਰਮੁਖਾਂ ਦੀ, ਨੀਤੀ ਹੁੰਦੀ ਹੈ। ਰੀਤੀ ਹੁੰਦੀ ਹੈ ਸੰਸਾਰ ਦੀ, ਸੰਸਾਰ ਦੀ ਰੀਤੀ ਹੁੰਦੀ ਹੈ। ਧਰਮ ਬੰਦਿਆਂ ਦੀ ਨੀਤੀ ਹੁੰਦੀ ਹੈ, ਨੀਅਤ ਨੀਤੀ ਨੂੰ ਕਹਿੰਦੇ। ਹੋਵੇ ਪ੍ਰੀਤ ਪਰਸਪਰ ਤਿਆਗੀ, ਹੋਵੇ ਪ੍ਰੀਤ ਦੁਤੀਆ ਤਿਆਗੀ ਲੋਕਾਂ ਰੀਤ। ਹਾਂ, ਸੰਸਾਰ ਦੀ ਰੀਤ ਹੁੰਦੀ ਹੈ, ਨੀਤੀ ਨਹੀਂ ਹੁੰਦੀ ਹੈ। ਸੰਸਾਰ ਦੀ ਨੀਤੀ ਕੀ ਹੁੰਦੀ ਹੈ? ਨੀਤੀ ਕੁਟਲ ਨੀਤੀ ਹੁੰਦੀ ਹੈ। ਸੰਸਾਰ ਦੀ ਕੱਲੀ ਨਹੀਂ ਹੁੰਦੀ ਨੀਤੀ, ਕੁਟਲ ਨੀਤੀ ਹੁੰਦੀ ਹੈ। ਕੁਟਲ ਨੀਤੀ ਹੁੰਦੀ ਧੋਖਾ ਦੇਣਾ। ਸੰਸਾਰ ਦੀ ਨੀਤੀ ਗੁਰਮੁਖਾਂ ਦੀ ਨੀਤੀ ਧੋਖਾ ਦੇਣਾ ਨਹੀਂ ਹੈ। ਬੈਂਕ ਦੀ ਨੀਤੀ ਧੋਖਾ ਦੇਣਾ ਨਹੀਂ, ਉਹਨੂੰ ਸੇਫਟੀ ਕਰਤੀ ਉਹਦੀ, ਲਿਆ ਭਾਈ ਰੱਖ ਜਾ, ਕੋਈ ਗੱਲ ਨਹੀਂ, ਉਹਨੂੰ ਸੇਫ ਕਰਤਾ, ਬੇਫਿਕਰ ਕਰਤਾ। ਜਿਵੇਂ ਬੇਫਿਕਰ ਉਹ ਕਰਦਾ ਹੈ, ਉਵੇਂ ਬੇਫਿਕਰ ਭਗਤ ਕਰਦਾ ਸਾਰਿਆਂ ਨੂੰ। ਭਗਤ ਵੀ ਬੇਫਿਕਰ ਕਰ, ਸਭ ਦਾ ਬੋਝ ਲਾਉਂਦਾ ਹੈ ਦਿਮਾਗ ਤੋਂ। ਗੁਰਮਤਿ ਸਭ ਦਾ ਬੋਝ ਉਤਾਰ ਰਹੀ ਹੈ, ਸਰਕਾਰ ਦੀ ਹੈ ਨਾ ਇਹ। ਕਾਨੂੰਨ ਕਿਹਦਾ? ਸਰਕਾਰ ਦਾ। ਹੁਕਮ ਕਿਹਦਾ? ਗੁਰਬਾਣੀ ਸਰਕਾਰ ਦਾ, ਪਰਮੇਸ਼ਰ ਦੀ ਸਰਕਾਰ ਹੈ ਨਾ। ਸਾਰਿਆਂ ਦੇ ਦਿਮਾਗ ਦੇ ਬੋਝ ਲਾ ਰਹੇ ਹੈ। ਉਹਦਾ 50 ਲੱਖ ਰੁਪਈਆ ਹੋਵੇ, ਬੈਂਕ ਰਾਤ ਨੂੰ ਨਾ ਲਵੇ, ਉਹਨਾਂ ਨੀਂਦ ਨਹੀਂ ਆਉਣੀ ਵਿਚਾਰੇ ਨੂੰ, ਉਹਦਾ ਬੋਝ ਲਾਉਣਾ। ਸਰਕਾਰ ਨੇ ਬਣਾਇਆ ਹੋਇਆ ਬੈਂਕ, ਉਹਦਾ ਬੋਝ ਲਾਓ ਤੁਸੀਂ। ਇਸ ਕਰਕੇ ਇਹ ਕਾਨੂੰਨ ਬੋਝ ਲਾਉਂਦਾ ਸਾਰਿਆਂ ਦਾ ਦਿਮਾਗ ਤੋਂ, ਇਹਦੇ ਦਿਮਾਗ ਤੇ ਬੋਝ ਨਾ ਰਹੇ। ਹਾਂਜੀ, ਤ੍ਰਿਸ਼ਨਾ ਹਰ ਮਾਇਆ ਭਰਮ ਚੁਕਾ, ਚਿਤਵਤ ਆਤਮ ਰਾਮਾ। ਚਿਤਵਤ ਆਤਮ ਰਾਮ। ਜੇ ਆਤਮ ਰਾਮ ਨੂੰ ਚਿਤਵਦਾ ਰਹੇ ਨਾ, ਮਾਇਆ ਨੂੰ ਨਾ ਚਿਤਵੇ, ਤਾਂ ਭਰਮ ਚੁੱਕ ਜਾਂਦਾ ਹੈ ਮਾਇਆ ਦਾ। ਆਤਮ ਦੀ ਆਪਣੇ ਮੂਲ ਦੀ ਖੋਜ ਵਿੱਚ ਜੁੜਿਆ ਰਹੇ। ਮਾਇਆ ਦੀ ਤ੍ਰਿਸ਼ਨਾ, ਜਿਹੜੀ ਮਾਇਆ ਦੀ ਪੂਰਤੀ ਵਾਸਤੇ ਮਾਇਆ ਨੂੰ ਸਹਿਜ ਖੱਟਾ ਲੱਖ ਕੋਟ ਧਾਵੇ ਵਾਲੀ ਨੀਤੀ ਛੱਡ ਕੇ ਰੀਤੀ ਆਤਮ ਰਾਮ ਨੂੰ ਖੋਜਣ ਵਾਲੀ ਨੀਤੀ ਪੈ ਜੇ, ਤਾਂ ਮਾਇਆ ਦੀ ਦੌੜ ਛੱਡ ਕੇ ਗਿਆਨ ਦੂਈ ਦੌੜ 'ਚ ਲੱਗ ਗਿਆ। ਝੂਠ ਦੀ ਦੌੜ ਛੱਡ ਕੇ ਸੱਚ ਦੀ ਦੌੜ 'ਚ ਪੈ ਗਿਆ। ਆਤਮ ਚਿੰਤਨ ਵਿੱਚ ਲੱਗ ਗਿਆ, ਮਾਇਆ ਦੀ ਖੋਜ ਛੱਡਤੀ। ਜਿਹੜੇ ਜ਼ਮੀਨ 'ਚੋਂ ਚੀਜ਼ਾਂ ਖੋਜਦੇ ਨੇ, ਸੋਨਾ ਖੋਜਦੇ ਨੇ, ਕੋਇਲਾ ਖੋਜਦੇ ਨੇ, ਇਹ ਖੋਜਦੇ ਨੇ, ਉਹ ਖੋਜਦੇ ਨੇ, ਪੈਟਰੋਲ ਖੋਜਦੇ ਨੇ, ਚੰਦ ਤੇ ਜਾ ਕੇ ਖੋਜਦੇ ਨੇ, ਆਹ ਮਿਲ ਜੂ, ਉਹ ਮਿਲ ਜੂ, ਉਹ ਮਾਇਆ ਦੀ ਖੋਜ ਹੈ ਸਾਰੀ। ਉਹ ਮਾਇਆ ਦੀ ਖੋਜ ਹੈ ਸਾਰੀ, ਆਤਮ ਰਾਮ ਦੀ ਖੋਜ ਨਹੀਂ ਹੈ। ਭਗਤਾਂ ਦੀ ਖੋਜ ਆਤਮ ਰਾਮ ਦੀ ਖੋਜ ਹੈ। ਆਤਮ ਖੋਜ ਆਪਣੀ, ਨਿਰਾਕਾਰ ਦੀ। ਦਰਸ਼ਨ ਕਿਸੇ ਦਾ ਨਹੀਂ ਕਰਨਾ ਹੈ, ਆਤਮ ਦਰਸ਼ਨ ਹੈ। ਆਪ ਨਿਰਾਕਾਰ ਹੈ, ਆਪਣਾ ਹੀ ਗੱਲ ਵੇ, ਗੱਲ ਖਤਮ ਹੋਈ। ਕੋਈ ਨਿਰਾਕਾਰ ਨੂੰ ਦੇਖਣਾ, ਆਪਣੇ ਆਪ ਨੂੰ ਦੇਖ ਲਵੇ, ਆਪਣੇ ਆਪ ਨੂੰ ਦੇਖ ਲਿਆ। ਨਿਰਾਕਾਰ ਦਾ ਦਰਸ਼ਨ ਹੈ, ਸਾਰਿਆਂ 'ਚ ਇੱਕੋ ਹੀ ਹੈ। ਇਹੀ ਸੱਚਖੰਡ ਜਿਹਨੇ ਸਾਰੇ। ਉਹ ਸੁੱਤੇ ਪਏ ਨੇ, ਜਾਗਦੇ ਨੇ। ਇਹ ਸੁੱਤੇ ਪਏ ਨੇ ਇੱਥੇ ਵਾਲੇ, ਉਹ ਜਾਗਦੇ ਨੇ। ਸੁੱਤੇ ਪਏ ਜਾਗਦੇ ਦਾ ਕਿਹੜਾ ਫਰਕ ਹੁੰਦਾ? ਜ਼ਿਆਦਾ
ਸੁੱਤੇ ਪਏ ਜਾਗਦੇ ਆਦਮੀ ਦਾ ਕੀ ਫਰਕ ਆ ਬਈ? ਸੁੱਤਾ ਪਿਆ ਦੇਖ ਲਿਆ, ਜਾਗਦਾ ਦੇਖ ਲਿਆ। ਜਿਹੜਾ ਹਿਰਦੇ 'ਚ ਉਹਦਾ ਜਾਗਦਾ ਹੀ ਹੈ ਨਾ, ਅੱਧਾ ਹੀ ਹੈ ਚਾਹੇ ਹੈ ਤਾਂ ਜਾਗਦਾ ਹੀ ਨਾ। ਇਸ ਕਰਕੇ ਜਾਗਦਾ ਦੇਖਿਆ ਘੱਟ ਘੱਟ ਮੈਂ ਹਰਜੂ, ਬਸ ਹੈ ਜਾਗਦਾ ਦੇਖਿਆ ਜਾਂ ਖੁੱਲੀਏ ਜਾਗਦਾ ਹੈ ਦੇਵ ਦੇਖਿਆ ਉਹਨੇ। ਸਤਿਗੁਰ ਜਾਗਤਾ ਸਤਿਗੁਰ ਜਾਗਤਾ ਹੈ, ਜਾਗਤੇ ਕੋ ਜਾਗਤਾ ਮਿਲੇ। ਸੁੱਤਾ ਨਹੀਂ ਦੇਖਿਆ ਮਨ ਆਪਣਾ ਦੇਖਿਆ, ਜਾਗਤਾ ਉਹਦਾ ਦੇਖਿਆ। ਸੰਸਾਰ ਦਾ ਜਾਗਤੇ ਦੇ ਨਾਲ ਰਾਬਤਾ ਕਾਇਮ ਹੋਇਆ, ਆਪਣੇ ਸੁੱਤੇ ਨੂੰ ਜਗਾਇਆ। ਆਪਣੇ ਮਨ ਨੂੰ ਸੁੱਤੇ ਨੂੰ ਖੋਜ ਕੇ ਜਗਾਇਆ। ਇੱਕ ਹੋਇਆ ਦੁਨੀਆ ਦੇ ਜਾਗਤੇ ਨਾਲ ਰਾਬਤਾ ਕਾਇਮ ਕੀਤਾ। ਜਾਗਤੇ ਦਾ ਦਰਸ਼ਨ ਕੀਤਾ, ਸੁੱਤੇ ਦਾ ਨਹੀਂ ਕੀਤਾ। ਸੁੱਤੇ ਦਾ ਤਾਂ ਪਤਾ ਹੀ ਹੈ, ਸੁੱਤੇ ਦਾ ਤਾਂ ਪਤਾ ਹੀ ਹੈ ਕੀ ਕਰਦਾ ਹੁੰਦਾ ਹੈ। ਇਹ ਸੰਸਾਰ ਸਾਰੇ ਸੁੱਤੇ ਪਿਆਂ ਦੀਆਂ ਗੱਲਾਂ ਨੇ। ਸ਼੍ਰੋਮਣੀ ਕਮੇਟੀ ਵਾਲੇ ਸਾਰੇ ਸੁੱਤੇ ਪਏ ਨੇ, ਵਿਦਵਾਨ ਸਾਰੇ ਸੁੱਤੇ ਪਏ ਨੇ, ਸੰਤ ਸਾਰੇ ਸੁੱਤੇ ਪਏ ਨੇ। ਇੱਕ ਬੰਦਾ ਕਹੇ ਵੀ ਮੈਂ ਜਾਗਦਾ ਇਹਨਾਂ ਚੋਂ, ਜੇ ਜਾਗਦਾ ਨਹੀਂ, ਗੁਰਬਾਣੀ ਜਾਗਦਿਆਂ ਦੀ ਗੱਲ ਉਹਨਾਂ ਦੀ ਸਮਝ ਕਿਵੇਂ ਆ ਗਈ? ਇਹ ਕਿਵੇਂ ਆ ਜੂਗੀ? ਇਹ ਗੱਲ ਜਾਗਦਿਆਂ ਦੀ ਹੈ ਕਹੀ ਹੋਈ। ਇਹ ਸੁੱਤੇ ਪਏ ਨੇ, ਅਰਥ ਹੋਣਗੇ ਤਾਂ ਸੁੱਤੇ ਹੀ, ਪਰ ਸੁੱਤੇ ਜਿਉਂ ਜਿਉਂ ਸਮਝੀ ਜਾਣਗੇ ਤੇ ਉਹਦੇ ਜਾਗੀ ਜਾਣਗੇ। ਸਮਝਣ ਵਾਲੇ ਪਾਸੇ ਤਾਂ ਕੋਈ ਗਿਆ ਹੀ ਨਹੀਂ। ਪਹਿਲਾਂ ਦਿਨ ਦੀ ਭਾਸ਼ਾ ਹੀ ਹੋਰ ਹੈ। ਜੇ ਇੱਧਰਲੇ ਪਾਸੇ ਨੂੰ ਜਾਂਦੇ ਫਿਰ ਡੇਰੇ ਨਹੀਂ ਬਣਾਉਂਦੇ, ਫਿਰ ਉਹ ਧਿਆਨ ਨਹੀਂ ਸੀ ਆਉਣਾ। ਡੇਰੇ ਕੰਪੀਟੀਸ਼ਨ, ਫਿਰ ਸੰਗਤ ਤੇ ਕਬਜ਼ਾ ਨਹੀਂ ਕਰਦੇ, ਵਧਾਉਂਦੇ। ਜੋ ਇਹਨਾਂ ਦੇ ਲੱਛਣ ਨੇ ਕਰਦੇ ਰਹੇ ਉਹ ਅਸੀਂ ਦੇਖਦੇ ਹਾਂ। ਉਹ ਲੱਛਣ ਇਹਨਾਂ ਦੇ ਆਤਮ ਚਿੰਤਨ ਵਾਲਾ ਇੱਕ ਵੀ ਲੱਛਣ ਨਹੀਂ ਹੈ ਕਿਸੇ 'ਚ। ਲੱਛਣ ਨਹੀਂ ਹੈ ਤਾਂ ਉਹ ਲੱਛਣ ਹੋਰ ਨੇ। ਜੋ ਪ੍ਰਚਾਰ ਹੈ ਉਹ ਵੀ ਪਤਾ, ਸਾਹਮਣੇ ਆ ਸਭ ਕੁਝ। ਜੇ ਭਲਾ ਜਾਣ ਕੇ ਕੁਝ ਕਰਦੇ ਰਹੇ ਨੇ, ਹੁਣ ਸੱਚਾ ਦੱਸ ਦੇਣ। ਬਾਹਰ ਆਉਣ, ਹੁਣ ਇਹ ਮੈਦਾਨ 'ਚ ਆਉਣ, ਇਹ ਲੁਕਦੇ ਕਰਦੇ ਨੇ। ਅਰੇਂਜ ਤਾਂ ਚਲੋ ਆਪ ਕਰ ਦਾਂਗੇ, ਅਸੀਂ ਕਰ ਦਾਂਗੇ ਅਰੇਂਜ, ਆਪ ਅਰੇਂਜ ਕਰਾਂਗੇ ਇਹਨਾਂ ਦਾ। ਜੇ ਕੋਈ ਚਾਹੁੰਦਾ ਨਾ ਮੈਂ ਦੱਸਣਾ ਪਬਲਿਕ ਨੂੰ, ਅਰੇਂਜ ਅਸੀਂ ਕਰਾਂਗੇ, ਸੰਗਤ ਵੀ ਇਕੱਠੀ ਕਰਾਂਗੇ, ਦੱਸਣ ਵੀ ਸੱਚ ਕੀ ਹੈ ਗੁਰਬਾਣੀ ਦਾ, ਚੌਥਾ ਪਦ ਕੀ ਹੈ, ਦੱਸਣ। ਕੱਖ ਨਹੀਂ ਕਿਸੇ ਦੇ ਪੱਲੇ ਹੈ। ਕਥਾ ਕਹਾਣੀਆਂ ਕਿਉਂ ਸੁਣਾਉਂਦੇ ਨੇ? ਟਾਈਮ ਪਾਸ ਜੋ ਕਰਨਾ ਹੁੰਦਾ। ਜੈ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤੈ ਨਾਸਾ। ਦੇਖੋ, ਜੈ ਮੰਦਰ ਦੀਪਕ ਪ੍ਰਗਾਸਿਆ, ਜਿਹੜੇ ਹਿਰਦੇ ਦੀਵਾ ਜਲ ਗਿਆ ਲਾਉਂਦਾ, ਉੱਥੇ ਤਾਂ ਹਨੇਰਾ ਰਹਿੰਦਾ ਹੀ ਨਹੀਂ ਹੁੰਦਾ। ਇਹਨਾਂ ਦੇ ਕਿਹਦੇ ਦੀਵਾ ਜਲਿਆ ਹੈ? ਹਨੇਰਾ ਸਾਰਿਆਂ ਦੇ ਅੰਦਰ ਹੀ ਹੈ। ਇਹਨਾਂ ਨੂੰ ਇਹ ਸੀ ਸਾਨੂੰ ਕੋਈ ਦੇਖਦਾ ਨਹੀਂ। ਹਨੇਰੇ ਵਾਲੇ ਹਨੇਰੇ 'ਚ ਬੈਠਾ ਹੋਵੇ ਚੂਹਾ, ਉਹਨੂੰ ਲੱਗਦਾ ਬਿੱਲੀ ਨਹੀਂ ਮੈਨੂੰ ਦੇਖਦੀ, ਪਰ ਬਿੱਲੀ ਨੂੰ ਹਨੇਰੇ 'ਚ ਦੀਦਾ ਹੁੰਦਾ। ਬਿੱਲੀ ਨੂੰ ਹਨੇਰੇ 'ਚ ਦੀਦਾ, ਚੂਹੇ ਨੂੰ ਇਸ ਗੱਲ ਦਾ ਪਤਾ ਨਹੀਂ। ਬਸ ਆਹੀ ਗੱਲ ਹੈ। ਇਹ ਹਨੇਰੇ 'ਚ ਬੈਠੇ ਨੇ ਸਾਰੇ, ਇਹਨਾਂ ਨੂੰ ਵੀ ਸਾਨੂੰ ਨਹੀਂ ਕੋਈ ਦੇਖਦਾ। ਸ਼ੇਰ ਨੂੰ ਹਨੇਰੇ ਦੀਦਾ ਹੁੰਦਾ, ਬਿੱਲੀ ਔਰ ਸ਼ੇਰ ਇੱਕੋ ਹੀ ਗੱਲ ਹੈ। ਆਹੋ, ਬਿੱਲੀ ਨੂੰ ਵੀ ਦੀਦਾ, ਸ਼ੇਰ ਨੂੰ ਵੀ ਦੀਦਾ ਹਨੇਰੇ 'ਚ। ਇਹਨਾਂ ਨੂੰ ਇਹ ਵੀ ਸਾਨੂੰ ਕੋਈ ਦੇਖ ਨਹੀਂ ਰਿਹਾ। ਜਿਹੜਾ ਦੇਖ ਰਿਹਾ ਤੁਹਾਨੂੰ ਨਾ, ਉਹ ਅੰਦਰ ਸੇ ਹੀ ਦੇਖ ਰਿਹਾ ਤੁਹਾਡੇ, ਉਹਦਾ ਅੰਦਰ ਤੱਕ ਦੇਖ ਰਿਹਾ। ਉਹਦਾ ਕੈਮਰਾ ਜਿਹੜਾ ਹੈਗਾ ਆ ਦੂਆ ਨਹੀਂ ਹੈ ਬਾਹਰ ਬਾਹਰ ਤੇ ਦੇਖਣ ਵਾਲਾ, ਉਹਦਾ ਐਕਸਰੇ ਵਾਲਾ ਕੈਮਰਾ ਜਿਹੜਾ ਅੰਦਰ ਤੱਕ ਦੇਖ ਲੈਂਦਾ। ਬਾਹਰ ਵਾਲਾ ਮਾਸ ਮੂਸ ਤਾਂ ਉਹ 'ਚ ਆਉਂਦਾ ਹੀ ਨਹੀਂ ਹੈ, ਉਹਨੂੰ ਦੇਖਦੇ ਹੀ ਗਾਹਾਂ ਜਾ ਕੇ ਉਹ ਕੀ ਹੈ, ਉਹ ਸਭ ਪਤਾ ਹੈ ਕੀ ਹੈ ਤੁਹਾਡੇ ਕੋਲ। ਹਾਂਜੀ, ਜੈ ਮੰਦਰ ਕੱਢ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ। ਬਸ ਫਿਰ ਇਹ ਅਵਸਥਾ ਗੁਰਮੁਖੀ ਹੈ।
ਜੈ ਮੰਦਰ ਕੁਝ ਦੀਪ ਵੀ ਨਹੀਂ ਲੁਕਿਆ ਹੋਇਆ ਹੈ ਕਿਸੇ ਦਾ। ਪਬਲਿਕ ਇਹ ਜਾਣਦੀ ਹੈ, ਪਬਲਿਕ ਆਵੇਂ ਜਾਣਦੇ ਨੇ, ਪਬਲਿਕ ਹੈ ਸਭ ਜਾਣਦੀ ਹੈ। ਕਿਹਦੀ ਗੱਲ ਨਹੀਂ ਜਾਣਦੀ ਪਬਲਿਕ? ਸਭ ਕੁਝ ਨੰਗਾ ਇਹਨਾਂ ਸੰਤਾਂ ਦਾ, ਕੁਝ ਵੀ ਢਕਿਆ ਹੋਇਆ ਨਹੀਂ ਹੈ, ਕੁਝ ਵੀ ਪੱਲੇ ਨਹੀਂ ਹੈ। ਹੁਣ ਤਾਂ ਵੇਲਾ ਆ ਗਿਆ ਨਾ ਇਮਤਿਹਾਨ ਦੇਣ ਦਾ, ਆ ਜਾਓ ਵੀ ਪਾਸ ਹੋ। ਬੋਰਡਾਂ ਨਾਲ ਨਹੀਂ ਗੱਲ ਬਣਨੀ, ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਪਰਚਾ ਦਿਓ, ਸਰਟੀਫਿਕੇਟ ਦਈਏ ਤੁਹਾਨੂੰ। ਜੇ ਬ੍ਰਹਮ ਗਿਆਨੀ ਹੈਗੇ ਸਰਟੀਫਿਕੇਟ ਲੈ ਲਓ। ਸਰਟੀਫਿਕੇਟ ਵੀ ਤਾਂ ਚਾਹੀਦਾ ਹੈ, ਚੰਗੀ ਗੱਲ ਹੈ। ਗੁਰੂ ਨਾਨਕ ਨੇ ਕਿਹਾ ਤਾਂ ਕਹਿ, ਤੀਜੇ ਪਾਤਸ਼ਾਹ ਨੇ ਕਹੇ, ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਧੋ ਮਨ ਕਾ ਮਨ ਤਿਆਗੋ। ਕਿਹਾ ਸੀ ਨਾ, ਜੇ ਕਿਸੇ ਨੇ ਤਿਆਗਤਾ ਤਾਂ ਹੁਣ ਦੇ ਦੋ ਪਰਚਾ, ਹੁਣ ਸਾਬਤ ਕਰ ਦੋ ਵੀ ਤਿਆਗਤਾ ਸੀ। ਸਾਧਾਂ ਦੇ ਵਿੱਚ ਹੰਕਾਰ ਸੀ, ਸਾਰਿਆਂ ਦੇ ਵਿੱਚ ਹੀ, ਤਾਂ ਕਿਹਾ ਹੋਇਆ ਗੁਰਬਾਣੀ, ਸਾਧੋ ਮਨ ਕਾ ਮਾਨ ਤਿਆਗੋ। ਜਿਹੜਾ ਗੁਰਬਾਣੀ ਦਾ ਸਾਧ ਹੈ ਹੋਰ ਹੈ, ਉਹ ਨਹੀਂ ਹੈਗਾ ਇਹ, ਤੇ ਉਹ ਨਹੀਂ ਹੁਣ। ਇਹਨਾਂ ਨੂੰ ਸਾਰਿਆਂ ਨੂੰ ਮਾਣ ਹੰਕਾਰ ਸੀ। ਜਿਹੜੇ ਸਾਧ ਕਹਾਉਂਦੇ ਨੇ, ਬਾਹਰੋਂ ਸਾਧ ਕਹਾਉਂਦੇ ਨੇ, ਭੇਖ ਨਾਲ ਸਾਧ ਕਹਾਉਂਦੇ ਨੇ, ਭੇਖ ਨਾਲ ਸੰਤ ਕਹਾਉਂਦੇ ਨੇ, ਉਹ ਹੋਰ ਨੇ। ਉਹਨਾਂ ਦੇ ਬਾਣਾ ਹੁੰਦਾ, ਦੋਆਂ ਦੇ ਬਾਣਾ ਹੀ ਨਹੀਂ ਹੁੰਦਾ, ਦੋਆਂ ਦੀ ਪਛਾਣ ਨਹੀਂ ਹੈ। ਇੱਕ ਮਨ ਕਰਕੇ ਸੰਤ ਹੈ, ਇੱਕ ਤਨ ਕਰਕੇ ਸੰਤ ਹੈ। ਜਿਹੜਾ ਤਨ ਕਰਕੇ ਸੰਤ ਹੈ, ਬਾਣਾ ਪਾ ਕੇ ਹੋਇਆ, ਉਹਨੂੰ ਇਮਤਿਹਾਨ ਦੇਣਾ ਪਊਗਾ। ਜਿਹੜਾ ਮਨ ਕਰਕੇ ਸੰਤ ਹੈ, ਉਹਦਾ ਇਮਤਿਹਾਨ ਦਿੱਤਾ ਹੋਇਆ, ਉਹਦਾ ਦਿੱਤਾ ਹੋਇਆ, ਤਾਂ ਮਨ ਕਰਕੇ ਸੰਤ ਹੈ। ਇਸ ਕਰਕੇ ਭਗਤਾਂ ਦਾ ਕੋਈ ਸਪੈਸੀਫਿਕ ਬਾਣਾ ਹੀ ਨਹੀਂ ਹੈ ਕਿਸੇ ਦਾ। ਜੇ ਘਰ ਚ ਰਹਿਣ ਤੇ ਉਹ ਜਿਹੀ ਨਾ। ਗੁਰੂ ਨਾਨਕ ਦਾ ਕੋਈ ਸਪੈਸ਼ਲ ਬਾਣਾ ਨਹੀਂ ਹੈ, ਗੁਰੂਆਂ ਦਾ ਕੋਈ ਸਪੈਸ਼ਲ ਬਾਣਾ ਨਹੀਂ। ਚਾਹੇ ਸਧਾਰਨ ਬਾਣਾ ਸੀ, ਉਹ ਜਿਹਾ ਹੁੰਦਾ। ਤਾਂ ਸਭ ਭਾਸ਼ਾ ਨੇ ਦਿੱਤੀ ਹੈ, ਤਾਂ ਇਹ ਬਾਣਾ ਵੀ ਨਹੀਂ ਹੈ, ਵਰਦੀ ਹੈ। ਵਰਦੀ ਹੈ, ਭੇਖ ਨਹੀਂ ਹੈ, ਇਹ ਵਰਦੀ ਹੈ। ਕਿਉਂਕਿ ਫੌਜ ਬਣਾਈ ਹੈ ਉਹਨੇ, ਫੌਜ ਦੀ ਵਰਦੀ ਹੁੰਦੀ ਉਹ, ਤੇ ਫੌਜ ਹੈ। ਜੈ ਮੰਦਰ ਦੀਪਕ ਪ੍ਰਗਾਸਿਆ, ਅੰਧਕਾਰ ਤਾਂ ਨਾਸਾ। ਜਿਹੜੇ ਮੰਦਰ ਚ ਦੀਪਕ ਆਪਾਂ ਜਲਾ ਦਈਏ, ਉੱਥੇ ਚਾਨਣ ਹੋਊ ਨਹੀਂ। ਪਰ ਜਿੱਥੇ ਨਾਮ ਦਾ ਦੀਵਾ ਜਲ ਗਿਆ, ਉੱਥੇ ਚਾਨਣ ਹੁੰਦਾ, ਸਾਰੇ ਗਿਆਨ ਹੁੰਦਾ ਉੱਥੇ। ਉੱਥੇ ਤਿੰਨ ਲੋਕ ਦਾ ਗਿਆਨ ਹੁੰਦਾ, ਤਿੰਨ ਲੋਕ ਦਾ ਗਿਆਨ। ਇਹਦਾ ਦੱਸਣ ਕੀ ਹੁੰਦਾ, ਨਹੀਂ ਪੁੱਛ ਲੈਣ ਕੀ ਹੁੰਦਾ। ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ। ਗੁਰਬਾਣੀ ਚ ਤਿੰਨ ਲੋਕ ਦਾ ਗਿਆਨ ਕਿਹਾ ਹੋਇਆ, ਕਬੀਰ ਨੇ ਪਹਿਲਾਂ ਹੀ ਦੱਸਤਾ। ਇਹ ਮੰਨ ਲੈ ਜੋ ਹੁਣ ਮੰਨ ਰਿਹਾ, तीन लोक की बातें कहे। ਜਿਹੜਾ ਇਹ ਮਨ ਨੂੰ ਲੈ ਕੇ ਨਾ, ਬੁੱਧੀ ਫੜ ਕੇ ਮਨ ਨੂੰ ਅੰਤਰਮੁਖੀ ਰਹੇ ਦਿਨ ਰਾਤ, ਉਹ ਤਿੰਨ ਲੋਕ ਦੀ ਗੱਲ ਕਹਿ ਸਕਦਾ, ਦੱਸ ਸਕਦਾ। ਤਿੰਨ ਲੋਕ ਦੀ ਗੱਲ ਅੰਦਰੋਂ ਪਤਾ ਲੱਗਣਾ, ਮਾਨੂੰ ਕਿਵੇਂ ਲੱਗ ਜੂਗਾ? ਅੰਦਰ ਦੀ ਉਹ ਮੈਸੇਜ ਆਉਣਾ, ਅੰਦਰੋਂ ਹੀ ਪਤਾ ਲੱਗਣਾ ਸਭ ਕੁਝ, ਸੋਝੀ ਅੰਦਰੋਂ ਹੀ ਆਉਣੀ। ਹਾਂਜੀ, ਨਿਰਭਉ ਪੂਰ ਰਹੇ ਪਰਮ ਭਾਗਾ, ਕਹਿ ਕਬੀਰ ਜਨ ਦਾਸਾ। ਨਿਰਭਉ ਪੂਰ ਰਹੇ ਪ੍ਰਭ ਭਾਗਾ। ਪੂਰ ਕੀ ਰਹੇ? ਜਿਹੜਾ ਗਿਆਨ ਹੈ ਨਾ, ਦੀਪਕ ਦਾ ਪ੍ਰਕਾਸ਼ ਹੋਇਆ, ਜਲਿਆ ਜ਼ਰੂਰ, ਚਾਨਣ ਵੀ ਹੋਇਆ, ਫਿਰ ਉਹਨੂੰ ਪੂਰਾ ਵੀ ਤਾਂ ਕਰਨਾ। ਧਰ ਉੱਪਰ ਆਕਾਸ਼ ਨਾ ਚੜਨ ਕਰਨਾ। ਉਹਨੂੰ ਸਾਬਤ ਸੂਰਤ ਦਸਤਾਰ ਸਿਰੇ ਤੱਕ ਪਹੁੰਚਾਉਣਾ। ਉਹ ਇੱਕ ਹੋਊਗਾ, ਜੰਮੂਗਾ, ਬਿਰਛ ਬਣੂਗਾ, ਫਲ ਲੱਗੂਗਾ, ਇੱਥੇ ਆ ਕੇ ਪੂਰਾ ਹੋਊਗਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ। ਜਦ ਗਿਆਨ ਫਲ ਲੱਗੂਗਾ, ਫਿਰ ਪੂਰਾ ਹੋ। ਉਹ ਨਿਰਭਉ ਆਪ ਪਰਮੇਸ਼ਰ ਪੂਰਾ ਕਰ ਰਿਹਾ ਉਹਨੂੰ, ਉੱਥੇ ਤੱਕ ਆਪ ਲੈ ਕੇ ਜਾ ਰਿਹਾ।
ਪੂਰਨ ਨਾਲ ਪਰਮੇਸ਼ਰ ਦੇ ਤਾਂ ਹੀ ਲੱਗਿਆ ਹੋਇਆ ਹੈ। ਪੂਰਨ ਪਰਮੇਸ਼ਰ ਪੂਰਨ ਕਰਨ ਵਾਲਾ ਹੈ। ਗੁਰਮੁਖ ਨੂੰ ਪੂਰਨ ਕਰਨ ਵਾਲਾ ਪਰਮੇਸ਼ਰ, ਪੂਰਨਤਾ ਦੇਣ ਵਾਲਾ ਪਰਮੇਸ਼ਰ ਆਪ ਹੈ, ਹੋਰ ਨਹੀਂ ਕੋਈ ਹੈਗਾ। ਕੋਈ ਆਦਮੀ ਨਹੀਂ ਇਹ ਕੰਮ ਕਰ ਸਕਦਾ, ਕੋਈ ਬ੍ਰਹਮਾ, ਕੋਈ ਵਿਸ਼ਨੂੰ, ਕੋਈ ਦੇਵੀ ਦੇਵਤਾ, ਕੋਈ ਨਹੀਂ। ਦੇਵੀ ਦੇਵਤਾ ਆਪ ਵਿਚਾਰੇ ਉਦਾਂ ਹੀ ਨੇ, ਉਹ ਤਾਂ ਸੰਤੋਖੀ ਵੀ ਹੈ ਨਹੀਂ। ਦੇਵੀ ਦੇਵਤੇ ਤਾਂ ਮਾਇਆਧਾਰੀ ਨੇ, ਉਹ ਤਾਂ ਬਹੁਤ ਥੱਲੇ ਦੀਆਂ ਗੱਲਾਂ ਨੇ। ਹੈ ਦੇਵੀ ਦੇਵਤੇ ਤਾਂ ਈਰਖਾ ਇਹਨਾਂ 'ਚ ਹੈ, ਲੋਭ ਇਹਨਾਂ 'ਚ ਹੈ। ਦੇਵੀ ਦੇਵਤਾ ਨੇ ਬੇਈਮਾਨੀ ਉਹ ਕਰ ਲਈ, ਰਾਖਸ਼ਾਂ ਨਾਲ ਸਮੁੰਦਰ ਰਲ ਕੇ ਬੇਈਮਾਨੀ ਨਹੀਂ ਕੀਤੀ। ਵਿੱਚ ਸ਼ਿਵ ਜੀ ਹੈ, ਵਿੱਚ ਇਹਨਾਂ ਦਾ ਬ੍ਰਹਮਾ ਹੈ, ਵਿੱਚ ਵਿਸ਼ਨੂੰ ਹੈ, ਵਿੱਚ ਇੰਦਰ ਹੈ। ਇਹ ਤਾਂ ਸਾਰੇ ਬੇਈਮਾਨ ਨੇ। ਦੇਖੋ ਨਾ, ਆਪਾਂ ਕੋਈ ਹਿੱਸੇਦਾਰ ਕਰ ਲਈਏ, ਬਰਾਬਰ ਕੰਮ ਕਰਨਾ ਹੈ, ਕੋਈ ਬਰਾਬਰ ਦਾ ਹਿੱਸੇਦਾਰ ਹੈ, ਉਹਦਾ ਹਿੱਸਾ ਮੰਗ ਲਈਏ, ਕਿੰਨੀ ਬੁਰੀ ਗੱਲ ਹੈ। ਬੜਾ ਲਿਖਿਆ ਗ੍ਰੰਥ ਦੇ ਵਿੱਚ ਵੀ ਐਂ ਕਰ ਲਿਆ, ਅਸੀਂ ਉਹਨਾਂ ਨੂੰ ਚਲਾਕੀ ਕਰ ਲਈ। ਇਹ ਗੱਲਾਂ ਦੱਸਣ ਵਾਲੀਆਂ ਨੇ, ਇਹ ਤਾਂ ਬੇਇੱਜ਼ਤੀ ਵਾਲੀਆਂ ਗੱਲਾਂ ਨੇ। ਜੇ ਹੋ ਵੀ ਗਿਆ ਤੇ ਤੁਸੀਂ ਲਿਖਿਆ ਕਾਨੂੰਨ ਇਹ ਬੇਇੱਜ਼ਤੀ ਕਰਾਉਣ ਨੂੰ ਲਿਖੀਆਂ ਨੇ। ਕਮ ਸੇ ਕਮ ਜੇ ਭਲਾ ਹੋ ਵੀ ਗਿਆ ਸੀ ਪਹਿਲਾਂ, ਇਹ ਤਾਂ ਬੇਈਮਾਨੀ ਸਿਖਾਉਣ ਖਾਤਰ ਲਿਖੀਆਂ ਨੇ ਆਪਣੇ ਜਨਰੇਸ਼ਨ ਨੂੰ ਵੀ ਭਾਈ ਬੇਈਮਾਨੀ ਤੁਸੀਂ ਵੀ ਏਦਾਂ ਕਰਿਆ ਕਰੋ। ਉਹ ਬੇਈਮਾਨੀ ਨੂੰ ਧਰਮ ਦਾ ਹਿੱਸਾ ਬਣਾ ਦਿੱਤਾ। ਤੁਹਾਨੂੰ ਅਕਲ ਮਾਰੀ ਹੋਈ ਹੈ ਤੁਹਾਡੀ। ਜੇ ਇਹੋ ਜਿਹੀ ਗੱਲ ਕੋਈ ਸਾਡੇ ਹੋ ਵੀ ਜਾਵੇ, ਇਹ ਤਾਂ ਦੱਸੀ ਦੀ ਨਹੀਂ ਹੁੰਦੀ ਸਮਾਂ ਵੀ ਸਾਡੇ ਜੀ ਬੁੜੇ ਨੇ ਬੇਈਮਾਨੀ ਕਰ ਲਈ ਸੀ, ਤੁਸੀਂ ਟੌਰ ਨਾ ਦੱਸਦੇ ਹੋ। ਉਹ ਤਾਂ ਬੇਇੱਜ਼ਤੀ ਵਾਲੀ ਗੱਲ ਹੈ। ਉਹ ਵਿਸ਼ਨੂੰ ਨੂੰ ਚੰਗਾ ਕੋਈ ਕਿਵੇਂ ਸਮਝੂਗਾ? ਇਹ ਚੰਗੀ ਗੱਲ ਹੈ ਕੋਈ? ਜੀ ਦੇਵ ਫਿਰ ਰਾਖਸ਼ ਅਮਰ ਹੋ ਜਾਂਦੇ। ਹੁਣ ਰਾਖਸ਼ ਕਿੱਥੇ ਚਲੇ ਗਏ? ਹੁਣ ਅੜ ਗਏ। ਹੁਣ ਹੈ ਨਹੀਂ, ਰਾਵਣ ਜ਼ਿਆਦਾ ਨੇ ਰਾਮ ਨੂੰ। ਹੁਣ ਇੱਥੇ ਰਾਮ ਦਿਖਾਓ ਕਿੱਥੇ? ਕੋਈ ਰਾਵਣ ਨੇ ਲਿਆਓ ਰਾਮ ਕਿੱਥੇ? ਉਹ ਰਾਵਣ ਤਾਂ ਹੁਣ ਜ਼ਿਆਦਾ ਨੇ। ਰੋਜ਼ ਤੁਸੀਂ ਹਰ ਸਾਲ ਰਾਵਣ ਦੇ ਪੁਤਲੇ ਫੂਕਦੇ ਹੋ। ਰਾਵਣ ਜ਼ਿਆਦਾ ਨੇ, ਰਾਮ ਦਾ ਦਿਖਾਓ ਕਿੱਥੇ? ਕੋਈ ਰਾਮ ਲੱਭਦਾ ਨਹੀਂ। ਰਾਵਣ ਜਿੱਥੇ ਮਰਜ਼ੀ ਲੈ ਲਓ। ਉਹ ਆਪੇ ਰਾਵਣ ਨੇ ਜਿਹੜੇ ਫੂਕਦੇ ਨੇ ਪੁਤਲੇ। ਰਾਵਣ ਦੇ ਪੁਤਲੇ ਨਹੀਂ ਫੂਕਣੇ ਚਾਹੀਦੇ। ਮੂੰਹ ਮੇ ਰਾਮ ਹੈ, ਮਨ ਮੇ ਰਾਵਣ ਹੈ ਸਾਰਿਆਂ ਦੇ। ਆਪਣੇ ਅੰਦਰਲੇ ਰਾਵਣ ਦਾ ਪੁਤਲਾ ਫੂਕ ਦੋ ਜੇ ਰਾਵਣ ਚੰਗਾ ਨਹੀਂ ਲੱਗਦਾ। ਜੇ ਰਾਵਣ ਹੈ ਇੰਨੀ ਨਫ਼ਰਤ ਹੈ, ਇਹ ਤੁਹਾਡਾ ਮਨ ਰਾਵਣ ਹੈ, ਇਹਨੂੰ ਫੂਕੋ ਪਹਿਲਾਂ। ਰਾਵਣ ਵਾਲੇ ਸਾਰੇ ਗੁਣ ਇਹਦੇ 'ਚ ਹੈਗੇ ਨੇ। ਕਿਹੜਾ ਗੁਣ ਹੈ ਜਿਹੜਾ ਰਾਵਣ ਵਾਲਾ ਨਹੀਂ ਹੈ ਮਨ 'ਚ? ਗੁਣ ਤਾਂ ਨਹੀਂ ਹੈ, ਤਾਂ ਔਗਣੇ ਪਰ ਇਹ ਤਾਂ ਗੁਣੇ ਮੰਨਦੇ ਨੇ। ਰਜੋ ਤਮੋ ਸਤੋ ਗੁਣ ਔਗਣ ਨੇ ਇਹ ਤਿੰਨੇ, ਜਿਹੜਾ ਨੂੰ ਗੁਣ ਮੰਨੀ ਬੈਠੇ ਹੋ। ਗੁਰਬਾਣੀ ਰਜਗੁਣ, ਤਮਗੁਣ, ਸਤਗੁਣ ਨੂੰ ਔਗਣ ਮੰਨਦੀ ਹੈ। ਮਾਇਆ ਇੱਕ ਬਹੁਤ ਬੜੀ ਰੁਕਾਵਟ ਹੈ ਭਗਤੀ ਵਿੱਚ। ਇਹ ਤੇਰੀ ਸਭ ਮਾਇਆ। ਤਾਂ ਮਾਇਆ ਦਾ ਰੁਕਾਵਟ ਹੈ। ਮਾਇਆ ਵਿਰੋਧੀ ਹੈ ਧਰਮ ਦੇ। ਵਿਰੋਧੀ ਦੀ ਤੁਸੀਂ ਪੂਜਾ ਕਰਦੇ ਹੋ, ਲక్ష్ਮੀ ਦੀ। ਤੁਸੀਂ ਕਹਿੰਦੇ ਸਾਡਾ ਧਰਮ ਹੈ। ਜੇ ਕੋਈ ਧਰਮ ਸਭ ਤੋਂ ਜ਼ਿਆਦਾ ਖਿਲਾਫ ਹੈ ਨਾ ਸੱਚ ਦੇ, ਉਹਦਾ ਨਾਮ ਹਿੰਦੂ ਧਰਮ ਹੈ। ਮਾਇਆ ਦੀ ਪੂਜਾ, ਸਤਿਗੁਰ ਤੇ ਜਾ, ਕਿਉਂਕਿ ਸਿਮਰਤੀ ਜੋ ਬਣਾਈ ਹੈ। ਵੇਦ ਧਰਮ ਅਸਲੀ ਹੈ। ਵੇਦ ਕਿਉਂ ਪਿੱਛੇ ਕੀਤਾ, ਸਿਮਰਤੀ ਕਿਉਂ ਅੱਗੇ ਕੀਤੀ? ਇਹਦਾ ਜਵਾਬ ਦੇ ਦੇਣਾ। ਇਹ ਜਵਾਬ ਕਬੀਰ ਨੇ ਦੱਸਿਆ। ਵੇਦ ਕੀ ਪੁੱਤਰੀ ਸਿਮਰਤੀ ਭਾਈ। ਵੇਦ ਕੀ ਪੁੱਤਰੀ, ਤੁਸੀਂ ਵੇਦ ਦੇ ਵਿੱਚੋਂ ਸਿਮਰਤੀ ਪੈਦਾ ਕਰ ਲਈ, ਘੜ ਲਈ, ਬਣਾ ਲਈ, ਲਿਖ ਲਈ। ਸੰਕਲ ਜੇਬੜੀ ਲੈ ਹੈ ਆਈ। ਮੋਟੇ ਮੋਟੇ ਸੰਗਲ, ਮੋਟੇ ਮੋਟੇ ਰੱਸੇ ਲਿਆਈ ਆ। ਤੁਹਾਨੂੰ ਹੁਣ ਮਾਇਆ ਨਾਲ ਬੰਨ੍ਹ ਕੇ ਰੱਖੂ। ਹੁਣ ਜਿਹੜੀ ਫਿਲਾਸਫੀ ਇਹਨਾਂ ਦੀ ਕਰਮ ਫਿਲਾਸਫੀ ਹੈ, ਕਰਮ ਨਾਲ ਜਨਮਿਆ ਸੁਰਗ, ਦਾਨ ਪੁੰਨ, ਤੁਸੀਂ ਦੱਸੋ ਇਹਦੇ ਨਾਲ ਮੁਕਤੀ ਕਿਵੇਂ ਮਿਲ ਜੂ? ਕੋਈ ਦੱਸੇ।
ਭਾਈ ਮਾੜੇ ਕਰਮ ਔਰ ਚੰਗੇ ਕਰਮ। ਜੇ ਕੋਈ ਚੰਗੇ ਕਰਮ ਕਰਦਾ ਗਾਹਾਂ ਨੂੰ ਉਹਦਾ ਫਲ ਮੰਗਦਾ, ਜੇ ਕੋਈ ਦਾਨ ਕਰਦਾ ਗਾਹਾਂ ਦੇ ਜਨਮ 'ਚ ਫਲ ਮੰਗਦਾ। ਭਈ ਜਨਮ ਦਾ ਤਾਂ ਅਸੀਂ ਵਿਉਂਤ ਰੱਖੀ ਬੈਠੇ ਹਾਂ ਪਹਿਲਾਂ। ਹੁਣ ਸਰਦੀਆਂ ਹੋਣਗੀਆਂ, ਲੋਕ ਕੱਪੜੇ ਪੈਂਟਾਂ ਸਵਾਉਣਗੇ, ਕੋਟ ਸਵਾਉਣਗੇ। ਉਹਨਾਂ ਨੂੰ ਜਿਉਣ ਦੀ ਆਸ ਹੈ ਤਾਂ ਸਵਾਉਂਦੇ ਨੇ। ਜੇ ਪਤਾ ਹੋਵੇ ਵੀ ਮੈਂ ਤਾਂ ਜਿਉਣਾ ਨਹੀਂ 8 ਦਿਨ, ਫਿਰ ਕੌਣ ਸਵਾਉਂਦਾ? ਜੇ ਡਾਕਟਰ ਕਹਿ ਦੇਵੇ ਭਾਈ ਇਹ ਤਾਂ ਹਫਤੇ ਦਾ ਹੀ ਹੈ, ਉਹਦੇ ਖਾਤਰ ਪੈਂਟਾਂ ਲੈਣ ਜਾਂਦਾ ਕੋਈ? ਫਿਰ ਜਾਂਦਾ ਕੋਈ? ਉਹ ਜਾ ਨਹੀਂ ਜਾ ਸਾਨੂੰ ਆਸ ਹੋਵੇ ਅਸੀਂ ਤਾਂ ਸਾਰਾ ਜਿਹੜੀ ਸਰਦੇ ਦਾ ਮਹੀਨਾ ਜਿਉਵੇਂ ਨਾ ਜਿਉਵੇਂ ਵੱਖਰੀ ਗੱਲ ਹੈ, ਪਰ ਆਸ ਰੱਖ ਕੇ ਜਾਂ ਨਹੀਂ ਹੌਸਲਾ ਜੀ ਜੋੜ ਦੀ ਆਸ ਹੈ। ਸਾਨੂੰ ਪਤਾ ਹੈ ਵੀ ਅਸੀਂ 6 ਮਹੀਨੇ ਕੱਟਣੇ ਨੇ ਸਰਦੀ ਦੇ, ਬੂਟ ਲੈਣੇ ਨੇ, ਪੈਂਟ ਲੈਣੀ ਹੈ, ਇਹ ਲੈਣਾ ਉਹ ਲੈਣਾ। ਉਹ ਜੇ ਤੁਸੀਂ ਦਾਨ ਕਰਦੇ ਹੋ ਅਗਲੇ ਜਨਮ ਦੀ ਆਸ ਕਰਕੇ ਕਰਦੇ ਹੋ, ਅਗਲੇ ਜਨਮ ਦੀ ਤੁਸੀਂ ਨਿਉ ਪਹਿਲਾਂ ਰੱਖੀ ਬੈਠੇ ਹੋ। ਮੁਕਤੀ ਕਿੱਥੇ ਹੈ ਤੁਹਾਡੇ? ਫਿਰ ਮੁਕਤੀ ਤੇ ਅੱਗੇ ਹੈ, ਗੁਰਬਾਣੀ ਦਾ ਕਹਿੰਦੀ ਮੁਕਤ ਬਪਰੇ ਵੀ ਗਿਆਨੀ ਤੇ ਆਗਾ। ਕਿਹੜਾ ਧਰਮ ਹੈ ਜਿਹਦੀ ਤੁਸੀਂ ਪ੍ਰਚਾਰ ਕਰਦੇ ਹੋ? ਤੁਸੀਂ ਧਰਮ ਨਹੀਂ ਜਸਟੀਫਾਈ ਕਰ ਸਕਦੇ। ਐਵੇਂ ਨਹੀਂ ਗੁਰਬਾਣੀ ਨੇ ਕਹਿਤਾ ਹਿੰਦੂਆਂ ਨਾਲ ਤੁਰਕੂ ਕਣ, ਹੁਣ ਜਸਟੀਫਾਈ ਕਰ ਦੋ। ਇਹ ਸੁਪਰੀਮ ਕੋਰਟ ਦੇ ਰਿਟ ਕਰ ਦੋ ਵੀ ਸਾਡੇ ਇਹ ਜਿਹੜਾ ਕਾਣਾ ਲਿਖਿਆ ਹੈ, ਅੰਨਾ ਲਿਖਿਆ ਹੈ ਹਿੰਦੂ, ਇਹਨੂੰ ਸੁਪਰੀਮ ਕੋਰਟ ਕਢਾਵੇ ਗੁਰਬਾਣੀ ਚੋਂ, ਸਾਡੇ ਧਰਮ ਦੇ ਖਿਲਾਫ ਹੈ। ਚਲੋ ਉੱਥੇ ਦਾਇਰ ਕਰ ਦੋ ਕਿ ਅਸੀਂ ਫੇਸ ਕਰ ਲਾਂਗੇ, ਸਾਬਤ ਕਰ ਦਾਂਗੇ। ਇਹ ਤਾਂ ਨਿਕਲ ਜੂਗਾ, ਇਹ ਪੰਕਤੀ ਇਹ ਤਾਂ ਬਾਹਰ ਨਿਕਲ ਜੂਗੀ। ਇਹ ਫਿਰ ਤੁਹਾਨੂੰ ਧਰਮ ਛੱਡਣਾ ਪੈ ਜੂਗਾ। ਤੁਹਾਡੇ ਧਰਮ ਦੇ ਸੁਪਰੀਮ ਕੋਰਟ ਮੋਹਰ ਲਾ ਦੂਗੀ। ਹੁਣ ਤਾਂ ਸੁਪਰੀਮ ਕੋਰਟ ਨੂੰ ਚਾਹੀਦਾ ਡਿਸਾਈਡ ਕਰਨਾ ਖੋਟੇ ਯਾਰ ਖਰੇ ਦਾ ਧਰਮਾਂ ਦੇ ਵਿੱਚ, ਜੇ ਦੁਨੀਆ ਬਚਾਉਣੀ ਹੈ। ਇਹਨਾਂ ਤੇ ਨਹੀਂ ਛੱਡਣਾ ਚਾਹੀਦਾ ਬੇਈਮਾਨਾਂ ਤੇ, ਸਾਰਿਆਂ ਤੇ। ਤਾਂ ਬੇਈਮਾਨ ਹੋਏ ਖੜੇ ਨੇ ਸਾਰੇ ਧਰਮ ਵਾਲੇ, ਇਹ ਮਰਵਾ ਦੇਣਗੇ ਦੁਨੀਆ ਸਾਰੀ ਨੂੰ। ਸਿਆਸਤਦਾਨ ਵੋਟਾਂ ਲੈਣ ਦੇ ਬਾਰੇ ਕਰਦੇ ਨੇ, ਉਹਨਾਂ ਨੂੰ ਡਿਪੈਂਡੈਂਟ ਨੇ, ਵੋਟਾਂ ਦੇ ਲੋਕ ਜੁੜੇ ਹੋਏ ਨੇ। ਇਹ ਡਰਨਾ ਹੋਣਾ ਚਾਹੀਦਾ ਸੱਚ ਕੀ ਹੈ ਝੂਠ ਕੀ ਹੈ ਧਰਮਾਂ ਦੇ ਵਿੱਚ। ਕੋਰਟ ਨਾ ਕਰੇ, ਕੋਰਟਾਂ 'ਚ ਇਮਾਨਦਾਰੀ ਹੋਰ ਕਿਤੇ ਨਹੀਂ ਹੈ। ਕੋਰਟਾਂ ਦੇ ਵਿੱਚ ਇਮਾਨਦਾਰੀ ਹੈ, ਭਾਵੇਂ ਕੋਰਟਾਂ ਦੇ ਵਿੱਚ ਵੀ ਬੰਦੇ ਦੂਏ ਹੈਗੇ ਨੇ ਜੱਜ ਤਰਫਦਾਰੀ ਕਰਨ ਵਾਲੇ, ਪਰ ਉਹ ਥੋੜੇ ਨੇ। ਕੋਰਟਾਂ ਦੇ ਭਰੋਸਾ ਹੈ ਜੋ ਦੁਨੀਆ ਦਾ, ਹੋਰ ਕਿਤੇ ਨਹੀਂ ਰਿਹਾ ਹੁਣ, ਹੋਰ ਨਹੀਂ ਕਿਤੇ ਹੈ। ਕੋਰਟਾਂ ਨੂੰ ਆਪਣੀ ਹੈ ਫਰਜ਼ ਵੀ, ਜਿੱਦਣ ਅਸੀਂ ਵੀ ਇਹੋ ਜਿਹੇ ਹੋ ਗਏ ਉਦੋਂ ਕੋਈ ਹਾਲ ਨਹੀਂ ਹੈ। ਕੋਰਟ ਫੈਸਲਾ ਕਰੇ ਇਸ ਗੱਲ ਦਾ, ਸੱਚ ਕੀ ਹੈ ਝੂਠ ਕੀ ਹੈ। ਜਿਹੜੇ ਧਰਮ ਖੋਟੇ ਨੇ ਤੇ ਬੈਨ ਲਾ ਦੇਣਾ ਚਾਹੀਦਾ ਵਰਲਡ ਲੈਵਲ ਤੇ ਹੀ, ਸਾਰੀ ਵਰਲਡ ਇਕੱਠੀ ਹੋ ਕੇ ਬੈਨ ਲਾ ਦੇਵੇ। ਇਹ ਮੋਡੀਫਾਈ ਕਰਨਾ ਆਪਣੇ ਧਰਮ ਨੂੰ, ਮੋਡੀਫਾਈ ਕਰ ਲੈਣਾ। ਮੋਡੀਫਾਈ ਕੀਤੇ ਹੋਏ ਨੇ ਗੁਰਬਾਣੀ ਨੇ, ਮੁਸਲਮਾਨ ਵੀ ਮੋਡੀਫਾਈ ਕਰਤਾ। ਮੋਡੀਫਾਈ ਕਰਕੇ ਤਾਂ ਉਹੀ ਇੱਕੋ ਬਣ ਜਾਣਾ। ਫਿਰ ਮੋਡੀਫਾਈ ਨਹੀਂ ਕੀਤਾ, ਉੱਥੋਂ ਨੂੰ ਜੋ ਕਮੀਆਂ ਨੂੰ ਬਦਲ ਲੈਣਾ। ਵੀ ਕਹਿੰਦਾ ਟਾਇਰ ਫਟਿਆ, ਟਾਇਰ ਨਵਾਂ ਪਾ ਲਓ, ਹੋਰ ਕੀ ਹੈ। ਬਾਕੀ ਤਾਂ ਸਭ ਠੀਕ ਹੈ। ਜਿਹੜੀ ਚੀਜ਼ ਦੀ ਕੋਈ ਬੈਰਿੰਗ ਖਰਾਬ ਹੈ ਬੈਰਿੰਗ ਬਦਲ ਲਓ, ਜਿਹਦੀ ਜਿਹੜੀ ਚੀਜ਼ ਖਰਾਬ ਹੈ ਬਦਲ ਲਓ ਪੁਰਜਾ। ਠੀਕ ਹੈ ਨਾ, ਧਰਮ ਠੀਕ ਹੈ। ਪੇਗ ਨਹੀਂ ਕਹਿੰਦੇ ਇੱਕ ਕਰੋ, ਪੇਗ ਨਹੀਂ ਇੱਕ ਕਰੋ, ਵਿਚਾਰਧਾਰਾ ਇੱਕ ਕਰੋ। ਪੇਗ ਆਪਣੇ ਆਪਣੇ ਰੱਖੋ, ਐਵੇਂ ਜਿਹੇ ਜਿਹੇ ਹੈਗੇ ਤੁਹਾਡੇ। ਧੋਤੀ ਵਾਲਾ ਧੋਤੀ ਪਾਵੇ, ਤਿਲਕ ਰੱਖੇ, ਵਾਲਾ ਫੇਰ ਨਹੀਂ ਫੇਰੀ ਜਾਵੇ, ਵਾਲਾ ਆਪੇ ਛੱਡ ਦੂ, ਨਾ ਛੱਡੇ ਨਾ ਛੱਡੇ, ਆਪਾਂ ਨੂੰ ਕੀ ਲੱਗਦਾ। ਵਿਚਾਰਧਾਰਾ ਇੱਕ ਚਾਹੀਦੀ ਹੈ। ਜਦ ਵਿਚਾਰਧਾਰਾ, ਲੜਾਈ ਵਿਚਾਰਧਾਰਾ ਤੋਂ ਪੈਦਾ ਹੋਣੀ ਹੈ, ਵਿਰੋਧ ਵਿਚਾਰਧਾਰਾ ਤੇ। ਵਿਚਾਰਧਾਰਾ ਇੱਕ ਕਿਉਂ ਨਹੀਂ ਹੈ ਜਦ ਪਰਮੇਸ਼ਰ ਇੱਕ ਕਹਿੰਦੇ ਅਸੀਂ ਇੱਕ ਹੈ। ਜਮਦਾ ਨਹੀਂ ਮਰਦਾ ਨਹੀਂ, ਜਿਹੜਾ ਮੂਲ ਵਿਸ਼ਾ ਧਰਮ ਦਾ ਉਹ ਸਾਰੇ ਇੱਕ ਬੰਦੇ ਨੇ। ਗਾਂ ਜਾ ਕੇ ਅੱਡ ਅੱਡ ਕਿੱਥੋਂ ਹੁੰਦੇ ਹੋ, ਕਿਉਂ ਹੁੰਦੇ ਹੋ, ਇਹਦੇ ਤੇ ਕੋਰਟ ਡਿਸਾਈਡ ਕਰੇ।
ਕੋਰਟ ਫੈਸਲਾ ਲਵੇ, ਕੋਰਟ ਚਲੇ ਜਾਣ ਸਾਰੇ ਧਰਮ, ਕੋਰਟ ਹੱਥ 'ਚ ਲੈ ਲਵੇ ਆਪਣੇ, ਵਰਲਡ ਦੀ ਕੋਰਟ ਬਣੇ ਇੱਕ, ਸਾਰੀ ਵਰਲਡ ਦੀ ਇਕੱਠੀ, ਇਮਾਨਦਾਰ ਜੱਜ ਉਹਦੇ 'ਚ ਲੈ ਲੈਣ, ਜੋ ਇਮਾਨਦਾਰ ਬਹੁਤ ਨੇਕ ਜੱਜ ਨੇ ਉਹ ਉਹਨਾਂ ਨੂੰ ਲੈ ਲੈਣ ਵਿੱਚ, ਪੈਨਲ ਬਣਾ ਲੈਣ ਜੱਜਾਂ ਦਾ, ਚਾਹੇ ਜੱਜ 100 ਬਣਾ ਲੈਣ 200 ਬਣਾ ਲੈਣ, ਕੀ ਫਰਕ ਪੈਂਦਾ, ਕੀ ਫਰਕ ਪੈਂਦਾ, 1000 ਬਣਾ ਲੈਣ, ਇਮਾਨਦਾਰ ਆਦਮੀ ਦਾ ਚਾਹੇ ਲੱਖ ਹੋਵੇ ਇੱਕੋ ਹੀ ਰਾਏ ਹੋਊ ਉਹਨਾਂ ਦੀ ਦੋ ਰਾਏ ਹੋ ਹੀ ਨਹੀਂ ਸਕਦੀ। ਦੂਈ ਰਾਏ ਦਾ ਜਦ ਹੁੰਦੀ ਆ ਜਦ ਵਿੱਚ ਕਾਮਯਾਬੀ ਆ ਵੜਦੀ ਹੈ। ਆਪੇ ਫੈਸਲਾ ਹੋ ਜਾਊਗਾ। ਇਹ ਚਰਚਾ ਹੋ ਜਾਵੇ ਮੈਦਾਨ 'ਚ, ਵਰਲਡ ਲੈਵਲ ਤੇ ਚਰਚਾ ਕਰਕੇ ਧਰਮਾਂ ਦੀ ਸਿੱਟਾ ਕੱਢਣ, ਜਿਹੜੇ ਕਰਦੇ ਨੇ ਅੱਖਾਂ ਪਹੁੰਚਦੇ ਨੇ ਸਰਵ ਧਰਮ ਸੰਮੇਲਨ, ਕੀ ਉਹ 'ਚ ਨਿਕਲਦਾ ਕੀ ਹੈ? ਹਰ ਸਾਲ ਕੁਝ ਵੀ ਨਹੀਂ ਨਿਕਲਦਾ। ਡਿਸਕਸ਼ਨ ਹੋਵੇ ਆਪਣੇ ਆਪਣੇ ਧਰਮ ਦੀ, ਸੱਚ ਕੀ ਹੈ ਝੂਠ ਕੀ ਹੈ, ਹੁੰਦੀ ਰਹੇ ਸਾਰਾ ਸਾਲ ਡਿਸਕਸ਼ਨ, ਲਗਾਤਾਰ ਹੁੰਦੀ ਰਹੇ, ਰੜਕ ਕੇ ਸੱਚ ਕੱਢ ਲੈਣ ਸਾਰਿਆਂ ਦਾ, ਇੱਕ ਧਰਮ ਬਣਾ ਦੇਣ ਸਾਰੀ ਵਰਲਡ ਦਾ। ਜਿਹਦੀ ਜਿੱਥੇ ਗਲਤੀ ਹੈ ਉਹਨੂੰ ਕਹਿਣ ਵੀ ਆਹ ਭਾਈ ਛੱਡ ਤੂੰ ਵੀ, ਜਿੱਥੇ ਕਿਤੇ ਟਕਰਾਅ ਹੈ ਗਲਤ ਹੈ ਜਿਹੜੀ ਚੀਜ਼ ਉਹਨੂੰ ਕਹਿ ਵੀ ਤੈਨੂੰ ਆ ਛੱਡਣੀ ਪਊ, ਤੈਨੂੰ ਆ ਛੱਡਣੀ ਪਊ, ਤੈਨੂੰ ਆ ਛੱਡਣੀ ਪਊ, ਇੱਥੇ ਰੱਖੋ ਤਾਂ ਕਿ ਟਕਰਾਅ ਖਤਮ ਹੋ ਜਾਵੇ। ਹੋ ਸਕਦਾ, ਕੋਈ ਬੜੀ ਗੱਲ ਨਹੀਂ, ਪਰ ਹੰਕਾਰ ਨਹੀਂ ਹੋਣ ਦਿੰਦਾ। ਧਰਮ ਨਹੀਂ ਹੈ, ਧਰਮ ਦੇ ਪਿੱਛੇ ਗੱਲ ਕੁਛ ਹੋਰ ਹੈ। ਜਾਂ ਵਿਗੜ ਜਾਂਦਾ ਆਦਮੀ ਦਾ ਮਨ, ਜਾਂ ਮਨ ਹਰਾਮੀ ਹੋ ਜਾਂਦਾ ਹੈ, ਫਿਰ ਉਹ ਹੋਰ ਗੱਲਾਂ ਹੁਜਤਾਂ ਕਰਦਾ, ਸੁਧਰਨਾ ਨਹੀਂ ਹੁੰਦਾ ਉਹਨੇ। ਧਰਮ ਦੀ ਆੜ 'ਚ ਸੰਸਾਰ ਤੇ ਕਬਜ਼ੇ ਦੀ ਗੱਲ ਹੈ, ਧਰਮ ਦੀ ਆੜ 'ਚ ਰਾਜ ਕਰਨ ਦੀ ਗੱਲ ਹੈ, ਸਾਰੇ ਧਰਮਾਂ ਦੀ। ਉਹ ਸਿਰਫ ਸਿੱਖ ਧਰਮ ਦੀ ਨਹੀਂ ਸੀ, ਇਹਨਾਂ ਦੀ ਵੀ ਹੋ ਗਈ ਦੂਏ ਨੂੰ ਦੇਖ ਕੇ। ਇਹਨਾਂ ਦੀ ਨਹੀਂ ਸੀ, ਸਿੱਖ ਧਰਮ ਦੇ ਵਿੱਚ ਨਹੀਂ ਆਏ, ਬਾਕੀ ਧਰਮਾਂ ਦਾ ਸਾਰਿਆਂ ਦਾ ਹੀ ਹੈ। ਇਹ ਇਹਨਾਂ ਨੂੰ ਦੇਖ ਕੇ ਇਹਨਾਂ ਨੇ ਕਿਹਾ ਵੀ ਹੋਰ ਕਰਦੇ ਨੇ, ਆਪਾਂ ਵੀ ਕਰ ਲਓ। ਆਪਣਾ ਰਾਹ ਛੱਡਤਾ, ਸੱਚ ਛੱਡ ਕੇ ਝੂਠਿਆਂ 'ਚ ਜਾ ਰਲੇ। ਸੱਚ ਇੱਕ ਹੁੰਦਾ, ਵੱਖਰਾ ਹੁੰਦਾ ਸੱਚ। ਇਹਨਾਂ ਨੇ ਆਪਣਾ ਰਾਹ ਛੱਡ ਕੇ ਝੂਠਿਆਂ ਵਿੱਚ ਜਾ ਰਲੇ ਵੀ ਆਪਾਂ ਵੀ ਝੂਠੇ ਹੋ ਜਾਓ, ਰੱਜ ਕੇ ਰੋਟੀ ਖਾਵਾਂਗੇ। ਹਾਂਜੀ, ਨਿਰਭਉ ਪੂਰ ਰਹੇ ਪਰਮ ਭਾਗਾ, ਕਹਿ ਕਬੀਰ ਜਨ ਦਾਸਾ। ਨਿਰਭਉ ਪੂਰ ਰਹੇ, ਨਿਰਭਉ ਹੈ ਪਰਮੇਸ਼ਰ, ਕਿਸੇ ਦੀ ਭੈਚ ਨਹੀਂ ਹੈ, ਉਹਨੂੰ ਕਿਸੇ ਦੀ ਭੈਚ ਨਹੀਂ। ਪੂਰ ਰਹੇ, ਪੂਰਾ ਕਰ ਰਿਹਾ, ਜਿਹੜਾ ਪੂਰਾ ਹੋ ਜਾਂਦਾ ਉਹ ਵੀ ਨਿਰਭੈ ਹੋ ਜਾਂਦਾ। ਨਿਰਭੈ ਜਪੈ ਸਗਲ ਪੈ ਪਉ ਮਿਟੈ, ਨਿਰਭਉ ਜਪੈ ਸਗਲ ਪੈ ਮਿਟੈ, ਗੁਰ ਕਿਰਪਾ ਤੇ ਪ੍ਰਾਣੀ ਛੁਟੈ। ਗਿਆਨ ਦੀ ਕਿਰਪਾ ਨਾਲ ਪ੍ਰਾਣੀ ਛੁੱਟਣਾ। ਦੇਖੋ ਨਿਰਭਉ ਜਪੈ, ਪਰਮੇਸ਼ਰ ਹੈ, ਪਰਮੇਸ਼ਰ ਹੈ ਨਾ, ਨਿਰਭਉ ਤਾਂ ਪਰਮੇਸ਼ਰ ਹੈ। ਨਿਰਭਉ ਜਪੈ ਸਗਲ ਪਉ ਮਿਟੈ, ਗੁਰ ਕਿਰਪਾ, ਇੱਥੇ ਪਰਮੇਸ਼ਰ ਵਾਸਤੇ ਗੁਰ ਲਫ਼ਜ਼ ਨਹੀਂ ਆ ਸਕਦਾ, ਉਹ ਗੁਰੂ ਆਉਂਦਾ। ਗੁਰ ਕਿਰਪਾ, ਜੇ ਗੁਰ ਕਿਰਪਾ ਦਾ ਮਤਲਬ ਗਿਆਨ ਹੈ, ਗਿਆਨ ਨੇ ਤੁਹਾਨੂੰ ਛਡਾਉਣਾ, ਔਰ ਕੋਈ ਚੀਜ਼ ਨਹੀਂ ਛਡਾ ਸਕਦੀ। ਜੇ ਗਿਆਨ ਹੈ ਤਾਂ ਆਪੇ ਛੱਡ ਦਿੰਦਾ। ਇੱਕ ਤਾਂ ਦੇ ਦਿਓ ਫੋਟੋ ਨਿਆਣੇ ਨੂੰ, ਵਧੀਆ ਤਸਵੀਰ, ਇੱਕ ਦੇ ਦਿਓ ਨੋਟ। ਨਿਆਣੇ ਨੂੰ ਜੇ ਨਹੀਂ ਹੈਗਾ, ਹੋ ਸਕਦਾ ਤਸਵੀਰ ਫੜੇ ਨੋਟ ਛੱਡ ਦੇਵੇ, ਨੋਟ ਛੱਡ ਦੇਵੇ, ਉਹ 1000 ਦਾ ਤਸਵੀਰ ਲੈ ਲਵੇ, ਉਹਨੂੰ ਵਧੀਆ ਲੱਗੇ, ਕਿ ਉਹਨੂੰ ਗਿਆਨ ਨਹੀਂ ਨਾ ਵੀ ਤਸਵੀਰ ਔਰ ਨੋਟ 'ਚ ਕੀ ਫਰਕ ਹੈ। ਪਰ ਜੇ ਹੋਵੇ ਸਿਆਣਾ ਤਾਂ ਤਸਵੀਰ ਔਰ ਨੋਟ 'ਚ ਉਹਨੂੰ ਗਿਆਨ ਹੈ, ਉਹਨੂੰ ਤਾਂ ਸੋਹਣੀ ਤਸਵੀਰ ਲੱਗਦੀ ਹੈ ਬੱਚੇ ਨੂੰ। ਤਾਂ ਜਾਂ ਕੋਈ ਖਿਡੌਣਾ ਹੋਵੇ ਜਿਹੜਾ ਉਹਨੂੰ ਸੋਹਣਾ ਲੱਗੇ, ਉਹਨੂੰ ਚਾਹੇ ਲਾਲ ਵੀ ਫੜਾ ਦਿਓ, ਹੀਰਾ ਫੜਾ ਦਿਓ, ਉਹਨੂੰ ਛੱਡ ਦੂਗਾ, ਉਹਨੂੰ ਲੈ ਲੂਗਾ ਜੇ ਉਹਨੂੰ ਚੰਗਾ ਲੱਗੂ। ਗਿਆਨ ਨਹੀਂ ਨਾ ਹੈ। ਜਦ ਗਿਆਨ ਆਊਗਾ ਫਿਰ ਹੀਰਾ ਫੜ ਲੂਗਾ, ਕੌਡੀ ਛੱਡ ਦੂਗਾ।
ਹੀਰਾ ਹੱਥ ਜਿਹੜੇ ਨਿਰਮੋਲਕ ਛੂਟ ਗਈ ਸੰਸਾਰ। ਇਹ ਜਿਹੜਾ ਹੀਰਾ ਕਿਹਾ ਹੈ, ਗੁਰਮਤਿ ਦੇ ਗਿਆਨ ਨੂੰ ਕਿਹਾ ਕਬੀਰ ਨੇ। ਪਰ ਅਸੀਂ ਇਸ ਗਿਆਨ ਦੇ ਖਿਲਾਫ। ਹੀਰਾ ਸੱਚ ਹੈ, ਪੰਡਤ ਇਸ ਗੱਲ ਦੇ, ਪੰਡਤ ਨੇ ਦੱਬ ਦਿੱਤਾ ਡੂੰਘਾ। ਵੇਦ ਦਾ ਗਿਆਨ ਹੀਰਾ ਸੀ, ਡੂੰਘਾ ਕਿਉਂ ਦੱਬ ਦਿੱਤਾ? ਕਿਉਂ ਸਿਮਰਤੀ ਉੱਤੇ ਕਰ ਲਈ? ਕਿਉਂ ਮੰਨਣ ਚ ਪੈ ਗਿਆ? ਕਿਉਂ ਮੰਨਣ ਚ ਪਾਤਾ ਸੰਸਾਰ ਨੂੰ? ਇਹ ਬੇਈਮਾਨੀ ਸੀ। ਇਹ ਮੂਰਖ ਪੰਡਤ ਦਾ ਤਾਂ ਕਿਹਾ, ਮੂਰਖ ਪੰਡਤ ਕਿਹਾ ਗੁਰਬਾਣੀ ਨੇ। ਪੰਡਤ ਨੂੰ ਕੇਸ ਕਰਨਾ ਚਾਹੀਦਾ ਗੁਰਬਾਣੀ ਦੇ ਖਿਲਾਫ ਵੀ ਜੀ ਮੈਨੂੰ ਕਿਹਾ ਮੂਰਖ ਨੂੰ ਕੱਢੋ ਵਿੱਚੋਂ। ਕਿਆ ਤਾਂ ਮੰਨ ਲਓ ਮੂਰਖੋਂ ਤੁਸੀਂ, ਤੁਸੀਂ ਵੇਦ ਛੱਡਿਆ, ਮੂਰਖਤਾ ਕੀਤੀ ਹੈ ਇਹ। ਫਿਰ ਫੜ ਲਓ, ਚੰਗੇ ਰਹੋਗੇ। ਵੇਦ ਰਾਮ ਮੰਦਰ ਨੂੰ ਛੱਡੋ, ਮੂਰਤੀ ਪੂਜਾ ਨੂੰ, ਵੇਦ ਦੀ ਗੱਲ ਕਰੋ। ਮੁਸਲਮਾਨ ਤਾਂ ਥੋੜੇ ਥੱਲੇ ਲਾ ਕੇ ਰਹਿਣਗੇ ਆਪੇ। ਉਹਨਾਂ ਦਾ ਮਸਜਿਦ ਬਣਾ ਲਓ ਜਿੱਥੇ ਮਰਜੀ। ਜੇ ਤੁਸੀਂ ਉਹਨੂੰ ਨੀਵੇਂ ਕਰਨਾ, ਵੇਦ ਤੇ ਆ ਜਾਓ ਵੀ ਆਓ ਭਾਈ ਮਸਜਿਦ ਬਣਾਓ, ਆਪਾਂ ਵੇਦ ਪੜ੍ਹਦੇ ਬਹਿ ਕੇ। ਜੇ ਜੀ ਮਰਜੀ ਬਣਾ ਲਓ ਬਿਲਡਿੰਗ, ਮਸਜਿਦ ਬਿਲਡਿੰਗ ਬਣਾਉਣਗੇ, ਹੋਰ ਕੀ ਕਰਨਗੇ? ਬਿਲਡਿੰਗ ਮਸਜਿਦ ਕੀ ਹੁੰਦਾ? ਬਿਲਡਿੰਗ ਉਹ ਕਾਹਨੂੰ ਚਾਰ ਦੀਵਾਰੀ ਹੁੰਦੇ, ਬਿਲਡਿੰਗ ਵੀ ਕਿੱਥੇ ਹੁੰਦੀ ਹੈ? ਬਿਲਡਿੰਗ ਤਾਂ ਹੁੰਦੀ ਹੋ ਨਹੀਂ ਉੱਥੇ। ਪਜਾਮਾ ਪਾਈ ਚਾਰ ਦੀਵਾਰੀ, ਉੱਥੇ ਬਿਲਡਿੰਗ ਕਿੱਥੇ ਹੈ? ਉਹ ਬਿਲਡਿੰਗਾਂ ਵਿੱਚ ਥੋੜੀ ਜਿਹੀ ਜਗ੍ਹਾ ਹੁੰਦੀ ਹੈ ਜਿੱਥੇ ਬੰਦੇ ਖੜਦੇ ਨੇ, ਬਾਕੀ ਦਾ ਸਾਰਾ ਵਿਹੜਾ ਹੁੰਦਾ। ਉਹ ਵਿਹੜਾ ਹੀ ਆ, ਬਣਾ ਲੈਣ ਦੇ। ਤੁਹਾਨੂੰ ਕੀ ਕਹਿੰਦੇ ਨੇ? ਲੈ ਵੀ ਆਪਾਂ ਇੱਥੇ ਗੁਰਬਾਣੀਆਂ ਵੇਦ ਪੜ੍ਹਦੇ ਹਾਂ, ਵੇਦ ਰੱਖ ਲਓ ਤੁਸੀਂ। ਉਹ ਵੀ ਅਥਰਵਣ ਵੇਦ ਹੈ, ਆਪੇ ਵਿਚਾਰਧਾਰਾ ਬਦਲ ਜੂ। ਇਕੱਠੇ ਹੀ ਪੜ੍ਹਦੇ ਹਾਂ ਸਾਰੇ ਬੈਠ ਕੇ, ਵਿਚਾਰੋ ਇਹਨਾਂ ਨੂੰ। ਹਾਥੀ ਦੀ ਪੈੜ, ਸਾਰੀਆਂ ਪੈੜਾਂ ਆ ਜਾਣਗੀਆਂ। ਆਪਾਂ ਹਾਥੀ ਦੀ ਪੈੜ ਲਾ ਦੋ ਉੱਥੇ। ਜਿਹੜੀ ਇਹ ਚ ਇਤਰਾਜ਼ ਹੋਏ ਉਹ ਗੱਲ ਦੱਸੋ। ਜਾਂ ਤੁਸੀਂ ਆਪਣਾ ਧਰਮ ਵੀ ਨਾਲ ਰੱਖੋ, ਵੇਦ ਦੇ ਜਾਂ ਗੁਰਬਾਣੀ ਦੇ ਨਾਲ ਰੱਖੋ। ਜੇ ਇਤਰਾਜ਼ ਉਹ ਗੱਲ ਗੁਰਬਾਣੀ ਤੁਹਾਡੇ ਖਿਲਾਫ ਹੈ, ਦੋਹਾਂ ਜੋ ਫੈਸਲਾ ਕਰੋ ਵੀ ਗੱਲ ਗਲਤ ਕਿਹੜੀ ਹੈ, ਠੀਕ ਕਿਹੜੀ ਹੈ। ਜੇ ਗੁਰਬਾਣੀ ਦੀ ਗੱਲ ਤਾਂ ਇਹਨੂੰ ਛੱਡ ਦਿੰਦੇ ਆ, ਜੇ ਤੁਹਾਡੇ ਵਾਲੀ ਗੱਲ ਤਾਂ ਤੁਸੀਂ ਛੱਡ ਦਿਓ। ਇਹ ਏਦਾਂ ਹੋਊ ਬੈਠ ਕੇ ਵਿਚਾਰ ਨਾਲ ਫੈਸਲਾ। ਐ ਨਹੀਂ ਹੋਣਾ ਵੀ ਮੈਂ ਇਹਨੂੰ ਨੀਚਾ ਦਿਖਾਉਣਾ, ਉਹ ਕਹਿੰਦਾ ਮੈਂ ਇਹਨੂੰ ਨੀਚਾ ਦਿਖਾਉਣਾ। ਨੀਚਾ ਦਿਖਾਉਣਾ ਕੀ ਮਤਲਬ ਇਹਦੇ ਚ? ਉਹ ਨੀਚਾ ਦਿਖਾਉਣਾ ਦਾ ਹੰਕਾਰ ਦੀਆਂ ਗੱਲਾਂ ਨੇ, ਉਹ ਨਹੀਂ ਠੀਕ ਹੈ ਗੱਲਾਂ। ਉਹਦੇ ਲੜਾਈ ਹੈ ਫਿਰ ਉੱਥੇ, ਤਾਂ ਹੋਮੇ ਉੱਥੇ ਧਰਮ ਔਰ ਹੋਮੇ ਦਾ ਤਾਂ ਮੇਲ ਹੀ ਨਹੀਂ ਹੈ। ਜਿੱਥੇ ਧਾਰਮਿਕ ਆਦਮੀ 'ਚ ਹੋਮੇ ਆ ਗਈ, ਉਹ ਤਾਂ ਆਪ ਹੀ ਧਰਮ ਤੋਂ ਵਿਰੁੱਧ ਹੋ ਗਿਆ। ਇੱਥੇ ਹੋਮੇ ਦੀ ਲੜਾਈ ਹੈ, ਇਹਨਾਂ ਦੀ ਧਰਮ ਦੀ ਕੋਈ ਲੜਾਈ ਨਹੀਂ ਹੈ। ਮਸਜਿਦ ਬਣਾਉਣ ਦੀ ਆ, ਮੰਦਰ ਬਣਾਉਣ ਦੀ ਲੜਾਈ ਹੋਮੇ ਦੀ ਹੈ। ਕਾਰੀਆਂ ਦੀ ਲੜਾਈ ਆ, ਧਰਮ ਬੰਦਾ ਇਹਨਾਂ 'ਚ ਕੋਈ ਵੀ ਨਹੀਂ ਹੈ। ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਕਿੰਨੀ ਬਣ ਜਾ। ਹੁਣ ਧਰਮ ਦੇ ਨਾਂ ਤੇ ਵਪਾਰ ਕਾਹਦਾ ਚੱਲਦਾ? ਕਾਂਸੀ ਤਾਂਬਾ। ਕਾਂਸੀ ਤਾਂਬਾ, ਕਾਂਸੀ ਕੀ ਹੁੰਦੀ ਹੈ? ਜਿਹੜਾ ਗਿਆਨ ਹੈ ਚਿੱਟਾ ਹੁੰਦਾ ਹੈ, ਕਾਂਸੀ ਵੀ ਚਿੱਟੀ ਹੁੰਦੀ ਹੈ। ਆਹ ਸਾਖੀਆਂ ਦਾ ਗਿਆਨ ਗੁਰੂ ਨਾਨਕ ਨੇ ਇਹਦੀ ਵਿਆਖਿਆ ਕੀਤੀ ਹੈ ਗਾਹਾਂ ਜਾ ਕੇ। ਉਜਲ ਕਹਿਣਾ ਚਿਲਕਣਾ, ਕਹਿਣਾ ਕਾਂਸੀ ਨੂੰ ਕਹਿੰਦੇ ਨੇ। ਕਾਂਸੀ ਦਾ ਜਿਹੜੇ ਭਾਂਡੇ ਹੁੰਦੇ ਨੇ, ਕਹਿੰਦੇ ਬੜਾ ਉਜਲ ਲੱਗਦਾ ਦੂਰੋਂ ਦੇਖਣ ਨੂੰ। ਇਹ ਵਿਦਵਾਨ ਬੜੇ ਉਜਲ ਗਿਆਨਵਾਨ ਲੱਗਦੇ ਨੇ, ਪਰ ਜਦ ਘਸਾ ਕੇ ਦੇਖੀਏ ਘਸਮਟ ਕਾਲੜੀ ਮਸ, ਹੱਥ ਕਾਲਾ ਹੋ ਜਾਂਦਾ। ਇਹ ਘਸਾਈਏ ਉਹਨੂੰ, ਸਾਰੀ ਉਹ ਕਾਂਸੀ ਘਸ ਜੂਗੀ, ਕਾਂਸੀ ਕਾਲੀ ਨਿਕਲੂਗੀ, ਦੇਖਣ ਨੂੰ ਚਿੱਟੀ ਹੈ। ਜਿਹੜਾ ਵਿਦਵਾਨਾਂ ਦਾ ਗਿਆਨ ਹੈ, ਜੇ ਵਿਚਾਰੀਏ ਸਾਰਾ ਹੀ ਭਰਮ ਗਿਆਨ ਹੈ, ਸਾਰਾ ਹੀ ਕਾਲਾ ਅੰਦਰੋਂ। ਉੱਤੋਂ ਲੱਗਦਾ ਤੁਹਾਨੂੰ ਗਿਆਨ ਹੈ, ਸਾਰਾ ਹੀ ਕਾਲਾ ਹੈ। ਵਿਦਵਾਨਾਂ ਦਾ ਅੰਦਰ ਸਾਰਿਆਂ ਦਾ ਕਾਲਾ ਹੈ। ਪੰਡਤ ਦਾ ਅੰਦਰ ਕਾਲਾ ਹੈ, ਗਿਆਨੀ ਗ੍ਰੰਥੀਆਂ ਦਾ ਅੰਦਰ ਕਾਲਾ ਹੈ, ਸੰਤਾਂ ਦੇ ਅੰਦਰ ਕਾਲੇ ਨੇ। ਇਹ ਸਭ ਬ੍ਰਹਮ ਗਿਆਨ ਸਿਰਫ ਚਿੱਟਾ ਹੈ। ਗੁਰਮਤਿ ਦਾ ਗਿਆਨ ਚਿੱਟਾ, ਬਾਕੀ ਸਭ ਕਾਲੇ ਨੇ।
ਸੂਰਜ ਦੀ ਰੋਸ਼ਨੀ ਜਿਹੜੀ ਹੈ ਗੁਰਬਾਣੀ ਕਹਿੰਦੀ ਹੈ, ਕਹਿੰਦੇ ਦਿਨ ਮੈਂ ਰਹਿਣ। ਆ ਹੁਣ ਸੂਰਜ ਹੈ ਨਾ, ਹਨੇਰਾ ਵਿੱਚ ਹੈ ਇਹਦੇ, ਦੀਦਾ ਨਹੀਂ ਹੈ, ਚਿੱਟਾ ਦੀਦਾ ਹੈ। ਕਸਮ ਟਕਾਲ ਲਈ ਬਸ ਸੂਰਜ ਨੂੰ ਗਾਇਬ ਕਰੋ, ਹਨੇਰਾ ਫਿਰ ਉੱਥੇ ਹੀ ਹੈ। ਕਿੱਥੋਂ ਆਇਆ? ਕਿੱਥੋਂ ਆਇਆ? ਉਹ ਵਿੱਚੇ ਹੀ ਹੈ ਇਹਦੇ, ਕਿਤੇ ਨਹੀਂ ਗਿਆ ਹੋਇਆ ਹਨੇਰਾ। ਹਨੇਰਾ ਨਹੀਂ ਕਿਤੇ ਗਿਆ। 1 ਸਕਿੰਟ ਵਾਸਤੇ ਸੂਰਜ ਨੂੰ ਗਾਇਬ ਕਰ ਦੋ, ਲਾਈਟ 1 ਸਕਿੰਟ ਵਾਸਤੇ ਆਫ ਕਰ ਦੋ, ਜਦ ਹਨੇਰਾ ਉੱਥੇ ਹੀ ਹੁੰਦਾ। 1 ਸਕਿੰਟ 'ਚ ਕਿਵੇਂ ਆ ਜੂ? ਤੁਸੀਂ ਬੰਦ ਕਰ ਦੋ ਚਾਰੇ ਪਾਸਿਆਂ ਦੇ ਦਰਵਾਜ਼ੇ, ਹਨੇਰਾ ਤਾਂ ਹੈ ਨਹੀਂ ਉੱਥੇ, ਲਾਈਟਾਂ ਜਗਦੀਆਂ ਨੇ। ਲਾਈਟ ਆਫ ਕਰੋ, ਹਨੇਰਾ ਕਿੱਥੋਂ ਆ ਗਿਆ? ਕੰਨਾਂ ਟੱਪ ਕੇ ਕਿਵੇਂ ਆ ਗਿਆ ਹਨੇਰਾ? ਭਾਈ ਹਨੇਰੇ ਜਾਂ ਜਗ੍ਹਾ ਹੀ ਨਹੀਂ ਸੀ ਕੋਈ ਆਉਣ ਨੂੰ, ਆਇਆ ਕਿੱਥੋਂ? ਹਨੇਰਾ ਗਿਆ ਹੀ ਨਹੀਂ ਕਿਤੇ। ਜਿੰਨਾ ਦੁਨਿਆਵੀ ਚਾਨਣ ਹੈ ਸੰਸਾਰੀ, ਉਹਦੇ ਵਿੱਚ ਹਨੇਰਾ ਹੁੰਦਾ। ਜਿੰਨਾ ਦੁਨਿਆਵੀ ਗਿਆਨ ਹੈ ਉਹਦੇ 'ਚ ਭਰਮ ਹੁੰਦਾ। ਸਾਰੇ ਭਰਮ ਗਿਆਨੀ ਨੇ, ਜਿੰਨੇ ਮਾਇਆ ਧਾਰੀ ਨੇ, ਉਹਨਾਂ ਦੇ ਅੰਦਰ ਭਰਮ ਹੁੰਦਾ। ਭਰਮ ਗਿਆਨੀ ਨੇ ਉਹ ਸਾਰੇ। ਸਤੋ ਗੁਣ ਤੱਕ ਭਰਮ ਗਿਆਨੀ ਨੇ, ਸਤੋ ਗੁਣ ਤੱਕ ਦੀ ਖਾਈ ਦੀ ਗੱਲ ਕੀਤੀ ਹੋਈ ਹੈ, ਚੱਲਦੀ ਹੈ ਉੱਪਰ। ਜਿੱਥੇ ਤੱਕ ਮਾਇਆ ਹੈ ਉੱਥੇ ਤੱਕ ਗਿਆਨੀ ਨੇ ਸਭ ਭਰਮ। ਮਾਇਆ ਮਗਰ ਹੈ ਉਹ ਤਾਂ ਮਾਇਆ ਜੋ ਸੁਖ ਭਾਲਦਾ, ਸੁਖ ਮਾਇਆ ਹੈ ਨਹੀਂ। ਉਹ ਮਾਇਆ ਪ੍ਰੋਸਪੈਰਿਟੀ ਦੇ ਵਿੱਚ ਸੁਖ ਭਾਲਦਾ ਹੈ, ਸੁਖ ਹੈ ਨਹੀਂ, ਦੁੱਖ ਨੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਤੂੰ ਉਹ ਤਾਂ ਸੁਖ ਭਾਲਦਾ। ਜਿੰਨੀਆਂ ਬਿਮਾਰੀਆਂ ਵੱਡਿਆਂ ਆਦਮੀਆਂ ਨੂੰ ਨੇ, ਖਤਰਨਾਕ ਬਿਮਾਰੀਆਂ, ਹਰ ਵਾਰ ਡਾਕਟਰ ਨਾਲ ਰਹਿੰਦੇ ਨੇ ਉਹਨਾਂ ਦੇ। ਸਾਡੇ ਸ਼ਾਸਤਰੀ ਨੂੰ ਬਾਹਰ ਜਦ ਅਟੈਕ ਹੋ ਗਿਆ ਸੀ, ਚੰਗੇ ਭਲੇ ਨੂੰ ਅਟੈਕ ਕਿਉਂ ਹੋ ਗਿਆ? ਉਹਨਾਂ ਦੇ ਕੰਮੇ ਇਹੋ ਜਿਹੇ ਨੇ। ਚੰਗੇ ਭਲੇ ਨੂੰ ਤੰਦਰੁਸਤ ਨੂੰ ਅਟੈਕ ਹੋਇਆ ਤਾਂ ਬਿਮਾਰ ਵੀ ਨਹੀਂ ਸੀ। ਜਿੰਨੀ ਬੜੀ ਜ਼ਿੰਮੇਵਾਰੀ ਓਡਾ ਬੜਾ ਚਿੰਤਾ, ਓਡੀ ਬੜੀ ਗਲਤੀ ਹੋ ਜਾਂਦੀ ਉਹਨਾਂ ਤੇ। ਕੰਮ ਜਿਹੜਾ ਕਰੂ ਉਹਦੇ ਗਲਤੀ ਤਾਂ ਹੋਊਗਾ ਹੀ, ਜੇ ਕਰੂ ਇਹ ਨਹੀਂ ਤਾਂ ਗਲਤੀ ਕੀ ਹੋਣੀ? ਜਿਹੜਾ ਕਰੂ ਉਹਦੇ ਗਲਤ ਵੀ ਹੋਊ, ਠੀਕ ਵੀ ਹੋਊ। ਆਖਰ ਇਨਸਾਨ ਹੈ ਨਾ, ਇਨਸਾਨ ਤੇ ਤਾਂ ਗਲਤੀ ਹੁੰਦੀ ਹੋ ਰਹਿੰਦੀ ਹੈ। ਹਾਂਜੀ, ਕਿਨਹੀ ਬਣ ਜਾ ਕੰਸੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਤਾਂਬਾ ਕਾਂਸੀ, ਸੰਸਾਰੀ ਗਿਆਨ ਕਾਂਸੀ ਤੇ ਸਿੱਕੇ ਤਾਂਬੇ ਦੇ ਤੇ ਉਦੋਂ ਪੈਸੇ ਤਾਂਬੇ ਦੇ ਹੁੰਦੇ ਸੀ ਨਾ। ਸੰਸਾਰੀ ਗਿਆਨ ਤਾਂਬਾ, ਸੰਸਾਰੀ ਧਨ ਤਾਂਬਾ, ਪੈਸੇ ਤਾਂਬੇ ਦੇ ਹੁੰਦੇ ਸੀ। ਸੰਸਾਰੀ ਗਿਆਨ ਕਾਂਸੀ। ਕਿਨਹੀ ਲੌਂਗ ਸੁਪਾਰੀ। ਲੌਂਗ ਸੁਪਾਰੀ ਚੜ੍ਹਦੇ ਨੇ ਉੱਥੇ ਪੂਜਾ ਤੇ, ਜਿਹੜੇ ਚੜਾਉਂਦੇ ਤੇ ਨਾ ਲੌਂਗ ਔਰ ਸੁਪਾਰੀ, ਜਿਹੜੇ ਖਾਂਦੇ ਨੇ ਪਾਨ, ਉਹ ਪੈਂਦੇ ਸੀ। ਇਹ ਦੇਵਤਿਆਂ ਦੇ ਚੜ੍ਹਦੇ ਹੁੰਦੇ ਸੀ ਲੌਂਗ ਸੁਪਾਰੀ। ਪਹਿਲਾਂ ਚੜਾਵਾ ਕਿੰਨੀ ਲੌਂਗ ਸੁਪਾਰੀ। ਸੰਤੋ ਬਣ ਜਾ ਨਾਮ ਗੋਬਿੰਦ ਕਾ। ਇਹ ਤਾਂ ਹੈਗੇ ਕਾਸ਼ੀ ਦਾ ਜਿਹੜਾ ਹੈਗਾ ਨਾ ਹਿੰਦੂ ਮਤ ਦਾ ਸੰਸਾਰੀ ਗਿਆਨ ਦਾ, ਆ ਚੀਜ਼ਾਂ ਨੇ। ਲੌਂਗ ਸੁਪਾਰੀ ਚੜਾਵਾ ਲੈ ਕੇ ਜਾਣਾ, ਸੰਸਾਰੀ ਗਿਆਨ ਦੀ ਕਥਾ ਕਰਨੀ ਹੈ, ਮਾਇਆ ਉਹ ਤਾਂਬਾ ਉੱਥੇ ਚੜਾਉਣਾ ਪੂਰੇ। ਪ੍ਰਤੀਕ ਦੀ ਗੱਲ ਕਰ ਰਿਹਾ, ਉਹ ਆਪਣੀ ਬੁਝਾਰਤ ਦੀ ਗੱਲ ਕਰ ਰਿਹਾ। ਕਾਂਸੀ ਤਾਂਬਾ ਕਿਨੂੰ ਲੌਂਗ ਸੁਪਾਰੀ। ਸੰਤੋ ਬਣ ਜਾ ਨਾਮ ਗੋਬਿੰਦ ਕਾ, ਸੰਤੋ ਬਣ ਜਾ ਨਾਮ ਗੋਬਿੰਦ ਕਾ। ਐਸੀ ਖੇਪ ਹਮਾਰੀ। ਸੰਤਾਂ ਨੇ ਇੱਕ ਜੀ, ਉੱਥੇ 4 ਚੀਜ਼ਾਂ ਨੇ, ਉਹ 4 ਨੇ ਨਾ, ਚਾਰੇ ਵੇਦ ਨੇ, 4 ਪ੍ਰਕਾਰ ਦਾ ਗਿਆਨ ਹੈ। ਇੱਥੇ ਇੱਕੋ ਹੀ ਚੀਜ਼ ਹੈ, ਨਾਮ ਗੋਬਿੰਦ ਕਾ। ਗੋਬਿੰਦ ਦਾ ਗਿਆਨ, ਗੋਬਿੰਦ ਕੀ ਹੈ, ਆਪਣੇ ਮੂਲ ਦੀ ਸੋਝੀ। ਨਾ ਸੰਤੋ ਬਣ ਜਾ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਸਾਡੇ ਕੋਲ ਤਾਂ ਇਹੀ ਸੌਦਾ ਹੈ, ਹੋਰ ਕੋਈ ਹੈ ਹੀ ਨਹੀਂ। ਸਾਰੀ ਖੇਪ 'ਚ ਕੋਈ ਚੀਜ਼ ਆ ਸਾਡੇ, ਨਾਮ ਗੋਬਿੰਦ ਕਾ। ਨਾਨਕ ਕੇ ਘਰ ਕੇਵਲ ਨਾਮ।
ਕੇਵਲ ਨਾਮ ਤਾਂ ਹੈ, ਲੌਂਗ ਸੁਪਾਰੀ ਸਾਡੇ ਹੈ ਨਹੀਂ। ਕਾਂਸੀ ਤਾਂਬਾ ਹੈ ਨਹੀਂ ਭਾਈ, ਉਹ ਤੋਂ ਲੈ ਲਓ ਜਾ ਕੇ, ਹੋਰ ਕਿਤੇ ਹੋਰ ਦੁਕਾਨਾਂ ਬਹੁਤ ਨੇ। हर के नाम के व्यापारी, ਹਰ ਕੇ ਨਾਮ ਕੇ ਵਪਾਰੀ, हीरा हाथ ਅਸੀਂ ਤਾਂ के हर- मोलक, छूट गई संसारी। ਇਸ ਕਰਕੇ ਸਾਡੇ ਕੋਲ ਤਾਂ ਹਰ ਕਾ ਨਾਮ ਹੈ, ਇਹਦੇ ਹੀ ਵਪਾਰੀ ਆ। ਇਹ ਵਪਾਰ ਕਰਦੇ ਆ। ਕਾਂਸੀ ਤਾਂਬਾ ਸਾਡੇ ਕੋਲ ਹੈ ਹੋਈ ਨਹੀਂ, ਅਸੀਂ ਬਣੀਏ ਹੀ ਨਹੀਂ। हीरा ਸੰਸਾਰੀ हाथ ਗਿਆਨ- जड़ा निर्मोलक, ਹੀਰਾ ਹੱਥ ਚੜਿਆ, ਜਦ ਸਾਡੇ ਤਾਂ ਹੱਥ ਹੀਰਾ ਚੜ ਗਿਆ ਨਿਰਮੋਲਕ। छूट गई संसारी। ਆ ਸੰਸਾਰੀਆ ਜਿਹੜਾ ਕਾਂਸੀ ਤਾਂਬਾ ਲੌਂਗ ਸੁਪਾਰੀ ਸੰਸਾਰੀ ਹੈ ਸਭ ਕੁਝ। ਇਹ ਸੰਸਾਰੀ ਚੀਜ਼ਾਂ ਅਸੀਂ ਛੱਡਤੀਆਂ, ਇਹ ਸੌਦੇ ਛੱਡਤੇ ਵੇਚਣੇ। ਕਾਂਸੀ ਤਾਂਬਾ ਲੌਂਗ ਸੁਪਾਰੀ ਸੰਸਾਰੀ ਹੈ, ਨਾਮ ਗੋਬਿੰਦ ਦਾ ਸੰਸਾਰੀ ਨਹੀਂ ਹੈ। ਇਹ ਦਰਗਾਹੀ ਹੈ ਸੌਦਾ, ਇਹ ਨਾਲ ਜਾਣ ਵਾਲਾ ਹੈ। ਉਹ ਕਾਂਸੀ ਤਾਂਬਾ ਇੱਥੇ ਰਹਿ ਜਾਊਗਾ, ਕਾਂਸੀ ਤਾਂਬਾ ਇੱਥੇ ਰਹਿ ਜਾਊਗਾ ਸਾਰਾ, ਉਹ ਨਹੀਂ ਨਾਲ ਜਾਣ। ਕਿਨੀ ਲਾਓ ਸੁਪਾਰੀ ਸੰਤੋ ਬਣ ਜਾ, ਨਾਮ ਗੋਬਿੰਦ ਕਾ ਨਾਮ ਗੋਬਿੰਦ ਕਾ ਐਸੀ ਕਿ ਵੀ ਸਾਡੇ ਕੋਲ ਤਾਂ ਆਹੀ ਕੁਛ ਹੈ ਭਾਈ, ਹੋਰ ਹੈ ਹੋਈ ਨਹੀਂ ਕੁਛ। ਹਰ ਜਨ ਨਾਮੇ ਕੇ ਵਪਾਰੀ, ਹੀਰਾ ਹੱਥ ਚੜੇ ਔਰ ਨਿਰਮੋਲਕ ਛੂਟ ਗਈ संसारी। ਉਹ ਸੰਸਾਰੀ ਸਾਰੀ ਉਹ ਛੁੱਟ ਗਈ ਸਾਡੀ ਤਾਂ। ਸਰੀਰ ਵੀ ਛੁੱਟਿਆ ਹੋਇਆ, ਸੰਸਾਰੀ ਹੋਈ ਆ ਨਾ। ਹਾਂ। साचे लाए तो सच लागे, साचे के व्यवहारी। ਸਾਚੇ ਲਾਏ ਤੋਂ ਸੱਚ ਲਾਗੇ, ਸਾਚੇ ਕੇ ਵਿਵਹਾਰੀ। ਸੱਚਾ ਲਾਵੇ ਨਾ, ਅੰਦਰਲਾ ਮਨ ਸੱਚਾ ਹੈ, ਬਾਹਰਲਾ ਮਨ ਝੂਠਾ ਹੈ। ਜਿਹੜਾ ਅੰਦਰਲਾ ਮਨ ਹੈ ਨਾ, ਉਹਨੇ ਲਾਏ ਆ ਇੱਧਰ, ਤਾਂ ਸੱਚ ਨੂੰ ਜੁੜਦਾ ਹੈ। ਬਾਹਰਲਾ ਤਾਂ ਮਾਇਆ 'ਚ ਫਸਾ ਕੇ ਰੱਖਦਾ ਹੈ। ਅੰਤਰਾਤਮਾ ਦੀ ਆਵਾਜ਼ ਨਾਲ ਜੁੜੇ ਤਾਂ ਸੱਚ ਨੂੰ ਜੁੜਦਾ ਹੈ ਕੋਈ। ਸਾਚੇ ਲਾਏ तो सच लागे, ਤੋਂ ਸੱਚ ਲਾਗੇ, साचे के व्यवहारी। ਸੱਚੇ ਫਿਰ ਸੱਚ ਦਾ ਵਪਾਰ ਕਰਦੇ ਨੇ, ਵਿਵਹਾਰ ਕਰਦੇ ਨੇ। ਹਾਂ। साची बस्त के भार चलाए, पहुंचे जाए भंडारी। ਪਰ ਜਿਹੜੇ ਸੱਚੀ ਵਸਤ ਦੇ ਭਾਰ ਚੱਕ ਕੇ ਚੱਲਦੇ ਨੇ ਨਾ, ਸੱਚ ਦਾ ਸੌਦਾ ਰੱਖਦੇ ਨੇ, ਉਹ ਭੰਡਾਰੀ ਜਿੱਥੋਂ ਸੱਚ ਆਉਂਦਾ, ਜਿੱਥੋਂ ਦਰਗਾਹ 'ਚ ਉੱਥੇ ਪਹੁੰਚ ਜਾਂਦੇ ਨੇ। ਭੰਡਾਰਾ ਉੱਥੇ ਹੀ ਆ, ਉੱਥੋਂ ਹੀ ਆਇਆ ਸੱਚ ਸਾਰਾ। ਸੱਚਖੰਡ 'ਚੋਂ ਆਇਆ ਸੱਚ, ਸੱਚਖੰਡ ਪਹੁੰਚ ਜਾਂਦੇ ਨੇ। ਭੰਡਾਰਾ ਉੱਥੇ ਆ ਸੱਚਖੰਡ 'ਚ ਸੱਚ ਦਾ। ਹਾਂ। साची बस्त के भार चलाए, पहुंचे जाए भंडारी। आप रत्न जवाहर मानक, आपे है पासारी। ਆਪੇ ਰਤਨ ਜਵਾਹਰ ਮਾਨਕ ਆਪੇ ਪਾਸਾਰੀ। ਇਹ ਰਤਨ ਜਵਾਹਰ ਮਾਨਕ ਆਪੇ ਹੀ ਹੈ। ਇਹ ਜਿਹੜਾ ਮੱਤ ਵਿੱਚ ਰਤਨ ਜਵਾਹਰ ਮਾਨਕ, ਇਹ ਜਿਹੜੀ ਮੱਤ ਹੈ, ਇਹ ਜਿਹੜਾ ਨਾਮ ਹੈ, ਇਹੀ ਰਤਨ ਜਵਾਹਰ ਮਾਨਕ ਹੈ। ਆ ਜਿਹੜੇ ਸੰਸਾਰੀ ਰਤਨ ਜਵਾਹਰ ਮਾਨਕ ਨੇ, ਇਹ ਤਾਂ ਮਾਇਆ ਦੇ ਨੇ ਨਾ। ਉਹ ਜਿਹੜੇ ਰਤਨ ਜਵਾਹਰ ਮਾਨਕਾਂ ਦੀ ਗੱਲ ਕੀਤੀ ਹੈ, ਇਹਦੇ ਵਿੱਚ ਇਹ ਨਾਮ ਦੀ ਉਹ ਗੱਲ ਕੀਤੀ ਹੈ। ਨਾਮ ਹੈ ਰਤਨ ਹੈ, ਨਾਮ ਹੈ ਮਾਨਕ ਹੈ, ਨਾਮ ਹੈ ਜਵਾਹਰ। ਇਹਦੇ ਹੀ ਪੈਦਾ ਕੀਤੇ ਸੰਸਾਰੀ ਵੀ। ਹਾਂ। आपे दे दिस आप चलावे, निश्चल है व्यवहारी ਆਪੇ व्यापारी। ਦਹਿ ਤੇ ਸਾਪ ਚਲਾਵੇ। ਦਸਾਂ ਦਸ਼ਾਵਾਂ ਦੇ ਵਿੱਚ ਜਿੰਨੀ ਸ੍ਰਿਸ਼ਟੀ ਹੈ, ਇਹਦੇ ਕਾਬੂ 'ਚ ਇਹੀ ਚਲਾ ਰਿਹਾ ਇਹਨੂੰ। ਸਾਰੀ ਸ੍ਰਿਸ਼ਟੀ ਇਹਨੇ ਪੈਦਾ ਕੀਤੀ ਹੈ, ਇਹਦੇ ਨਾਲ ਚੱਲਦੀ ਹੈ। ਹੁਕਮ ਹੈ, ਨਾਮ ਹੈ। ਹਾਂ। मन कर बैल, सुरत कर पैंडा, ज्ञान बोध कर डारी। ਮਨ ਨੂੰ ਬੈਲ ਕਰ, ਮਨ ਦੇ ਉੱਤੇ ਲੱਦਣਾ ਹੈ ਨਾ।